प्रकाश सिंह बादल ने बादल ਦੀਆਂ ਵੀ ਚਿੱਠੀਆਂ ਜੀ, ਟੌੜੇ ਦੀਆਂ ਵੀ ਚਿੱਠੀਆਂ, ਲੌਂਗੋਵਾਲ ਦੀਆਂ, ਸਭ ਦੀਆਂ। ਇਹਨਾਂ ਸਾਰਿਆਂ ਦੇ ਸਿਗਨੇਚਰ ਹੋ ਕੇ ਉੱਥੇ ਗਈਆਂ। इंदिरा गांधी को ਦੇਖੋ ਜੀ, ਜਦੋਂ ਇਹ ਦਰਬਾਰ ਸਾਹਿਬ ਤੇ ਅਟੈਕ ਹੋਇਆ 6 ਜੂਨ ਨੂੰ, ਜਦੋਂ ਸੰਤ ਜਰਨੈਲ ਸਿੰਘ ਸ਼ਹੀਦ ਹੁੰਦੇ ਆ, ਉਸ ਤੋਂ ਬਾਅਦ ਜਦੋਂ 6 ਤਰੀਕ ਨੂੰ 7 ਨੂੰ ਇੱਕ ਸਿੱਖ ਕਰਨਲ ਆਉਂਦਾ ਉੱਥੇ, ਤੇ ਉਹ ਬੰਦਿਆਂ ਨੂੰ ਅਰੈਸਟ ਕਰਨ ਵਾਸਤੇ ਆਉਂਦਾ, ਜਿਹੜੇ ਹੈਗੇ ਉਹਨਾਂ ਨੂੰ ਕੱਢਣ ਵਾਸਤੇ ਬਸਤਰਵਾਲ ਗੰਡੀਆਂ ਲੈ ਕੇ। ਉਹਦੇ 'ਚ ਲੌਂਗੋਵਾਲ, ਟੌੜਾ ਤੇ ਆਪਣਾ ਰਾਮੂਵਾਲੀਆ ਪੁੱਛਦਾ ਹੈ, ਉਹ ਮਾਰ ਤੱਕ ਨਹੀਂ। ਅੱਛਾ, ਰਾਮੂਵਾਲੀਆ ਹੁਣ ਇਹ ਬਾਹਾਂ ਚੱਕ ਚੱਕ ਬੋਲਦਾ ਸਟੇਜ ਤੇ ਜੀ। ਇਸ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਉਸ ਟਾਈਮ ਕੀ ਲਫ਼ਜ਼ ਬੋਲਿਆ ਸੀ। ਅੱਛਾ, ਬਲਵੰਤ ਸਿੰਘ ਰਾਮੂਵਾਲੀਆ ਦੀ ਇਹ ਵਰਡਿੰਗ ਹੈ ਜੀ। ਅੱਛਾ, ਵਰਡਿੰਗ ਹਾਂਜੀ। ਤੇ ਜਿਹੜਾ ਆਪਣਾ ਟੌੜੇ ਨੂੰ ਆਂਦੇ ਇਹ ਕੀ ਇਹਨੂੰ ਪੋਸ਼ ਕਿਹਾ ਇਹਨਾਂ ਨੇ, ਹੁਣ ਮੈਂ ਤੁਹਾਨੂੰ ਕਹਿੰਦਾ ਨਹੀਂ ਗਾ, ਇਹ ਟੌੜੇ ਨੇ ਕਿਹਾ ਬਘਿਆੜ ਮਾਰ ਤੱਕ ਨਹੀਂ। ਗੁਰਚਰਨ ਸਿੰਘ ਟੌੜਾ ਨੇ ਬਘਿਆੜ ਕਿਹਾ ਜੀ ਸੰਤ ਜਰਨੈਲ ਸਿੰਘ ਪਿੰਡਾ ਹੈ, ਇਹ ਲਫ਼ਜ਼ ਬੋਲੇ ਇਹਨਾਂ ਲੋਕਾਂ ਨੇ। ਇਹਨਾਂ ਦੀਆਂ ਵੀਡੀਓ ਹੈ, ਜਿਹੜੇ ਉੱਥੋਂ ਦੇ ਜਿਹੜੇ ਚੰਗੇ ਜਥੇਬੰਦੀਆਂ 'ਚ ਰਹੇ ਬੰਦੇ ਕੁਛ ਅਰੈਸਟ ਹੋਏ ਹੈ, ਉਹਨਾਂ ਸਾਰੀਆਂ ਵੀਡੀਓ ਆਈਆਂ। ਅੱਛਾ, ਉਹਨਾਂ ਕੋਲ ਵੀਡੀਓ ਹੈ? ਵੀਡੀਓ ਆਈਆਂ ਇਹਨਾਂ ਨੇ। ਇਹ ਐਡਾ ਮਾੜੇ ਲਫ਼ਜ਼ ਬੋਲੇ। ਤੇ ਅੱਜ ਫਿਰ ਇਹ ਸਟੇਜਾਂ ਤੇ ਹੁਣ 84 ਦਾ ਤੇ ਸੰਤ ਜਰਨੈਲ ਸਿੰਘ ਦਾ ਘੱਲੂਘਾਰੇ ਦਾ ਨਾਂ ਲੈ ਕੇ ਸਾਡੀ ਕੌਮ ਨੂੰ ਬੇਵਕੂਫ ਬਣਾਉਂਦੇ ਆ। ਸਾਡੇ ਲੋਕ ਮਗਰ ਲੱਗਦੇ ਆ, ਪਤਾ ਨਹੀਂ ਕਾਹਤੋਂ ਇਹਨਾਂ ਲੋਕਾਂ ਦੇ ਵੀ ਐਡੀ ਭੱਦੀ ਸ਼ਬਦ ਬੋਲਣ ਵਾਲਿਆਂ ਦੇ, ਤੇ ਇਹਨਾਂ ਲੋਕਾਂ ਦੇ ਮਗਰ ਅੱਜ ਫੇਰ ਲੱਗੇ ਫਿਰਦੇ ਆ, ਜਿਨ੍ਹਾਂ ਨੇ ਸਾਡਾ ਘਾਣ ਕੀਤਾ, ਸਾਡੀ ਨਸਲ ਕੁਸ਼ੀ ਕਰਾਉਣ ਦੇ ਵਿੱਚ ਸੰਯੋਗੀ ਇਹਨਾਂ ਲੋਕਾਂ ਦੇ। ਮੈਂ ਪਰਮਜੀਤ ਸਿੰਘ ਰਾਣਵਾ ਦੇਸ਼ ਵਿਦੇਸ਼ ਦੀਆਂ तमाम ਸਿੱਖ ਸੰਗਤਾਂ ਜੋ ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਨੇ, ਉਹਨਾਂ ਦਾ ਸਵਾਗਤ ਕਰਦਾ। ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੱਲੂਘਾਰੇ ਵੀ ਕਈ ਹੋਏ। ਇੱਕ ਘੱਲੂਘਾਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਗੁਰਦਾਸ ਨੰਗਲ ਦੀ ਜਿਹੜੀ ਗੜੀ, ਇੱਕ ਘੱਲੂਘਾਰਾ ਕੁਪਰਹੀੜਾ ਦੇ ਮੈਦਾਨ 'ਚ ਅਬਦਾਲੀ ਵੱਲੋਂ ਜਦੋਂ ਇੱਕੋ ਦਿਨ ਤਕਰੀਬਨ ਅੱਧੀ ਕੌਮ ਆਪਾਂ ਕਹਿ ਲਈਏ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਬੜਾ ਘਾਣ ਹੋਇਆ ਸਿੱਖੀ ਦਾ। ਕੁਪਰਹੀੜੇ ਦੇ ਮੈਦਾਨ ਵਿੱਚ ਤਕਰੀਬਨ 35,000 ਤੋਂ ਲੈ ਕੇ 50,000 ਤੱਕ ਸਿੱਖ ਸਿੱਖਣੀਆਂ, ਬਜ਼ੁਰਗ ਸਿੰਘ, ਨੌਜਵਾਨ ਬੱਚੇ, ਉਹਨਾਂ ਨੂੰ ਸ਼ਹੀਦ ਕੀਤਾ ਸੀ ਅਹਿਮਦ ਸ਼ਾਹ ਅਬਦਾਲੀ ਨੇ। ਉਹ ਵੱਡਾ ਘੱਲੂਘਾਰੇ ਬਹੁਤ ਹੋਏ ਸਿੱਖ ਪੰਥ ਦੇ ਅੰਦਰ। ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ, ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਇੱਕ ਘੱਲੂਘਾਰਾ ਹੋਇਆ 1984 ਵਿੱਚ, ਜਿਹਨੂੰ ਸਰਕਾਰ ਦੀ ਭਾਸ਼ਾ ਵਿੱਚ, ਸਰਕਾਰ ਦੀ ਡਾਇਰੀ ਦੇ ਵਿੱਚ, ਸਰਕਾਰ ਦੀਆਂ ਕਿਤਾਬਾਂ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਕਿਹਾ, ਪਰ ਕੌਮ ਲਈ ਇਹ ਵੀ ਇੱਕ ਵੱਡਾ ਘੱਲੂਘਾਰਾ ਸੀ। ਔਰ ਬਹੁਤ ਵੱਡੇ ਪੱਧਰ 'ਤੇ ਸਾਡੇ ਧਾਰਮਿਕ ਸਥਾਨਾਂ, ਸਾਡੇ ਸਿੱਖ ਨੌਜਵਾਨਾਂ, ਬਜ਼ੁਰਗ, ਮਾਵਾਂ, ਭੈਣਾਂ, ਨਿੱਕੇ ਨਿੱਕੇ ਬੱਚੇ ਕੁਝ ਦਿਨਾਂ ਦੇ ਸਾਡੀ ਹੀ ਫੌਜ ਨੇ ਹਮਲਾ ਕਰਕੇ ਸ਼ਹੀਦ ਕਰ ਦਿੱਤੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਸਰੋਵਰ ਲਹੂ ਦੇ ਨਾਲ ਗੱਚ ਹੋਇਆ ਸੀ, ਭਿੱਜਿਆ ਸੀ। ਉਸ ਅੰਮ੍ਰਿਤ ਸਰੋਵਰ ਦੇ ਵਿੱਚ ਲਹੂ ਜਿਹੜਾ ਸੀ ਉਹ ਸਾਫ਼ ਨਜ਼ਰ ਆ ਰਿਹਾ ਸੀ ਉਸ ਵਕਤ। ਜੋ ਅੰਮ੍ਰਿਤ ਸਰੋਵਰ ਹੈ, ਪਾਵਨ ਪਾਕ ਸਥਾਨ ਹੈ। ਅਣਗਿਣਤ ਹੋਰ ਗੁਰਦੁਆਰੇ ਸਾਹਿਬ, 38 ਤੋਂ ਵੱਧ ਗੁਰਧਾਮਾਂ ਦੇ ਉੱਪਰ ਭਾਰਤੀ ਫੌਜ ਵੱਲੋਂ ਹਮਲਾ ਕੀਤਾ। ਇਸੇ ਹੀ ਘੱਲੂਘਾਰੇ ਦੇ ਵਿਰੁੱਧ ਬਈ ਇਹ ਕਿਉਂ ਕੀਤਾ, ਫੌਜ ਦੇ ਅੰਦਰ ਬਗਾਵਤ ਹੋਈ। ਧਰਮੀ ਫੌਜੀ ਕਰਕੇ ਜਾਣੇ ਜਾਂਦੇ ਨੇ ਜੋ ਵੀਰ, ਜੋ ਬਜ਼ੁਰਗ ਸਾਡੇ, ਜਿਨ੍ਹਾਂ ਨੇ ਉਸ ਵਕਤ ਕੁਰਬਾਨੀ ਕੀਤੀ, ਫੌਜ ਦੇ ਵਿੱਚ ਬਗਾਵਤ ਕੀਤੀ। ਔਰ ਜਿੱਥੇ ਜਿੱਥੇ ਉਹ ਸਨ, ਜਿਸ ਰੈਜੀਮੈਂਟ ਵਿੱਚ, ਪਲਟਨ ਵਿੱਚ ਸਨ, ਉੱਥੋਂ ਹਥਿਆਰਾਂ ਦੇ ਨਾਲ ਹੀ ਉਹਨਾਂ ਨੇ ਫੌਜ 'ਚੋਂ ਬਗਾਵਤ ਕੀਤੀ ਤੇ ਬਾਹਰ ਉਹ ਸੜਕਾਂ ਵੱਲ ਤੁਰ ਪਏ। ਪੰਜਾਬ ਵੱਲ ਨੂੰ ਉਹਨਾਂ ਨੇ ਵਹੀਰਾਂ ਘੱਤੀਆਂ। ਉਹਨਾਂ ਵਿੱਚੋਂ ਬਹੁਤ ਸ਼ਹੀਦ ਵੀ ਹੋਏ ਸਾਡੇ ਫੌਜੀ ਜਿਹੜੇ ਸਨ, ਜਵਾਨ, ਸਾਡੇ ਵੀਰ ਸਿੱਖ।
ਨੌਜਵਾਨ ਬਜ਼ੁਰਗ ਵੀ, ਵੱਡੀ ਉਮਰ ਦੇ ਵੀ, ਔਰ ਉਹਨਾਂ ਦੇ ਵਿੱਚੋਂ ਬਹੁਤ ਗ੍ਰਿਫਤਾਰ ਵੀ ਹੋਏ। ਇੱਕ ਐਸੇ ਹੀ ਧਰਮੀ ਫੌਜੀ ਭਾਈ ਸੁਰੈਣ ਸਿੰਘ ਜੀ, ਸਰਦਾਰ ਸੁਰੈਣ ਸਿੰਘ ਜੀ, ਇਸ ਵਕਤ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਬਠਿੰਡੇ ਦੀ ਧਰਤੀ ਤੋਂ। ਇਹਨਾਂ ਦੀ ਬੜੀ ਕੁਰਬਾਨੀ ਉਸ ਵਕਤ ਇਹਨਾਂ ਨੇ ਵੀ ਜਿਹੜੀ ਬਗਾਵਤ ਕੀਤੀ ਸੀ ਫੌਜੀ ਜਵਾਨਾਂ ਨੇ, ਉਹਦੇ ਵਿੱਚ ਇਹ ਵੀ ਸ਼ਾਮਲ ਸਨ। ਉਸ ਪਲਟਨ ਦੇ ਵਿੱਚ ਕੀ ਕੁਝ ਹੋਇਆ, ਕੈਸਾ ਫੌਜ ਦਾ ਟੌਰਚਰ ਦਾ ਸਾਹਮਣਾ, ਤਸ਼ੱਦਦ ਦਾ ਸਾਹਮਣਾ ਭਾਈ ਸੁਰੈਣ ਸਿੰਘ ਜੀ ਹੋਰਾਂ ਨੂੰ ਕਰਨਾ ਪਿਆ। ਉਸ ਤੋਂ ਬਾਅਦ ਪਰਿਵਾਰ ਦੀ ਦਸ਼ਾ, ਪਰਿਵਾਰ ਦੀ ਜੋ ਦਸ਼ਾ ਸੀ ਉਹ ਕੀ ਸੀ, ਔਰ ਫਿਰ ਤਰਾਸਦੀ ਕੀ ਹੈ, ਆਓ ਸਭ ਜਾਣਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮੀ ਫੌਜੀ ਭਾਈ ਸੁਰੈਣ ਸਿੰਘ ਜੀ ਮੇਰੇ ਨਾਲ ਇਸ ਵਕਤ ਬੈਠੇ ਨੇ। ਬੜਾ ਫਖਰ ਹੈ ਸਾਨੂੰ ਚੈਨਲ ਗੁਰਬਾਣੀ ਅਖੰਡ ਬਾਣੀ ਨੂੰ ਕਿ ਇਹੋ ਜਿਹੀ ਸ਼ਖਸੀਅਤ ਦੀ ਅਸੀਂ ਅੱਜ ਇੰਟਰਵਿਊ ਕਰਨ ਪਹੁੰਚੇ ਹਾਂ। ਭਾਈ ਸਾਹਿਬ ਜੀ, ਜਦੋਂ 1984 ਦੇ ਵਿੱਚ ਇਹ ਘੱਲੂਘਾਰਾ ਵਾਪਰਦਾ, ਦਰਬਾਰ ਸਾਹਿਬ ਤੇ ਅਟੈਕ ਹੁੰਦਾ, ਤੁਹਾਡੀ ਰੈਜੀਮੈਂਟ ਕਿੱਥੇ ਸੀ? ਕਿਹੜੀ ਰੈਜੀਮੈਂਟ ਵਿੱਚ ਤੁਸੀਂ ਸੀ ਔਰ ਕਿੱਥੋਂ ਬਗਾਵਤ ਹੋਈ? ਮੇਰੀ ਰੈਜੀਮੈਂਟ ਤਾਂ 4-6 ਸੀ ਜੀ, ਪਰ ਉਸ ਟਾਈਮ ਅਸੀਂ ਰਾਮਗੜ੍ਹ, ਰਾਂਚੀ, ਕੈਂਟ, ਬਿਹਾਰ 'ਚ ਸਿੱਖ ਸੈਂਟਰ ਦੇ ਵਿੱਚ ਮੌਜੂਦ ਸੀ। ਉੱਥੋਂ ਅਸੀਂ ਬੈਰਕਾਂ ਛੱਡੀਆਂ 1984 'ਚ। ਉਸ ਟਾਈਮ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਆਇਆ ਸੀ BBC ਲੰਡਨ ਤੋਂ, BBC ਲੰਡਨ ਤੋਂ ਵੀ ਇਹ ਜਿਹੜੇ ਸਾਡੇ ਧਰਮੀ ਫੌਜੀ ਹੈ, ਜਿਹੜੇ ਸਿੱਖ ਫੌਜੀ ਹੈ, ਉਹ ਜਦੋਂ ਸਾਡੇ ਦਰਬਾਰ ਸਾਹਿਬ 'ਤੇ ਅਟੈਕ ਹੋ ਗਿਆ ਤਾਂ ਉੱਥੋਂ ਹਰਿਮੰਦਰ ਸਾਹਿਬ ਦੀ ਕੂਚ ਕਰਦੇ। ਉਹਨਾਂ ਦੇ ਬਿਆਨ ਤੋਂ ਪ੍ਰਭਾਵਿਤ ਹੋ ਕੇ ਤੇ ਉੱਥੋਂ ਸਾਰੇ ਵੱਖ ਥਾਵਾਂ ਤੋਂ ਫੌਜੀਆਂ ਨੇ ਬੈਰਕਾਂ ਛੱਡਤੀਆਂ। ਮਤਲਬ ਇਹ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਸੀ BBC ਦੇ ਵਿੱਚ। ਹਾਂਜੀ, ਇਹਦਾ ਐਵੀਡੈਂਸ ਵੀ ਤੁਸੀਂ ਕਹਿੰਦੇ ਵੀ ਹੈਗਾ ਸਾਡੇ ਕੋਲ? ਉਹ ਸਾਡੇ ਪ੍ਰਧਾਨ ਹੈ ਚੇਅਰਮੈਨ ਅਮਰੀਕ ਸਿੰਘ, ਉਹਨਾਂ ਦੇ ਕੋਲੇ ਹੈਗਾ ਜੀ। ਠੀਕ। ਉੱਥੋਂ ਫਿਰ ਬਗਾਵਤ ਹੁੰਦੀ ਹੈ? ਉੱਥੋਂ ਬਗਾਵਤ ਹੋ ਜਾਂਦੀ। ਜਦੋਂ BBC ਤੋਂ ਤੁਸੀਂ ਇਹ ਬਿਆਨ ਸੁਣਦੇ ਹੋ? ਹਾਂਜੀ। ਉਸ ਤੋਂ ਬਾਅਦ ਕੀ ਹੋਇਆ? ਇਹ ਸਭ ਤੋਂ ਪਹਿਲਾਂ 9 ਸਿੱਖ ਰੈਜੀਮੈਂਟ ਸੀ ਜਿਹੜੀ ਰਾਜਸਥਾਨ ਦੇ ਵਿੱਚ ਸੀ। 9 ਸਿੱਖ ਰੈਜੀਮੈਂਟ? ਹਾਂਜੀ, ਉਹਨਾਂ ਨੇ ਬੈਰਕਾਂ ਛੱਡੀਆਂ। ਉਸ ਤੋਂ ਬਾਅਦ ਸਿੱਖ ਸੈਂਟਰ ਨੇ 10 ਤਰੀਕ ਨੂੰ ਛੱਡੀਆਂ ਤੇ 11 ਤੇ 12 ਤਰੀਕ ਨੂੰ ਸਾਨੂੰ ਰਸਤੇ 'ਚ ਘੇਰਾ ਪੈ ਗਿਆ ਜੀ। ਕਿਹੜੀ ਜਗ੍ਹਾ? UP ਦੇ ਵਿੱਚ ਲਾਲਾਗੜ੍ਹ ਕਸਬਾ ਪੈਂਦਾ, ਉੱਥੇ। ਇਹ ਘੇਰਾ ਫਿਰ ਫੌਜ ਨੇ ਪਾਇਆ? ਫੌਜ ਨੇ ਪਾਇਆ ਜੀ। ਉੱਤੋਂ ਹੈਲੀਕਾਪਟਰ ਦੀ ਫਾਇਰਿੰਗ ਹੋਈ, ਗੱਡੀਆਂ ਦੇ ਟਾਇਰਾਂ 'ਚ ਫਾਇਰ ਮਾਰਤੇ, ਗੱਡੀਆਂ ਪਲਟ ਗਈਆਂ। ਫਿਰ ਉੱਥੋਂ ਕੁਛ ਵੱਖ-ਵੱਖ 3-4 ਗਰੁੱਪਾਂ 'ਚ ਉੱਥੋਂ ਅਸੀਂ ਵੰਡੇ ਗਏ। ਸਾਡਾ ਲਾਲਾਗੜ੍ਹ ਜਿਹੜੇ ਜਗ੍ਹਾ ਤੋਂ ਮੈਂ ਅਰੈਸਟ ਹੋਇਆ ਉੱਥੇ ਲਾਲਾਗੜ੍ਹ ਕਸਬਾ ਪੈਂਦਾ ਜੀ। ਉਹਦੇ ਵਿੱਚ ਸਤਨਾਮ ਸਿੰਘ ਇੱਕ ਸਿਪਾਹੀ ਸੀ। ਅੱਛਾ। ਸੀ ਉਹ ਸਿਪਾਹੀ, ਪਰ ਉਹਦਾ ਸੋਚ ਧਾਰਮਿਕ ਤੌਰ 'ਤੇ ਬਹੁਤ ਉੱਚੀ ਸੀ। ਅਤੇ ਜਦੋਂ ਉੱਥੋਂ ਚੱਲ ਪਏ, ਸਾਰਾ ਸਿੱਖ ਸੈਂਟਰ ਦੇ ਵਿੱਚੋਂ ਬਗਾਵਤ ਕਰਾਉਣ ਦਾ ਸਿਹਰਾ ਉਹਦੇ ਸਿਰ ਜਾਂਦਾ ਹੈ। ਉਸ ਤੋਂ ਬਾਅਦ ਇਹਦੇ ਇੱਕ ਦਿਨ ਆਰਾਮ ਦਾ ਫਰੀ ਇਸ਼ੂ ਹੁੰਦਾ ਹੈ ਫੌਜ ਦੇ ਵਿੱਚ, ਉਹਦਾ ਬਾਈਕਾਟ ਕਰਤਾ ਸਾਰੀ ਸੈਂਟਰ ਨੇ। ਸਿੱਖ ਅਫਸਰਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹਨਾਂ ਨੇ ਬਾਈਕਾਟ ਕਰਤਾ, ਇਹਨਾਂ ਦੇ ਦਿਲ 'ਚ ਕੀ ਰੋਸ ਆ। ਉਹਨਾਂ ਨੇ ਆਖਿਆ ਇਹ ਫੌਜ ਤਾਂ ਕੱਚੇ ਧਾਗੇ ਵੱਜੀ, ਇਹ ਕੀ ਕਰ ਸਕਦੇ ਆ। ਉਸ ਤੋਂ ਬਾਅਦ 10 ਤਰੀਕ ਨੂੰ ਐਤਵਾਰ ਦਾ ਦਿਨ ਸੀ। ਉਦੋਂ ਸਾਰੇ ਆਏ ਐਤਵਾਰ ਹੀ ਸਿੱਖ ਸੈਂਟਰ ਦੇ ਵਿੱਚ ਗੁਰਦੁਆਰੇ ਸਾਹਿਬ ਦੇ ਵਿੱਚ ਕੀਰਤਨ ਹੁੰਦਾ, ਅਰਦਾਸ ਹੁੰਦੀ ਹੈ। ਉੱਥੇ ਸਾਰੇ ਹੀ ਜਾਂਦੇ, ਰੂਟ ਵੀ ਅਤੇ ਜਿੰਨੇ ਪੁਰਾਣੇ ਸੋਲਜਰ ਆ ਸਾਰੇ ਉੱਥੇ ਜਾਂਦੇ ਆ। ਉੱਥੋਂ ਜਾ ਕੇ ਉੱਥੋਂ ਅਰਦਾਸ ਕਰਕੇ ਅਤੇ ਬਸ ਚਾਲੇ ਪਾਤੇ। ਮਨੈਂਸ਼ਨ ਡੈਮ 'ਤੇ ਜਾ ਵੜੇ। ਮਨੈਂਸ਼ਨ ਡੈਮ ਤੋਂ ਮਨੈਂਸ਼ਨ ਡੈਮ ਚੱਕ ਲਿਆ, ਅਸਲਾ ਚੱਕ ਲਿਆ, ਉਹ ਤੁਰ ਪਏ। ਜਦੋਂ ਮਨੈਂਸ਼ਨ ਡੈਮ 'ਤੇ ਗਏ, ਉੱਥੇ ਬ੍ਰਿਗੇਡੀਅਰ ਪੂਰੀ ਸੀ, ਉਹ ਉੱਥੇ ਆ ਗਿਆ। ਉਹ ਆਂਦਾ ਤੁਹਾਡਾ ਕਿੱਥੇ, ਤੁਹਾਡਾ ਪਿੰਡਰੀ ਆ। ਉਹ ਜਦੋਂ ਗਲਤ ਲਫ਼ਜ਼ ਬੋਲਣ ਲੱਗਿਆ, ਫਿਰ ਉੱਥੇ ਉਹਨੂੰ ਗੋਲੀ ਸ਼ੂਟਿੰਗ ਕਰਤੀ। ਜਾਣੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਹਾਂਜੀ ਵਿਰੁੱਧ ਅਪਸ਼ਬਦ ਬੋਲਦਾ ਸੀ, ਉਹਨਾਂ ਦੀ ਸ਼ਾਨ। ਹਾਂਜੀ, ਫਿਰ ਉਹਨੂੰ ਗੋਲੀ ਸ਼ੂਟਿੰਗ ਕਰਤੀ। ਉਹ ਮੌਕੇ 'ਤੇ ਮਾਰਿਆ ਗਿਆ। ਅੱਛਾ, ਮੌਕੇ 'ਤੇ ਮਾਰਿਆ ਗਿਆ? ਹਾਂ। ਇੱਕ ਕਰਨਲ ਚੀਮਾ ਸੀ, ਉਹ ਨਿਰੰਕਾਰੀ ਸੀ, ਉਹ ਬਚ ਗਿਆ। ਛੀਟ ਛੂਟ ਥੱਲੇ ਲੱਗ ਗਿਆ, ਉਹਦੇ ਮੋਢੇ 'ਚ ਵੱਜੀ। ਜਿਹੜਾ ਕਰਨਲ ਜਗਦੇਵ ਸਿੰਘ ਸੀ, ਉਹਨੂੰ ਕੋਈ ਗੱਲ ਦਾ ਪਤਾ ਨਹੀਂ ਸੀ। ਉਹ ਆਪਦੇ ਉੱਥੇ ਕੋਠੀ 'ਚ ਹੀ ਸੀਗਾ ਜੀ। ਉਸ ਤੋਂ ਬਗਾਵਤ ਹੋਣ ਤੋਂ ਬਾਅਦ ਉਹਦੇ ਬਾਅਦ ਸਾਨੂੰ ਫਿਰ 11 ਤੇ 12 ਤਰੀਕ ਦੇ ਵਿੱਚ ਅਸੀਂ ਅਰੈਸਟ ਕਰ ਲਏ। ਉਸ ਤੋਂ ਅਰੈਸਟ ਕਰਨ ਤੋਂ ਬਾਅਦ ਫਿਰ ਸਾਨੂੰ ਕੁਛ ਦਿਨ ਬੰਦ ਰੱਖਿਆ। ਉਸ ਤੋਂ ਬਾਅਦ ਫਿਰ ਸਾਡੀ ਪੁੱਛਗਿੱਛ ਸ਼ੁਰੂ ਹੋ ਗਈ। ਇੰਟਰੋਗੇਸ਼ਨ ਕੀਤਾ, ਅਲੱਗ-ਅਲੱਗ ਤਰ੍ਹਾਂ ਦਾ, ਬਹੁਤ ਕੁੱਟਿਆ ਜੀ। ਜਿਹੜਾ ਫੌਜ ਦਾ ਇੰਟਰੋਗੇਸ਼ਨ ਕਰਨ ਦਾ ਜਿਹੜਾ ਤਰੀਕਾ, ਕੀ ਪੁਲਿਸ ਦੇ ਤਰੀਕੇ ਨਾਲ ਵੱਖਰਾ ਹੁੰਦਾ? ਉਹ ਪੁਲਿਸ ਤਰੀਕੇ ਨਾਲ ਵੱਖਰਾ ਜੀ।
ਪੁਲਿਸ ਤਾਂ ਜਿਵੇਂ ਲੱਤਾਂ ਪਾੜਨ ਦੀ ਘੁੱਟ ਲਾਉਂਦੇ ਉਹ ਕੋਟੇ ਨੂੰ ਵੱਟ ਬੁੱਟ ਰਾਈਫਲਾਂ ਦੇ ਮਾਰਨੇ, ਉਹ ਡੰਡੇ ਡੁੰਡੇ ਮਾਰਨੇ, ਜਿਸਮਾਨੀ ਤੌਰ 'ਤੇ ਸਜ਼ਾ ਦੇਣੀ। ਜਿਵੇਂ ਸਵੀਮਿੰਗ ਪੁਲ ਸੀ ਉਹਦੇ ਵਿੱਚ ਥੋੜ੍ਹਾ ਥੋੜ੍ਹਾ ਪਾਣੀ ਠਲਤਾ, ਉਹਦੇ ਵਿੱਚ ਖੜਾ ਰੱਖਣਾ, ਸੌਣ ਨਾ ਦੇਣਾ ਪਾਣੀ ਦੇ ਵਿੱਚ ਵੀ ਨੀਂਦਰਾ ਉਹ ਧੁੱਪ ਵਿੱਚ ਡਿੱਗਣਗੇ। ਅਤੇ ਫਿਰ ਦੂਜਾ ਰੋਟੀ ਪਾਣੀ ਨਾ ਦੇਣਾ ਜੀ। ਇਸ ਤਰ੍ਹਾਂ ਦੇ 6 ਦਿੰਦੇ ਸੀ ਉੱਥੇ। ਉਸ ਤੋਂ ਬਾਅਦ ਇਹ ਲਗਾਤਾਰ 4-5 ਮਹੀਨੇ 6 ਮਹੀਨੇ ਚੱਲਿਆ ਕੰਮ। ਅਤੇ ਉਸ ਤੋਂ ਬਾਅਦ 1986 ਦੇ ਵਿੱਚ 85 ਦੇ ਵਿੱਚ ਫਿਰ ਸਾਨੂੰ ਇਹਨਾਂ ਨੇ ਕੋਰਟ ਮਾਸਟਰ ਬਾਤੇ ਸਾਡੇ। ਕੋਈ 5 ਗਰੁੱਪ ਦਾ 5 ਬੰਦਿਆਂ ਦਾ ਗਰੁੱਪ ਬਣਾ ਲਿਆ, ਕੁਛ 6 ਦਾ ਬਣਾ ਲਿਆ। ਉਹਦੇ ਫਿਰ ਸਾਡਾ ਕੋਰਟ ਚੱਲਿਆ ਜੀ, ਜਨਰਲ ਕੋਰਟ ਮਾਸਟਰ। ਉਹਦੇ ਵਿੱਚ 5 ਜੱਜ ਬਹਿੰਦੇ ਜੀ, ਇੱਕ ਸਰਦਾਰ ਸੀ, ਬਾਕੀ ਮੋਨੇ ਸੀ। ਸਾਨੂੰ ਇੱਕ ਸਰਕਾਰੀ ਤੌਰ 'ਤੇ ਫੌਜ ਵੱਲੋਂ ਵਕੀਲ ਮਿਲਿਆ ਸੀ, ਪਰ ਸਾਨੂੰ ਇੱਕ ਐਸੀ ਦੱਤ ਵਕੀਲ ਸੀ ਨਖਲਊ ਦਾ, ਜਬਲਪੁਰ ਦਾ ਮਸ਼ਹੂਰ, ਉਹ ਵਕੀਲ ਸ਼੍ਰੋਮਣੀ ਕਮੇਟੀ ਨੇ ਕਰਕੇ ਦਿੱਤਾ ਸੀ। ਅਤੇ ਉਹ ਸਾਡਾ ਕੇਸ ਲੜਿਆ ਉੱਥੇ। ਅਖੀਰਲੇ ਦਿਨ ਜਦੋਂ ਸਾਨੂੰ ਸਜ਼ਾਵਾਂ ਸੁਣਾਈਆਂ, ਉਦੋਂ ਫਿਰ ਸਾਨੂੰ 10-10 ਸਾਲ ਕੈਦ ਕਰਤੀ। ਪਰ ਉਹ ਤੋਂ ਪਹਿਲਾਂ ਜਦੋਂ ਬਿਆਨ ਹੋਏ, ਮੈਨੂੰ ਕਹਿੰਦੇ ਵੀ ਤੁਸੀਂ ਬਿਆਨ ਦਿਓ। ਮੇਰੇ ਲਿਖਤੀ ਤੌਰ 'ਤੇ ਬਿਆਨ ਤਾਂ ਵਕੀਲ ਨੇ ਲੈ ਲਏ, ਪਰ ਮੈਂ ਆਖਿਆ ਮੈਂ ਫਿਰ ਵੀ ਬੋਲਣਾ ਚਾਹੁੰਦਾ। ਅਤੇ ਉਹ ਮੈਨੂੰ ਜੱਸਾਂ ਦੀ ਬੋਲੋ, ਕੀ ਬੋਲਣਾ ਚਾਹੁੰਦਾ। ਮੈਂ ਤੁਸੀਂ ਸਰ ਕਹਿੰਦੇ ਹਾਂ ਵੀ ਅਸੀਂ ਚਾਈਨਾ ਦੇ ਨਾਲ ਵੀ ਲੜਾਈ ਲੜਨ ਨੂੰ ਹਿੰਦੁਸਤਾਨ ਤਿਆਰ ਹੈ, ਐਡੀ ਪਾਵਰ ਹੈ ਸਾਡੇ ਕੋਲੇ। ਪਾਕਿਸਤਾਨ ਨੂੰ ਅੱਖ ਦੇ ਚਮਟੇ ਨਾਲ ਖਾ ਜਾਂਗੇ ਅਸੀਂ। ਅਤੇ ਜੇਕਰ ਸੰਤ ਜਰਨੈਲ ਸਿੰਘ ਭਿੰਡਰਾਂ ਫਰਜ਼ ਕਰ ਲਓ ਤੁਸੀਂ ਇਹਨੇ ਵੀ ਗਲਤ ਸੀ, ਉਹ ਫਰਜ਼ ਕਰ ਲਓ ਗਲਤ ਸੀ, ਤਾਂ ਉਹਨੂੰ ਅਰੈਸਟ ਕਰਨਾ ਕੋਈ ਔਖਾ ਨਹੀਂ ਸੀ। ਸਾਡੇ ਜਿਹੜੇ ਧਾਰਮਿਕ ਸਥਾਨ ਸੀ ਇੰਨੇ ਵੱਡੇ ਜਿਹੜੇ ਬਰਬਾਦ ਕਰਤੇ, ਤੁਸੀਂ ਬਰਬਾਦ ਕਰਨ ਦੀ ਲੋੜ ਨਹੀਂ ਸੀ। ਉਹਨੂੰ ਹੋਰ ਢੰਗ ਤਰੀਕੇ ਵੀ ਸੀਗੇ, ਬਿਲਕੁਲ ਉਹਨਾਂ ਨਾਲ ਵੀ ਅਰੈਸਟ ਕੀਤਾ ਜਾ ਸਕਦਾ। ਬਿਲਕੁਲ ਸਾਡਾ ਦਰਬਾਰ ਸਾਹਿਬ ਦਾ ਫਿਰ ਸਾਡੇ ਸ਼ਹੀਦੀ ਗੁਰਪੁਰਬ ਵਾਲੇ ਦਿਨ ਤੁਸੀਂ ਅਟੈਕ ਕੀਤਾ ਜਾਣ ਬੁੱਝ ਕੇ ਵੀ ਉੱਥੇ ਸਾਰੀ ਸਿੱਖ ਕੌਮ ਇਕੱਠੀ ਕੀਤੀ ਹੋਊਗੀ ਅਤੇ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਜਾਵੇ। ਛੋਟੇ ਛੋਟੇ ਸਾਡੇ ਬੱਚੇ ਉੱਥੇ ਮਾਰਤੇ ਕੁਛ ਦਿਨਾਂ ਦੇ ਦੁੱਧ ਚੁੰਗਦੇ ਮਾਵਾਂ ਦੇ 5 ਦਿਨਾਂ 3 ਦਿਨਾਂ ਦੇ। ਅਤੇ ਸਾਡਾ ਜਿਹੜਾ ਅਕਾਲ ਤਖਤ ਸਾਡਾ ਸਿੱਖ ਕੌਮ ਦੇ ਇੱਕ ਸੁਪਰੀਮ ਹੈ, ਉਹਨੂੰ ਬੰਬ ਮਾਰ ਕੇ ਤਹਿਸ਼ ਨਹਿਸ਼ ਕਰਤਾ। ਇਸ ਰੋਸ਼ ਵਜੋਂ ਫਿਰ ਸਾਰੇ ਫੌਜੀ ਕਹਿੰਦੇ ਮਾਰ ਕੇ ਛੱਡੀਆਂ ਸੀ। ਪਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਦੋਂ ਆਰਮੀ ਦੇ ਵਿੱਚ ਭਰਤੀ ਹੋ ਕੇ ਆਉਂਦਾ ਹੈ, ਕੁਝ ਹਫ਼ਤਿਆਂ ਬਾਅਦ ਇਹਨੂੰ ਤੁਸੀਂ ਅੰਮ੍ਰਿਤ ਛਕਾਉਂਦੇ ਆ। ਉਹਨੇ ਕਬਰ ਕੱਸਾ ਕੀਤਾ ਹੁੰਦਾ, ਕਿਰਪਾਨ ਪਾਈ ਹੁੰਦੀ ਹੈ, ਸਾਰਾ ਕੁਛ ਸਿਸਟਮ, ਇੱਕ ਕਿੱਟ ਹੁੰਦੀ ਹੈ ਆਰਮੀ ਦੀ, ਉਹਦੇ ਵਿੱਚ ਹੁੰਦਾ। ਉਹ ਚਕਾ ਕੇ ਉਦੋਂ ਬਾਅਦ ਤੁਸੀਂ ਨਾਰਾਜ਼ਗੀ ਕਰਦੇ ਆ ਸਾਡੇ ਧਰਮ ਦੀ, ਉਹ ਤੁਸੀਂ ਲੁਆ ਕੇ ਫਿਰ ਕਿੱਟ 'ਚ ਰਖਾ ਲੈਂਦੇ। ਪਰ ਜਦੋਂ ਤੁਸੀਂ ਸਾਰੀ ਟ੍ਰੇਨਿੰਗ ਸਾਲ ਦੀ ਸਵਾ ਸਾਲ ਦੀ ਖਤਮ ਹੋ ਜਾਂਦੀ ਹੈ, ਸਭ ਤੋਂ ਪਹਿਲਾਂ ਸਾਡਾ ਗੁਰੂ ਗ੍ਰੰਥ ਸਾਹਿਬ ਆਉਂਦਾ, ਉਹਨੂੰ ਅਸੀਂ ਸਲਾਮੀ ਦੇ ਕੇ ਰਾਈਫਲਾਂ ਦੇ ਸਿਰ ਝੁਕਾਉਂਦੇ ਹਾਂ। ਬਿਲਕੁਲ। ਉਸ ਤੋਂ ਬਾਅਦ ਤੁਹਾਡਾ ਤਿਰੰਗਾ ਆਉਂਦਾ, ਹਿੰਦੁਸਤਾਨ ਦਾ, ਦੇਸ਼ ਦਾ ਤਿਰੰਗਾ ਬਾਅਦ 'ਚ। ਹਾਂ, ਪਹਿਲੀ ਗੱਲ ਤਾਂ ਆਪਣੇ ਲੋਕ ਕਹੀ ਜਾਂਦੇ ਹਿੰਦੁਸਤਾਨ ਹੈ ਹੀ ਨਹੀਂ ਹੈ ਇਸ ਦੇਸ਼ ਦਾ ਨਾਂ। ਇਸ ਦੇਸ਼ ਦਾ ਨਾਂ ਇੰਡੀਆ ਜਾਂ ਭਾਰਤ ਹੈ ਸੰਵਿਧਾਨ ਦੇ ਵਿੱਚ। ਇਹ ਅਸੀਂ ਆਪ ਹੀ ਉਹਨਾਂ ਲੋਕਾਂ ਦੇ ਮੂੰਹ 'ਚ ਪਾਈ ਜਾਂਦੇ ਹਾਂ ਇੰਡੀਆ, ਹਿੰਦੁਸਤਾਨ ਸਾਨੂੰ ਕਦੇ ਵੀ ਨਹੀਂ ਕਹਿਣਾ ਚਾਹੀਦਾ ਕਿ ਅਸੀਂ ਭਾਰਤ ਦੇ ਜਾਂ ਇੰਡੀਆ। ਮਤਲਬ ਸੰਵਿਧਾਨ ਦੇ ਵਿੱਚ ਜਿਹੜਾ ਇਹ ਨਾਮ ਹੈ ਹੀ ਨਹੀਂ। ਹਿੰਦੂ ਧਰਮ ਦਾ ਨਾਂ ਹੀ ਨਹੀਂ ਹੈ। ਕਿਲਾ ਭਾਰਤ ਤੇ ਆਜ਼ਾਦੀ ਜਦੋਂ ਹੋਈ ਹੈ, ਭਾਰਤ ਦੇ ਨਾਂ 'ਤੇ ਆਜ਼ਾਦ ਹੋਇਆ, ਇੰਡੀਆ ਦੇ ਨਾਂ 'ਤੇ, ਹਿੰਦੁਸਤਾਨ ਦੇ ਨਾਂ 'ਤੇ ਆਜ਼ਾਦ ਨਹੀਂ ਹੋਇਆ ਜੀ। ਪਰ ਬਦਕਿਸਮਤੀ ਸਾਡੇ ਉਸ ਸਮੇਂ ਦੇ ਲੀਡਰਾਂ ਦੀ ਵੀ, ਉਹ ਮਹਾਤਮਾ ਗਾਂਧੀ ਦੇ ਮਗਰ ਲੱਗ ਕੇ ਸਾਨੂੰ ਚਲੇ ਗਏ। ਸਾਨੂੰ ਉਦੋਂ ਹੀ ਅੰਗਰੇਜ਼ ਵੱਖਰਾ ਦੇਸ਼ ਦਿੰਦੇ ਸੀ, ਕਿਤੇ ਅਸੀਂ ਲਿਆ ਹੁੰਦਾ ਤਾਂ ਅੱਜ ਸਾਡੀ ਕੌਮ ਕਿੱਥੇ ਦੀ ਕਿੱਥੇ ਹੁੰਦੀ। ਇਹ ਪਾਕਿਸਤਾਨ ਨੇ ਆਪਦਾ ਪਾਕਿਸਤਾਨ ਲੈ ਲਿਆ, ਦੇਖੋ ਜੀ ਉਹਨਾਂ ਦੀ ਆਪਦੀ ਯਾਦ ਕੌਮ ਆ ਉੱਥੇ। ਅਸੀਂ ਅੱਜ ਫੇਰ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ ਭਾਰਤ ਨੂੰ, ਅੱਜ ਉਹ ਫੇਰ ਉਦੋਂ ਤੋਂ ਲੈ ਕੇ ਅੱਜ ਤੱਕ ਗੁਲਾਮ ਹੈ। ਬਿਲਕੁਲ। ਉਹਨਾਂ ਨੂੰ ਕੋਈ ਸਹੂਲਤ ਨਹੀਂ, ਕੋਈ ਫੈਸਿਲਿਟੀ ਨਹੀਂ, ਕੋਈ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਖਿਆਲ ਨਹੀਂ, ਕੋਈ ਉਹਨਾਂ ਦੇ ਧਾਰਮਿਕ ਤੌਰ 'ਤੇ ਉਹਨਾਂ ਨੂੰ ਆਜ਼ਾਦੀ ਨਹੀਂ ਦਿੱਤੀ ਜਾਂਦੀ। ਪਹਿਲੀ ਗੱਲ ਤਾਂ ਸਾਨੂੰ ਵੱਖਰੀ ਕੌਮ ਮੰਨਣ ਨੂੰ ਤਿਆਰ ਨਹੀਂ ਇਹ ਲੋਕ, ਜਦੋਂ ਕਿ ਸਾਡੀ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਤੋਂ ਹੀ ਕਹਿਤਾ, ਨਾ ਮੈਂ ਮੁਸਲਮਾਨ ਨਾ ਮੈਂ ਹਿੰਦੂ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹਾ ਰਾਮ ਕੇ ਪਿੰਡ ਪ੍ਰਾਨ, ਭਗਤ ਕਬੀਰ ਜੀ। ਹਾਂਜੀ, ਵੀ ਅਸੀਂ ਤਾਂ ਇੱਕ ਨਰਾਲਾ ਹੀ ਹੈ, ਕਾਲ ਪੁਰਖ ਨੇ ਸਾਨੂੰ ਭੇਜਿਆ ਅਤੇ ਸਾਫ਼ ਸੂਰਤ ਹੈ। ਜਿਹੜਾ ਕੋਈ ਕਹਿੰਦਾ ਮੁਸਲਮਾਨ ਹੈ, ਕੋਈ ਕਹਿੰਦਾ ਹਿੰਦੂ ਹੈ, ਇਹ ਸਾਰੇ ਬਾਅਦ 'ਚ ਬਣਦੇ ਹੈ ਆਪਣੇ ਆਪ। ਬਿਲਕੁਲ। ਪਹਿਲਾਂ ਜੇ ਮੁਸਲਮਾਨ ਵੀ ਬਣਾਉਂਦਾ ਤਾਂ ਉਹਦੀ ਸੁਨਤ ਕੀਤੀ ਜਾਂਦੀ ਹੈ, ਫਿਰ ਮੁਸਲਮਾਨ ਬਣੂਗਾ। ਜੇ ਹਿੰਦੂ ਹੈ ਤਾਂ ਸਿਰ ਵਾਲ ਕੱਟਦੇ, ਘੋਟਾਂ ਕਰਦੇ, ਬੋਦੀ ਰੱਖਦੇ, ਹਿੰਦੂ ਬਣ ਜਾਂਦੇ ਆਪਦੇ ਆਪ 'ਚ। ਬਿਲਕੁਲ। ਹਿੰਦੂ ਹੈ ਹੀ ਨਹੀਂ। ਜਦੋਂ ਮਾਂ ਦੇ ਪੇਟ ਦੇ ਵਿੱਚੋਂ ਬੰਦਾ ਜਨਮ ਲੈਂਦਾ ਹੈ, ਉਹ ਇੱਕ ਸਿੱਖੀ ਰੂਪ 'ਚ ਹੀ ਆਉਂਦਾ। ਉਹਦੇ ਰੋਮ ਨਾ ਕੱਟੋ, ਸਿੱਖੀ ਹੈ। ਜਦੋਂ ਆਪਾਂ ਰੋਮ ਕੱਟਾਂਗੇ, ਦਾੜੀ ਸ਼ੇਪ ਕਰ ਲਓ, ਕੁਛ ਕਰ ਲਓ, ਉਦੋਂ ਤਾਂ ਆਪਾਂ ਕੁਛ ਵੀ ਬਣ ਜਾਓ। ਬਿਲਕੁਲ। ਚਾਹੇ ਸਾਈ ਬਣ ਜਾਓ, ਚਾਹੇ ਕੁਛ ਵੀ ਬਣ ਜਾਓ। ਬਾਕੀ ਬਦਕਿਸਮਤੀ ਹੈ, ਸਾਡੇ ਪੰਜਾਬ ਦੇ ਵਿੱਚ ਤਾਂ ਸਾਡੇ ਡੇਰੇ ਨਹੀਂ ਮਾਰ ਲਏ ਜੀ ਸਾਨੂੰ।
ਬਿਲਕੁਲ ਡੇਰਾਵਾਦ ਹੀ ਬਹੁਤ ਜ਼ਿਆਦਾ ਹੋ ਗਿਆ। ਅਸਲ ਬੇੜਾ ਗਰਕ ਹੀ ਕੀਤਾ ਪਖੰਡੀ ਸਾਧਾਂ ਦੇ ਡੇਰਿਆਂ ਨੇ, ਹਾਂਜੀ ਜਿਹੜੇ ਪਖੰਡੀ ਬਾਬੇ ਨੇ। ਹਾਂਜੀ। ਬਾਕੀ ਉਸ ਤੋਂ ਅੱਗੇ ਆ ਗਏ ਜਿਹੜੇ ਸਾਡੇ ਧਾਰਮਿਕ ਪ੍ਰਚਾਰਕ, ਉਹ ਉਹਨਾਂ ਨੇ ਵੀ ਇੱਕ ਆਪਣੀ ਦੁਕਾਨਦਾਰੀ ਬਣਾ ਲਈ। ਬਿਲਕੁਲ। ਜੇ ਫਰਜ਼ ਕਰ ਲਓ ਸਾਡੇ ਇੰਨੇ ਗੁਰੂ ਸਾਹਿਬ ਦੇ ਧਾਰਮਿਕ ਸਥਾਨ ਹੈ, ਅਸੀਂ ਉਹਨਾਂ ਦੇ ਮੱਦੇ ਨਜ਼ਰ ਰੱਖ ਕੇ ਉਹਨਾਂ ਨੂੰ ਮਸਤਕ ਹੋ ਕੇ ਨਹੀਂ ਸਿੱਖੀ ਦਾ ਪ੍ਰਚਾਰ ਕਰ ਸਕਦੇ, ਤੇ ਵੱਖਰੇ ਵੱਖਰੇ ਥਾਂ ਤੇ ਆਪਦੇ ਡੇਰੇ ਬਣਾ ਕੇ, ਆਪਦਾ ਗੁਰਦੁਆਰਾ ਬਣਾ ਕੇ, ਆਪਦਾ ਸਥਾਨ ਬਣਾ ਕੇ, ਆਪਦਾ ਨਾਂ ਦੇ ਕੇ ਉਹਨੂੰ ਨਾਂ ਨੂੰ ਸੋਭਤ ਕਰਨਾ, ਉਹ ਇੱਕ ਸਿੱਖੀ ਪਰੰਪਰਾ ਦੇ ਹਿਸਾਬ ਨਾਲ ਮੈਨੂੰ ਗਲਤ ਲੱਗਦਾ ਹੈ। ਜਾਣੀ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਸਿੱਖੀ ਨੂੰ ਅਗਰ ਘੁਣ ਲਾਇਆ ਤਾਂ ਆ ਡੇਰਾਵਾਦ ਪਖੰਡੀ ਬਾਬਿਆਂ ਨੇ ਤੇ ਜਿਹੜੇ ਸਾਡੇ ਸਿੱਖ ਪ੍ਰਚਾਰਕ ਹੈ ਉਹਨਾਂ ਨੇ ਵੀ ਕੁਛ ਬੰਦਿਆਂ ਨੇ ਸਾਨੂੰ ਢਾਹ ਲਾਈ ਹੈ। ਬਿਲਕੁਲ। ਜਿਵੇਂ ਟੰਟਰੀਆਂ ਵਾਲਾ ਹੋ ਗਿਆ ਜੀ, ਫਿਰ ਆਪਣਾ ਦਾਦੂਵਾਲ ਹੋ ਗਿਆ ਜੀ। ਦਾਦੂਵਾਲ ਦੀ ਹਿਸਟਰੀ ਨੂੰ ਸਾਰੇ ਨੂੰ ਫਰੋਲ ਹੈ, ਜੇ ਇਨਕੁਆਇਰੀ ਕੀਤੀ ਜਾਵੇ ਤਾਂ ਪਹਿਲਾਂ ਇਹਦੇ ਕੋਲ ਕੀ ਸੀ? ਬਲਜੀਤ ਸਿੰਘ ਦਾਦੂ ਕੋਲ ਇਸ ਟਾਈਮ ਉਹਦੇ ਕੋਲ ਕਿੰਨਾ ਕੁਛ ਹੈ। 10-10 ਲੱਖ ਵਾਲੀਆਂ ਗੱਡੀਆਂ ਰੱਖਦਾ ਜੀ। ਕਿਸੇ ਦਾ ਫੋਨ ਚੱਕਦਾ, ਮੈਂ ਉਹਦੀਆਂ ਇੰਟਰਵਿਊ ਸੁਣੀਆਂ। ਇਹ ਜਿਹੜਾ ਸੰਤ ਹੈ, ਸਿੱਖੀ ਦਾ ਪ੍ਰਚਾਰਕ ਹੈ, ਉਹਨੂੰ ਤਾਂ ਬਹੁਤ ਜ਼ਿਆਦਾ ਸੂਝ ਤੇ ਨਿਮਰਤਾ ਤੇ ਪਿਆਰ ਵਾਲਾ ਹੋਣਾ ਚਾਹੀਦਾ। ਉਹ ਤਾਂ ਵਿੱਚ ਗਾਲਾਂ ਦੇ ਲਫ਼ਜ਼ ਵੀ ਬੋਲ ਦਿੰਦਾ ਜੀ ਬਲਜੀਤ ਸਿੰਘ ਦਾਦੂਵਾਲ। ਹਾਂਜੀ। ਅੱਛਾ, ਤੁਹਾਡੇ ਨਾਲ ਹੋਇਆ ਕਦੇ? ਨਹੀਂ, ਮੇਰੇ ਨਾਲ ਨਹੀਂ। ਮੈਂ ਇੰਟਰਵਿਊ ਸੁਣੀਆਂ ਉਹਦੀਆਂ ਕਿਸੇ ਦੀਆਂ ਨਾ ਹੁੰਦੀਆਂ, ਉਹਨੂੰ ਆਪ ਸ਼ਬਦ ਵੀ ਬੋਲੇ ਇਸ ਬੰਦੇ। ਤੇ ਇੱਕ ਆਪਾਂ ਸਿੱਖੀ ਨੂੰ ਲਹਿਰ ਨੂੰ, ਆਪਦੇ ਕੌਮ ਨੂੰ ਇਹੋ ਜਿਹਾ ਸੋਹਣਾ ਢੰਗ ਨਾਲ ਦੁਨੀਆ ਦੇ ਵਿੱਚ ਪ੍ਰਫੁੱਲਤ ਕਰਨ ਵਾਸਤੇ ਵੀ ਸਾਡੀ ਕੌਮ ਇਹੋ ਜਿਹੀ ਹੈ, ਤੇ ਉਹਦੇ ਵਿੱਚ ਆਪਣਾ ਪ੍ਰਚਾਰਕ ਹੀ ਜੇ ਗਲਤ ਲਫ਼ਜ਼ ਬੋਲਦਾ ਹੈ ਤਾਂ ਫਿਰ ਉਹ ਸਾਨੂੰ ਲੋਕ ਕੀ ਟਿੱਪਣੀਆਂ ਕਰਨਗੇ ਸਾਡੇ। ਸਰਬੱਤ ਖਾਲਸਾ ਤਾਂ ਉਹਨੂੰ ਜਥੇਦਾਰ ਵੀ ਥਾਪਤਾ ਤਖਤ ਸਾਹਿਬ ਦਾ। ਇਹ ਸਰਬੱਤ ਖਾਲਸੇ ਦੇ ਵਿੱਚ ਵੀ ਜੀ ਗਲਤੀ ਕੀਤੀ ਹੈ ਇਹਨਾਂ ਨੇ, ਬਹੁਤ ਗਲਤੀਆਂ ਕੀਤੀਆਂ। ਸਰਬੱਤ ਖਾਲਸੇ ਦੇ ਵਿੱਚ ਜਿਵੇਂ ਸਰਬੱਤ ਖਾਲਸਾ ਥਾਪਣਾ ਸੀ ਤਾਂ ਪਹਿਲਾਂ ਉਹਦੀ ਘੋਖ ਕਰਨੀ ਚਾਹੀਦੀ ਸੀ ਥੋੜ੍ਹੀ ਬਹੁਤੀ, ਵੀ ਕਿਹੜੇ ਬੰਦੇ ਸਾਡੇ ਸਟੈਂਡ 'ਤੇ ਖੜਨ ਵਾਲੇ ਆ, ਇਹਨਾਂ ਦਾ ਕੀ ਪਿਛੋਕੜ ਹੈ। ਫਿਰ ਜਾ ਕੇ ਚਲੋ ਧਿਆਨ ਸਿੰਘ ਮੰਡ ਸੀ, ਉਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ, 4-5 ਜੀ ਉਹਨਾਂ ਦੀ ਸ਼ਹੀਦ ਹੈ। ਤੇ ਆਪਣਾ ਜਥੇਦਾਰ ਲੋਹਾਰਾ ਸਾਹਿਬ, ਉਹਨਾਂ ਦੀ ਬਹੁਤ ਕੁਰਬਾਨੀ, ਉਹ ਇਸ ਟਾਈਮ ਜੇਲ੍ਹ 'ਚ ਹੈ। ਉਹਨੇ ਸਿੱਖ ਕੌਮ ਦੀ ਨਸਲ ਕੁਸ਼ਲੀ ਕਰ ਦਿੱਤਾ ਸੀ। ਬੇਅੰਤ ਸਿੰਘ ਉਹ ਕੌਮ ਦੇ ਸਿਰ ਤੋਂ ਜ਼ਾਲਮ ਨੂੰ ਲਾਇਆ, ਤੇ ਉਹ ਇੱਕ ਕਾਬਲ ਵੀ ਹੈ। ਤੇ ਪਰ ਇਹ ਥੋੜ੍ਹੀ ਜਿਹੀ ਕੋ ਕਰਨੀ, ਵੇਖੋ ਥੋੜ੍ਹਾ ਚਿਰ ਬਾਅਦ ਬਣਨ ਤੋਂ ਬਾਅਦ ਹੀ ਇਹ ਆਪਸ ਵਿੱਚ ਹੀ ਫਟ ਗਈ। ਤੁਸੀਂ ਧਿਆਨ ਸਿੰਘ ਮੰਡ ਦੀ ਗੱਲ ਕੀਤੀ ਵੀ ਉਹਨਾਂ ਦੀ ਬੜੀ ਕੁਰਬਾਨੀ ਹੈ, ਵੀ ਉਹਨਾਂ ਦੇ 5-6 ਤੁਸੀਂ ਸ਼ਹੀਦ ਹੋਏ ਨੇ। ਹਾਂਜੀ। ਪਰ ਜਿਹੜਾ ਬਰਗਾੜੀ ਮੋਰਚਾ ਸੀ ਉਹ ਫੇਲ ਕਿਵੇਂ ਹੋਇਆ? ਕਿਹਦੇ ਰਾਹੀਂ ਹੋਇਆ? ਉਹ ਕੌਣ ਸੀ? ਆਗੂ ਤਾਂ ਇਹੀ ਸੀ, ਧਿਆਨ ਸਿੰਘ ਮੰਡ ਸੀ, ਬਲਜੀਤ ਸਿੰਘ ਦਾ ਧਿਆਨ ਮੰਡ ਤੇ ਸਦੇ। ਪਰ ਉੱਥੇ ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਜਿੰਨੀਆਂ ਸਰਕਾਰ ਨਾਲ ਮੀਟਿੰਗਾਂ ਹੋਈਆਂ, ਜਿੰਨੀ ਕੁ ਮੇਰੀ ਨੌਲੇਜ 'ਚ ਹੈ, ਤੇ ਜਾਂ ਦਾਦੂਵਾਲ, ਇਹਨਾਂ ਨੇ ਜ਼ਿਆਦਾ ਉੱਥੇ ਜਾ ਕੇ ਗੱਲਬਾਤ ਕੀਤੀ ਹੈ। ਧਿਆਨ ਮੰਡ ਬਹੁਤ ਗਿਆ, ਘਟ ਗਿਆ। ਅੱਛਾ। ਇੱਥੇ ਆਇਆ ਇਹਨਾਂ ਗੱਲਬਾਤ ਹੋਈ, ਵੱਖਰੀ ਗੱਲ, ਪਰ ਉਹ ਚੱਲਦੀ ਰਹੀ। ਪਰ ਜਦੋਂ ਇਹਨਾਂ ਨੇ ਮੋਰਚਾ ਖਤਮ ਕੀਤਾ, ਪਹਿਲਾਂ ਅਸੀਂ ਧਰਮੀ ਫੌਜੀ ਵੀ ਇੱਕ ਵਾਰੀ ਆਏ ਸੀ ਸਾਰੇ ਇਕੱਠੇ ਹੋ ਕੇ ਇੱਥੇ ਮੋਰਚੇ ਦੇ ਵਿੱਚ ਉਹਨੂੰ ਮਦਦ ਦੇਣ ਵਾਸਤੇ ਵੀ ਅਸੀਂ ਤੁਹਾਡੇ ਨਾਲ ਹਾਂ। ਔਰ ਉਸ ਤੋਂ ਬਾਅਦ ਜਦੋਂ ਮੋਰਚਾ ਚੱਕਣਾ ਮੈਨੂੰ ਪਤਾ ਲੱਗਾ ਤਾਂ ਮੈਂ 2 ਦਿਨ ਪਹਿਲਾਂ ਧਿਆਨ ਸਿੰਘ ਮੰਡ ਕੋਲ ਗਿਆ ਸੀ। ਅੱਛਾ, ਮੋਰਚਾ ਜਦੋਂ ਇਹਨਾਂ ਨੇ ਬਰਗਾੜੀ ਤੋਂ ਚੱਕਿਆ, ਮੈਂ ਉਹਨੂੰ ਧਿਆਨ ਸਿੰਘ ਮੰਡ ਨੂੰ ਬਾਅਦ ਘੱਟੋ ਘੱਟ 3 ਮਿੰਟ ਬੇਨਤੀ ਕੀਤੀ ਵੀ ਤੁਸੀਂ ਠੀਕ ਹੈ, ਉਹਨਾਂ ਨੇ ਮੰਗਾਂ ਕਹੀ ਵੀ ਤੁਹਾਡੀਆਂ ਅਸੀਂ ਇੰਨੀਆਂ ਮੰਨ ਲਈਆਂ, ਤੁਸੀਂ ਕਹੋ ਜੀ ਠੀਕ ਹੈ, ਤੁਸੀਂ ਸਾਡੀਆਂ ਮੰਗਾਂ ਪੂਰੀਆਂ ਕਰ ਦਿਓ, ਅਸੀਂ ਮੋਰਚਾ ਸਮਾਪਤ ਕਰ ਦਿਆਂਗੇ। ਪਰ ਮੋਰਚੇ ਨੂੰ ਇੱਥੋਂ ਚੱਕਿਓ ਨਾ, ਮੋਰਚੇ ਦੀ ਸਮਾਪਤੀ ਨਾ ਕਰਿਓ ਤੁਸੀਂ। ਜੇ ਤੁਸੀਂ ਵੀ ਅਗਲਾ ਪੜਾਅ ਅਸੀਂ ਹੋਰ ਬਣਾ ਲਾਂਗੇ, ਅਗਲਾ ਪੜਾਅ ਤੁਹਾਡਾ ਕੋਈ ਨਹੀਂ ਬਣਨਾ। ਜੇ ਇਹ ਪੜਾਅ ਤੁਹਾਡਾ ਖਤਮ ਹੋ ਗਿਆ, ਅੱਗੇ 0 ਹੈ। ਇੱਕ ਵਾਰ ਜਦੋਂ ਸਰਕਾਰ ਫਿਰ ਹਿਲਾਉਂਦੀ ਹੈ, ਮੋਰਚਾ ਚੁੱਕ ਲਿਆ ਜਾਂਦਾ, ਫਿਰ ਉਦੋਂ ਬਾਅਦ ਤਾਂ ਗੱਲ ਖਤਮ ਹੋ ਜਾਂਦੀ ਹੈ। ਤੇ ਉਹੀ ਮੈਂ ਹੁਣ ਵੀ ਉਹਨਾਂ ਨੂੰ ਧਿਆਨ ਸਿੰਘ ਮੰਡ ਕਹਿਣਾ ਹੈ ਵੀ ਦੇਖੋ ਆਪਾਂ ਮੋਰਚਾ ਚੱਕਿਆ ਤੇ ਉਹ ਮੰਡੀ ਦੇ ਕੀ ਬਣਾਤਾ, ਕਿਲਾ ਬਣਾਤਾ ਉਹਨੂੰ। 4 ਚਪੇਰੇ ਗਲਾਸ ਲਾ ਕੇ ਉੱਥੇ ਤਾਰ ਦੀ ਬਾਉਂਡਰੀ ਕਰਤੀ, ਉੱਥੇ ਪੁਲਿਸ ਬਾਤੀ, ਉਹਦਾ ਕੀ ਫਾਇਦਾ ਨਿਕਲਿਆ? ਕੋਈ ਫਾਇਦਾ ਕੁਛ ਨਹੀਂ ਨਿਕਲਿਆ। ਹੁਣ ਅੱਜ ਫੇਰ ਉੱਥੇ ਉਹ ਮੋਰਚਾ ਲਾਈ ਬੈਠੇ ਹੈ, ਸਿਮਰਜੀਤ ਮਾਨ ਨੇ ਲਵਾਇਆ ਤੇ ਨਾਲ ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਜਾਂਦਾ, ਤੇ ਉਹ 5 ਬੰਦੇ ਦੁਬਾਰਾ ਲਾਉਣ ਦੀ ਜ਼ਰੂਰਤ ਹੀ ਕਿਉਂ ਪਈ? ਤੁਸੀਂ ਪਹਿਲਾਂ ਹੀ ਕਿਉਂ ਚੱਕਿਆ? ਚੱਕਣੇ ਨਹੀਂ ਚਾਹੀਦਾ ਬਰਗਾੜੀ ਮੋਰਚਾ। ਪਰ ਹੁਣ ਵੀ ਜੇ 5 ਲਾਇਆ ਤਾਂ ਉਹ 5 ਬੰਦਿਆਂ ਦੀ ਕਿੰਨਿਆਂ ਦੀ ਜੇਲ੍ਹ 'ਚ ਰਿਸ਼ਤਾ ਅਜ ਤੱਕ? ਸੁਬਾਹ ਰੈਸਟ ਕਰਦੇ ਆ, ਸ਼ਾਮ ਨੂੰ ਰਿਹਾ ਕਰ ਦਿੰਦੇ ਆ। ਕੀ ਉਹ ਮੋਰਚਾ ਕੀ ਦਿਸ਼ਾ ਇਸ ਮੋਰਚੇ ਦੀ? ਜਾਂ ਤਾਂ ਜੇਲ੍ਹਾਂ ਪਰ ਅੰਦੋਲਨ ਹੁੰਦਾ, ਪਬਲਿਕ ਹੋਰ ਜ਼ਿਆਦਾ ਉੱਠਦੀ, ਫਿਰ ਤਾਂ ਇਹ ਮੋਰਚਾ ਸ਼ੁਰੂ ਦੁਬਾਰਾ ਕਰਨ ਦਾ ਫਾਇਦਾ ਸੀ। ਪਰ ਇਹਦਾ ਫਾਇਦਾ ਕੀ ਹੋਇਆ? ਮੈਂ ਇਸ ਬਰਗਾੜੀ ਮੋਰਚੇ ਵੱਲ ਔਰ ਬਲਜੀਤ ਸਿੰਘ ਦਾਦੂਵਾਲ ਔਰ ਧਿਆਨ ਸਿੰਘ ਮੰਡ ਉਹਨਾਂ ਵੱਲ ਮੈਂ ਬਾਅਦ ਦੇ ਵਿੱਚ ਤੁਹਾਡੇ ਨਾਲ ਇਹਦੇ 'ਤੇ ਵਿਚਾਰ ਕਰਨੀ ਆ। ਜਿਹੜਾ ਮੈਂ ਸ਼ੁਰੂਆਤ ਕੀਤੀ ਜੋ ਮੈਂ ਧਰਮੀ ਫੌਜੀ ਭਾਈ ਸੁਰੈਣ ਸਿੰਘ ਜੀ ਤੋਂ, ਮੈਂ ਉੱਥੇ ਆਉਣਾ ਚਾਹੁੰਦਾ। ਉਸ ਤੋਂ ਬਾਅਦ ਜਦੋਂ
ਤੁਹਾਡਾ ਕੋਰਟ ਮਾਰਸ਼ਲ ਹੁੰਦਾ ਫਿਰ 10 ਸਾਲ ਸਾਨੂੰ ਕੈਦ ਕਰਤੀ। ਫਿਰ 10 ਸਾਲ 10 ਸਾਲ ਸਜ਼ਾ ਸੁਣਾਤੀ। ਜਿਹਨੇ ਅਲੱਗ-ਅਲੱਗ ਸਜ਼ਾਵਾਂ ਸੀਗੀਆਂ 3 ਮਹੀਨਿਆਂ ਤੋਂ ਲੈ ਕੇ ਸਾਲ ਤੱਕ, 2 ਸਾਲ ਤੱਕ, 5 ਸਾਲ ਤੱਕ, ਅਖੀਰ 20 ਸਾਲ ਤੱਕ। 2-3 ਬੰਦਿਆਂ ਨੂੰ 20 ਸਾਲ ਕਰ 20 ਸਾਲ 20 ਸਾਲ ਹੋਈ ਹੈ। ਬਾਕੀ ਆਮ ਕਿਸੇ ਨੂੰ 14 ਸਾਲ, ਕਿਸੇ ਨੂੰ 10 ਸਾਲ, ਕਿਸੇ ਨੂੰ 12 ਸਾਲ, ਕਿਸੇ ਨੂੰ 8 ਸਾਲ, ਕਿਸੇ ਨੂੰ 7 ਸਾਲ, ਇਸ ਤਰ੍ਹਾਂ ਸਜ਼ਾਵਾਂ ਕੀਤੀਆਂ। ਉਹਦੇ 'ਚ ਮੈਂ ਸਜ਼ਾ ਕੱਟ ਕੇ 14/8/1999 ਨੂੰ ਰਿਹਾ ਹੋਇਆ। ਕਿਹੜੀ ਜੇਲ੍ਹ ਦੇ ਵਿੱਚ ਰਹੇ ਤੁਸੀਂ? ਉਹ ਚਿਰ ਫਰੀਦਕੋਟ ਰਹੇ ਜੀ, ਥੋੜ੍ਹੇ ਜਿਹੇ ਦਿਨ ਫਿਰੋਜ਼ਪੁਰ ਰਹੇ ਸੀ। ਸ਼ੁਰੂ 'ਚ ਲਿਆਂਦਾ ਸੀ ਸਾਨੂੰ, ਉਸ ਤੋਂ ਬਾਅਦ ਫਰੀਦਕੋਟ ਚੇਂਜ ਕਰਤਾ। ਸਾਰੇ ਫੌਜੀ ਇੱਥੇ ਇਕੱਠੇ ਕਰਤੇ ਸੀ। ਉਸ ਤੋਂ ਬਾਅਦ ਫਿਰ ਫਿਰੋਜ਼ਪੁਰੋਂ ਖਾੜਕੂ ਸਿੰਘ ਭੱਜ ਗਏ ਸੀ ਜੇਲ੍ਹ 'ਚ, ਫਿਰੋਜ਼ਪੁਰ ਉਸਨੇ ਵਰਗੇ। ਅਤੇ ਉਸ ਤੋਂ ਬਾਅਦ ਫਿਰ ਫੌਜੀਆਂ ਨੂੰ ਉੱਥੋਂ ਵੱਖ ਕਰਤਾ, ਵੱਖ ਜ਼ਿਲ੍ਹਿਆਂ 'ਚ। ਫਿਰ ਆਪਣੇ ਫਰੀਦਕੋਟ ਤੋਂ ਸਾਨੂੰ ਫਿਰ ਬਠਿੰਡੇ ਭੇਜਤਾ। ਬਠਿੰਡਿਓਂ ਦੁਬਾਰਾ ਫਿਰ ਫਰੀਦਕੋਟ ਲੈ ਆਉਂਦਾ। ਫਰੀਦਕੋਟ ਤੋਂ ਫਿਰ 14/8/99 ਨੂੰ ਫਿਰ ਮੈਂ ਰਿਹਾ ਹੋਇਆ। ਹਾਂਜੀ, ਜਦੋਂ ਜਥੇਦਾਰ ਜਗਦੇਵ ਸਿੰਘ ਖੁੱਡੀਆਂ MP ਬਣੇ ਅਤੇ ਉਹਨਾਂ ਦੇ ਇਲੈਕਸ਼ਨ ਦੇ ਵਿੱਚ ਮੈਂ ਬਹੁਤ ਰੋਲ ਅਦਾ ਕੀਤਾ, ਬਹੁਤ ਪ੍ਰਚਾਰ ਕੀਤਾ ਦਿਨ ਪਰ ਰਾਤ। ਅਤੇ ਉਹਨਾਂ ਦੇ ਸਪੁੱਤਰ ਆ ਜੀ ਗੁਰਮੀਤ ਸਿੰਘ ਖੁੱਡੀਆਂ, ਉਹ ਮੇਰਾ ਬਹੁਤ ਸਤਿਕਾਰ ਕਰਦੇ ਆ। ਜਦੋਂ ਬਗਾਵਤ ਹੁੰਦੀ ਹੈ ਫੌਜ ਦੇ ਵਿੱਚ, ਹਾਂਜੀ, ਤੁਸੀਂ ਤਾਂ ਬਿਲਕੁਲ ਸਾਰਾ ਕੁਝ ਆਪਣੇ ਪਿੰਡੇ 'ਤੇ ਹੰਢਾਇਆ, ਦੇਖਿਆ, ਕਿਉਂਕਿ ਧਰਮੀ ਫੌਜੀ ਹੋ। ਕੁੱਲ ਕਿੰਨੇ ਜਿਹੜੀ ਬਗਾਵਤ ਜਿਹੜੀ ਫੌਜ ਦੇ ਵਿੱਚੋਂ ਕਿਸ ਪੱਧਰ ਤੱਕ ਹੋਈ ਸੀ, ਉਹਦੀ ਗਿਣਤੀ ਕਿੰਨੀ ਸੀ? ਜਿਹੜੇ ਉਹ ਤਾਂ ਤਕਰੀਬਨ 6-7 ਹਜ਼ਾਰ ਬੰਦਾ ਬਣੂਗਾ ਜੀ, ਸਾਰੇ ਥਾਵਾਂ ਦਾ। 6-7 ਹਜ਼ਾਰ? ਹਾਂਜੀ ਹਾਂਜੀ, ਪੂਰੇ ਭਾਰਤ 'ਚ। 14 ਪੰਜਾਬ ਅਟਲਰੀ ਅਤੇ ਸਿੱਖ ਰੈਜੀਮੈਂਟ, ਸੈਂਟਰ ਕੋਲ ਸਿੱਖ ਯੂਨਿਟਾਂ, ਇਸ ਤੱਕ ਵੱਖ-ਵੱਖ ਥਾਵਾਂ ਤੋਂ 6-7 ਹਜ਼ਾਰ। 6-7 ਹਜ਼ਾਰ ਦੇ ਵਿੱਚ ਜਿਹੜੀਆਂ ਸ਼ਹੀਦੀਆਂ ਹੋਈਆਂ, ਜਦੋਂ ਆਮੋ ਸਾਹਮਣੇ ਗੋਲੀ ਚੱਲੀ, ਉਹਦੇ 'ਚ ਸ਼ਹੀਦੀਆਂ ਕਿੰਨੀਆਂ ਨੇ? ਸ਼ਹੀਦੀਆਂ ਵੱਖ-ਵੱਖ ਥਾਵਾਂ 'ਤੇ ਹੋਈਆਂ ਜੀ। ਉਹਦੀ ਪੂਰੀ ਡਿਟੇਲ ਤਾਂ ਮੈਨੂੰ ਨਹੀਂ। 9 ਸਿੱਖ ਦੇ 16-17 ਬੰਦੇ ਤਾਂ ਇੱਧਰ ਹੀ ਫਾਜ਼ਿਲਕਾ ਕੋਲ ਗੁਰਦੁਆਰਾ ਬਣਾਇਆ ਇਹਨਾਂ ਨੇ, ਉੱਥੇ ਸ਼ਹੀਦ ਹੋਏ ਜੀ। ਫਾਜ਼ਿਲਕਾ ਦੇ ਕੋਲ? ਹਾਂਜੀ। ਕਿਹੜੀ ਜਗ੍ਹਾ, ਕੋਈ ਯਾਦ ਹੈ ਜਗ੍ਹਾ? ਯਾਦ ਨਹੀਂ ਮੈਨੂੰ ਪੂਰੀ ਜੀ। ਮੈਂ ਵੈਸੇ ਉਸ ਗੁਰਦੁਆਰੇ ਦੇ, ਮੈਂ ਇਹਨਾਂ ਦੇ ਹੱਕ 'ਚ ਨਹੀਂ ਸੀ। ਮੈਂ ਇਹਨਾਂ ਨੂੰ ਆਖਿਆ ਸੀ ਵੀ ਆਪਾਂ ਵੱਖ-ਵੱਖ ਥਾਵਾਂ 'ਤੇ ਹੋਏ ਅਤੇ ਫਿਰ ਇੰਨੇ ਗੁਰਦੁਆਰੇ ਆਪਾਂ ਕਿਵੇਂ ਬਣਾਵਾਂ। ਆਪਾਂ ਨੂੰ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਕੋਲ ਕੋਈ ਬੇਨਤੀ ਕਰਨੀ ਚਾਹੀਦੀ ਸੀ ਵੀ ਤੁਸੀਂ ਇੱਥੇ ਸਾਡੀ ਇੱਕ ਪੱਥਰ ਬਣਾ ਕੇ, ਚਾਹੇ ਜਿਉਂਦੇ ਚਾਹੇ ਸ਼ਹੀਦ ਹੋ ਗਏ, ਜਿੰਨੇ ਵੀ ਬੰਦਿਆਂ ਨੇ ਬੈਰਕਾਂ ਛੱਡੀਆਂ, ਉਹਨਾਂ ਸਾਰਿਆਂ ਦੇ ਇੱਥੇ ਨਾਂ ਲਿਖ ਦਿਓ। ਤੁਸੀਂ ਗੱਲ ਕੀਤੀ ਵੀ ਸ਼੍ਰੋਮਣੀ ਕਮੇਟੀ ਕੋ ਤੁਸੀਂ ਚਾਹੁੰਦੇ ਸੀ ਮੈਂ ਬੇਨਤੀ ਕਰਾਂ। ਹਾਂਜੀ। ਕੀ ਉਮੀਦ ਰੱਖਦੇ ਹੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡਾ ਸਾਥ ਦਿੰਦੀ ਜਾਂ ਤੁਹਾਨੂੰ ਸਹਿਯੋਗ ਦਿੰਦੀ? ਨਾ, ਉਹ ਆਪਣਾ ਕਿਹੜਾ ਜਾਣ ਦਾ ਫਰਜ਼ ਤਾਂ ਬਣਦਾ ਜੀ, ਪਰ ਪਤਾ ਸੀ ਆਪਾਂ ਨੂੰ ਸੰਯੋਗ ਤਾਂ ਉਹਨਾਂ ਨੇ ਕਾਹਦਾ ਨਹੀਂ, ਕਿਉਂਕਿ ਉਹਦਾ ਬਾਦਲ ਕੇ ਸ਼ਹਿਰਾਂ 'ਤੇ ਚੱਲਣਾ ਜੀ, ਜਿਵੇਂ ਬਾਦਲ ਕੇ ਕਹਿਣਗੇ ਉਵੇਂ ਹੋਣਾ। ਹੁਣ ਅਕਾਲ ਤਖ਼ਤ ਦੇ ਜਥੇਦਾਰ ਕਿੰਨੇ ਵਾਰੀ ਜੇ ਆਏ ਜੀ, ਆਪਣੇ ਗੋਬਿੰਦ ਸਿੰਘ ਲੌਂਗੋਵਾਲ ਆ ਜਿਹੜਾ, ਉਹਨੇ 5 ਸਾਲ ਵਾਸਤੇ ਐਲਾਨ ਕੀਤਾ ਸੀ ਧਰਮੀ ਫੌਜੀਆਂ ਨੂੰ 50-50 ਹਜ਼ਾਰ ਰੁਪਈਆ ਦਿਆ ਕਰਾਂਗੇ। ਇੱਕ ਵਾਰੀ ਦੇ ਕੇ ਬਾਅਦ 'ਚ ਦਿੱਤਾ ਨਹੀਂ ਜੀ। ਹੁਣ ਜਗੀਰ ਕੌਰ ਕੋਲੇ ਸਾਡੇ ਫੌਜੀ ਗਏ, ਤਾਂ ਕਹਿੰਦੀ ਹੈ ਜੇ ਮਤੇ ਤਾਂ ਪੈਂਦੇ ਹੀ ਰਹਿੰਦੇ। ਬੀਬੀ ਜਗੀਰ ਕੌਰ ਕਹਿੰਦੇ? ਹਾਂਜੀ, ਕਹਿੰਦੇ ਜਵਾਬ ਦਿੱਤਾ ਜੀ, ਕਹਿੰਦੇ ਇਹੋ ਜਿਹੇ ਮਤੇ ਤਾਂ ਪੈਂਦੇ ਰਹਿੰਦੇ, ਮਤੇ ਤਾਂ ਪੈਂਦੇ ਰਹਿੰਦੇ। ਅਤੇ ਮੈਂ ਕਿਹਾ ਜੀ ਤੁਸੀਂ ਇਹ ਜਿਹੇ ਮਤਦਾਨ ਆ, ਮਤਲਬ ਮਹਿਸੂਸ ਹੋਇਆ ਤੁਹਾਨੂੰ ਪਹਿਲੀ ਦਫਾ ਉਦੋਂ ਬਈ ਜੋ ਅਸੀਂ ਕੌਮ ਲਈ, ਪੰਥ ਲਈ ਆ ਸਾਰਾ ਕੁਛ ਕੀਤਾ, ਆਪਣੀਆਂ ਨੌਕਰੀਆਂ ਗਵਾਈਆਂ, ਬਗਾਵਤ ਕੀਤੀ, ਫੌਜ ਦੇ ਵਿੱਚ ਬਗਾਵਤ ਹੋਈ, ਧਰਮੀ ਫੌਜੀ ਤੁਹਾਨੂੰ ਕਿਹਾ ਜਾਂਦਾ ਹੈ, ਤੁਹਾਨੂੰ ਇੱਦਾਂ ਨਹੀਂ ਲੱਗਿਆ ਵੀ ਜਿਵੇਂ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮੌਜੂਦਾ ਪ੍ਰਧਾਨ ਹੈ, ਬਈ ਉਹਨੇ ਬਹੁਤ ਵੱਡੀ ਇੱਕ ਬੇਇੱਜ਼ਤੀ ਔਰ ਬੇਅਦਬੀ ਕੀਤੀ ਹੋਵੇ ਧਰਮੀ ਫੌਜੀਆਂ ਦੀ? ਬਿਲਕੁਲ ਕੀਤੀ ਹੈ ਜੀ ਉਹਨੇ। ਇਹ ਲਫ਼ਜ਼ ਉਹਨੂੰ ਕਦੇ ਵੀ ਸੋਭਦੇ ਨਹੀਂ ਸੀ। ਇੱਕ ਸਾਡੀ ਜਿਹੜੀ ਧਾਰਮਿਕ ਸੰਸਥਾ ਦੀ ਪ੍ਰਧਾਨ ਹੋਵੇ, ਉਹਨੇ ਤਾਂ ਸਾਡਾ ਨਾਮ ਫੁੱਲ ਤੇ ਉੱਚਾ ਚੱਕਣਾ ਹੁੰਦਾ ਹੈ, ਅਤੇ ਜੇ ਉਹੀ ਸਾਡੀ ਬੇਇੱਜ਼ਤੀ ਹੈ, ਜੇ ਤਾਂ ਮਤੇ ਪੈਂਦੇ ਰਹਿੰਦੇ, ਜੇ ਤਾਂ ਹੁੰਦਾ ਹੀ ਰਹਿੰਦਾ ਕੁਛ, ਤਾਂ ਇਹ ਤਾਂ ਇਦੋਂ ਵੱਡੀ ਵੀ ਤਾਂ ਬੇਅਦਬੀ ਹੋ ਹੀ ਨਹੀਂ ਸਕਦੀ। ਫਿਰ ਜਿਹੜਾ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਹੁੰਦਾ, ਜਿਹੜਾ ਘੱਲੂਘਾਰਾ ਹੁੰਦਾ, ਅਤੇ ਬਹੁਤ ਚਰਚਾਵਾਂ ਐਸੀਆਂ ਵੀ ਨੇ ਵੀ ਕੁਛ ਪੰਥਕ ਗੱਦਾਰ ਸੀ, ਉਹਨਾਂ ਗੱਦਾਰਾਂ ਦੀ ਬਦੌਲਤ ਹੀ ਜਿਹੜੀ ਫੌਜ ਚੜ੍ਹ ਕੇ ਆਈ ਸੀ। ਬਿਲਕੁਲ ਜੀ, ਪ੍ਰਕਾਸ਼ ਸਿੰਘ ਬਾਦਲ ਵਗੈਰਾ ਨੇ ਬਕਾਇਦਾ ਤੌਰ 'ਤੇ ਚਿੱਠੀਆਂ ਲਿਖੀਆਂ ਜੀ ਇੰਦਰਾ ਗਾਂਧੀ ਨੂੰ ਵੀ ਜਲਦੀ ਕਰੋ। ਪ੍ਰਕਾਸ਼ ਸਿੰਘ ਬਾਦਲ ਨੇ? ਬਾਦਲ ਦੀਆਂ ਵੀ ਚਿੱਠੀਆਂ ਜੀ, ਟੌੜੇ ਦੀਆਂ ਵੀ ਚਿੱਠੀਆਂ, ਲੌਂਗੋਵਾਲ ਦੀਆਂ, ਸਭ ਦੀਆਂ, ਇਹਨਾਂ ਸਾਰਿਆਂ ਦੇ ਸਿਗਨੇਚਰ ਹੋ ਕੇ ਉੱਥੇ ਗਈਆਂ ਇੰਦਰਾ ਗਾਂਧੀ ਕੋਲ। ਦੇਖੋ ਜੀ, ਜਦੋਂ ਇਹ ਦਰਬਾਰ ਸਾਹਿਬ 'ਤੇ ਅਟੈਕ ਹੋਇਆ 6 ਜੂਨ ਨੂੰ, ਜਦੋਂ ਸੰਤ ਜਰਨੈਲ ਸਿੰਘ ਸ਼ਹੀਦ ਹੁੰਦੇ ਆ, ਉਸ ਤੋਂ ਬਾਅਦ ਜਦੋਂ 6 ਤਰੀਕ ਨੂੰ 7 ਨੂੰ ਇੱਕ ਸਿੱਖ ਕਰਨਲ ਆਉਂਦਾ ਉੱਥੇ, ਅਤੇ ਉਹ ਬੰਦਿਆਂ ਨੂੰ ਅਰੈਸਟ ਕਰਨ ਵਾਸਤੇ ਆਉਂਦਾ ਹੈ, ਜਿਹੜੇ ਹੈਗੇ ਆ ਉਹਨਾਂ ਨੂੰ ਕੱਢਣ ਵਾਸਤੇ, ਬਸਤਰਵਾਲ ਗੰਡੀਆਂ ਲੈ ਕੇ। ਉਹਦੇ 'ਚ ਲੌਂਗੋਵਾਲ, ਟੌੜਾ ਅਤੇ ਆਪਣਾ
ਰਾਮੂ ਵਾਲੀਆ ਪੁੱਛਦਾ ਹੈ ਉਹ ਮਾਰਦਾ ਕਿ ਨਹੀਂ। ਅੱਛਾ, ਰਾਮੂ ਵਾਲੀਆ ਬਲਵੰਤ ਸਿੰਘ ਰਾਮੂ ਵਾਲੀਆ ਹੁਣੇ ਬਾਹਾਂ ਚੱਕ ਬੋਲਦਾ ਸਟੇਜ ਤੇ ਜੀ। ਇਸ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਉਸ ਟਾਈਮ ਕੀ ਲਫ਼ਜ਼ ਬੋਲਿਆ ਸੀ। ਅੱਛਾ, ਇਹ ਬਲਵੰਤ ਸਿੰਘ ਰਾਮੂ ਵਾਲੀਆ ਦੀ ਇਹ ਬਿਲਡਿੰਗ ਹੈ ਜੀ। ਅੱਛਾ, ਬਿਲਡਿੰਗ ਹਾਂਜੀ। ਤੇ ਜਿਹੜਾ ਆਪਣਾ ਟੌੜੀ ਨੂੰ ਆਂਦੇ ਇਹ ਕੀ ਇਹਨੂੰ ਪੋਸ਼ ਕਿਹਾ ਇਹਨਾਂ ਨੇ, ਹੁਣ ਮੈਂ ਤੁਹਾਨੂੰ ਕਹਿੰਦਾ ਨਹੀਂਗਾ, ਇਹ ਟੌੜੇ ਨੇ ਕਿਹਾ ਬਘਿਆੜ ਮਾਰਤਾ ਕਿ ਨਹੀਂ। ਗੁਰਚਰਨ ਸਿੰਘ ਟੌੜਾ ਨੇ ਬਘਿਆੜ ਕਿਹਾ ਜੀ ਸੰਤ ਜਰਨੈਲ ਸਿੰਘ ਪਿੰਡ ਆਏ ਇਹ ਲਫ਼ਜ਼ ਬੋਲੇ ਇਹਨਾਂ ਲੋਕਾਂ ਨੇ। ਇਹਨਾਂ ਦੀਆਂ ਵੀਡੀਓ ਹੈ ਜਿਹੜੇ ਉੱਥੋਂ ਦੇ ਜਿਹੜੇ ਚੰਗੇ ਜਥੇਬੰਦੀਆਂ 'ਚ ਰਹੇ ਬੰਦੇ ਕੁਛ ਅਰੈਸਟ ਹੋਏ ਹੈ, ਉਹਨਾਂ ਸਾਰੀਆਂ ਵੀਡੀਓ ਆਈਆਂ। ਅੱਛਾ, ਉਹਨਾਂ ਕੋਲ ਵੀਡੀਓ ਆਈਆਂ ਇਹਨਾਂ ਦੀਆਂ। ਇਹ ਐਡਾ ਮਾੜੇ ਲਫ਼ਜ਼ ਬੋਲੇ ਜੀ। ਤੇ ਅੱਜ ਫਿਰ ਇਹ ਸਟੇਜਾਂ ਤੇ ਹੁਣ 84 ਦਾ ਤੇ ਸੰਤ ਜਰਨੈਲ ਸਿੰਘ ਦਾ ਘੱਲੂਘਾਰੇ ਦਾ ਨਾਂ ਲੈ ਕੇ ਸਾਡੀ ਕੌਮ ਨੂੰ ਬੇਵਕੂਫ ਬਣਾਉਂਦੇ ਆ। ਸਾਡੇ ਲੋਕ ਮਗਰ ਲੱਗਦੇ, ਪਤਾ ਨਹੀਂ ਕਾਹਤੋਂ ਇਹਨਾਂ ਲੋਕਾਂ ਦੇ ਵੀ ਐਡੀ ਭੱਦੀ ਸ਼ਬਦ ਬੋਲਣ ਵਾਲਿਆਂ ਦੇ। ਤੇ ਇਹਨਾਂ ਲੋਕਾਂ ਦੇ ਮਗਰ ਅੱਜ ਫੇਰ ਲੱਗੇ ਫਿਰਦੇ ਆ, ਜਿਨ੍ਹਾਂ ਨੇ ਸਾਡਾ ਘਾਣ ਕੀਤਾ, ਸਾਡੀ ਨਸਲ ਕੁਸ਼ੀ ਕਰਾਉਣ ਦੇ ਵਿੱਚ ਸੰਯੋਗੀ ਇਹਨਾਂ ਲੋਕਾਂ ਦੇ। ਉਹ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰਦੇ ਹੋ ਵੀ ਜਥੇਬੰਦੀਆਂ ਕੋ ਆਈਆਂ ਨੇ ਵੱਡੀਆਂ ਕੋ, ਹਾਂ, ਫੈਡਰੇਸ਼ਨ ਦਾ ਮੁੰਡਾ ਇੱਕ ਉਹ ਦੱਸਦਾ ਜੀ। ਅੱਛਾ, ਹਾਂਜੀ, ਉਹਦਾ ਮੈਂ ਨਾਂ ਨਹੀਂ ਵਿਸਰ ਗਿਆ, ਮੈਨੂੰ ਚੇਤੇ ਹੈਗਾ, ਮੈਂ ਕਈ ਵੀਡੀਓ ਵੇਖੀਆਂ ਉਹਨਾਂ ਦੀਆਂ। ਅੱਛਾ, ਹਾਂਜੀ, ਉਹਦੇ 'ਚ ਉਹ ਬੋਲਦਾ ਹਾਂਜੀ। ਤੇ ਉਹ ਜਿਹੜਾ ਕਰਨਲ ਉਹਨੇ ਵੀ ਆਪ ਖੁਦ ਕਿਹਾ ਜੀ, ਇਹ ਟੌੜੇ ਨੇ ਮੈਨੂੰ ਕਿਹਾ ਖੁਦ ਨੇ। ਅੱਛਾ, ਉਸ ਕਰਨਲ ਨੇ ਵੀ ਕਿਹਾ ਜੀ। ਹਾਂਜੀ, ਮਤਲਬ ਆ ਕੁਛ ਸੀ ਜੀ। ਹਰਿਮੰਦਰ ਸਾਹਿਬ ਦਾ ਅਟੈਕ ਹੋ ਹੀ ਨਹੀਂ ਸਕਦਾ। ਚਲੋ ਫਰਜ਼ ਕਰ ਲਓ ਹਰਿਮੰਦਰ ਸਾਹਿਬ ਦੇ ਵਿੱਚ ਸੰਤ ਜਰਨੈਲ ਸਿੰਘ ਸੀ, 38 ਗੁਰਦੁਆਰੇ 'ਚ ਦੂਜੇ ਕੌਣ। ਇਹ ਇੱਕ ਸੋਚੀ ਸਮਝੀ ਦੇਸ਼ ਦੀ ਇੰਦਰਾ ਗਾਂਧੀ ਦੀ ਉਹ ਕਿਹੜਾ ਦੇਸ਼ ਹੈਗਾ ਉੱਥੋਂ ਦੀ ਜਿਹੜੀ ਵੱਜਦੀ ਬੀਬੀ, ਉਹਨਾਂ ਨਾਲ ਮਿਲੀ ਭੁਗਤ ਨਾਲ ਰਹਿ ਮਸ਼ਵਰੇ ਨਾਲ ਸਾਰਾ ਕੁਛ ਹੋਇਆ। ਬ੍ਰਿਟੇਨ ਦੀ, ਇੰਗਲੈਂਡ ਦੀ। ਹਾਂਜੀ। ਤੇ ਜਿਹੜੇ ਆ ਬੀਜੇਪੀ ਵਾਲਿਆਂ ਦੇ ਨਾਲ ਹੁਣ ਬਾਦਲ ਕੇ 10 ਸਾਲ ਆਨੰਦ ਮਾਲਿਆ ਇਹਨਾਂ ਨੇ, ਆਪਦੀ ਘਰ ਵਾਲੀ ਨੂੰ ਉੱਥੇ ਬਣਾ ਕੇ MP ਤੇ ਮਿਨਿਸਟਰ। ਤੇ ਇਹਨਾਂ ਨੇ ਤਾਂ ਲੱਡੂ ਵੰਡੇ ਜੀ, ਉਦੋਂ ਦੇਵੀ ਕਿਹਾ ਇੰਦਰਾ ਗਾਂਧੀ ਨੂੰ ਵੀ ਇਹ ਅਜੇ ਥੋੜਾ ਲੇਟ ਕਰਤਾ, ਇਹਨੂੰ ਪਹਿਲਾਂ ਕਰ ਦੇਣਾ ਚਾਹੀਦਾ ਸੀ। ਤੇ ਇਹ ਉਹਨਾਂ ਦੇ ਭਾਈਵਾਲ ਹੈ ਜੀ ਲੋਕ। ਸਾਡੀ ਕੌਮ ਫਿਰ ਇਹਨਾਂ ਦੇ ਨਾਲ ਹੈ, ਜਿਨ੍ਹਾਂ ਨੇ ਸਾਡੀ ਨਸਲ ਕੁਸ਼ਰੀ ਕਰਾਉਣ ਵਾਲਿਆਂ ਦੇ ਨਾਲ ਭਾਈਵਾਲਾ ਸੀ। ਮਤਲਬ ਜਿਨ੍ਹਾਂ ਨੇ ਸਾਡੇ ਗੁਰੂ ਧਾਮਾਂ ਦੇ ਉੱਪਰ ਹਮਲਾ ਕਰਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਤੁਸੀਂ ਕਹਿਣਾ ਚਾਹੁੰਦੇ ਵੀ ਅੱਜ ਫੇਰ ਸਾਡੇ ਹੀ ਲੋਕ ਉਹਨਾਂ ਦੇ ਤਲਵੇ ਚੱਟਦੇ ਉਹਨਾਂ ਦੇ, ਸਿਰਫ ਆਪਦੇ ਸਵਾਰਥਾਂ ਦੇ ਬਾਰੇ। ਪਰ ਆਪਦੀ ਕੌਮ ਦਾ, ਆਪਦੇ ਧਰਮ ਦਾ ਵੀ ਸਾਡੇ ਦਾ ਕੀ ਨਰਾਦਰ ਹੋਇਆ, ਉਸ ਪਾਸੇ ਲੋਕ ਉਹਨੂੰ ਭੁੱਲ ਹੀ ਜਾਂਦੇ। ਪਤਾ ਨਹੀਂ ਸਾਡੀ ਕੌਮ ਕਿਉਂ ਭੁੱਲ ਜਾਊਗੀ। ਜਦੋਂ ਇੱਦਾਂ ਦੀਆਂ ਗੱਲਾਂ ਪੰਥ ਦੇ ਵਿੱਚ ਤੁਸੀਂ ਦੇਖਦੇ ਹੋ ਤਾਂ 1984 ਦਾ ਉਹ ਦੌਰ ਤੁਹਾਨੂੰ ਫਿਰ ਕੁਛ ਸਵਾਲ ਵੀ ਕਰਦਾ ਹੋਣਾ, ਤੁਹਾਡੇ ਅੰਦਰ ਕੁਝ ਸਵਾਲ ਉੱਠਦੇ ਹੋਣੇ ਨੇ ਵੀ ਅਸੀਂ ਇਹ ਕੀਤਾ ਤੇ ਕਿਉਂ ਕੀਤਾ, ਤੇ ਸਾਡੇ ਨੇਤਾ, ਸਾਡੇ ਲੀਡਰ ਕੀ ਕਰ ਰਹੇ ਨੇ। ਇਹ ਮਹਿਸੂਸ ਹੁੰਦਾ ਹੈ ਵੀ ਵੇਖੋ ਕੌਮ ਦੇ ਜਿਹੜੇ ਯੋਧੇ ਖਾੜਕੂ ਸਿੰਘ ਬਾਅਦ 'ਚ ਵੀ ਲਹਿਰ 'ਚ ਰਹੇ, ਧਰਮੀ ਫੌਜੀਆਂ ਨੇ ਬੈਰਕਾਂ ਛੱਡੀਆਂ, ਪਰ ਇਹ ਲੋਕਾਂ ਦੀਆਂ ਕਰਤੂਤਾਂ ਕਿਹੋ ਜਿਹੀਆਂ, ਉੱਥੋਂ ਮਨ ਨੂੰ ਥੋੜ੍ਹੀ ਠੇਸ ਤਾਂ ਵੱਜਦੀ ਹੈ ਵੀ ਅਸੀਂ ਆਪਦੀ ਕੌਮਾਂ 'ਤੇ ਲੜਾਈ ਲੜਦੇ ਹਾਂ ਤੇ ਇਹ ਸਾਡੇ ਲੋਕ ਆ ਜਿਹੜੇ ਲੀਡਰ ਹੈ ਇਹ ਬੇਈਮਾਨ ਤੇ ਧੋਖੇਬਾਜ਼ ਸਾਡੇ ਨਾਲ ਕੀ ਕਰੀ ਜਾਂਦੇ, ਇਹ ਮੱਥੇ ਰੰਗੜ ਕੇ ਬਣੇ ਬੈਠੇ। ਬਿਲਕੁਲ ਬਿਲਕੁਲ, ਮਤਲਬ ਇੱਕ ਮੱਸੇ ਰੰਗੜ ਨੂੰ ਕੀ ਰੋਂਦੇ ਹੋ, ਇੱਥੇ ਤਾਂ ਲੱਖਾਂ ਹੀ ਮੱਸੇ ਰੰਗੜ ਤਿਆਰ ਹੋਏ ਵੀ। ਇਹ ਸਾਡੀ ਪੰਥ ਦੀ ਤਰਾਸਦੀ, ਸਾਡੇ ਪੰਥ ਦਾ ਦੁਖਾਂਤ ਤਾਂ ਬਹੁਤ ਵੱਡਾ ਜੀ। ਫਿਰ ਹਜੇ ਤੁਸੀਂ ਦੇਖੋ ਬਾਹਰਲੇ ਦੇਸ਼ਾਂ ਦੇ ਵਿੱਚੋਂ, ਬਾਹਰਲੇ ਦੇਸ਼ ਵਾਲੇ ਵੀਰਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਹ ਬਾਦਲ ਕਿਆਂ ਨੂੰ ਬਿਲਕੁਲ ਨਾ ਸਹਿਯੋਗ ਦਿਓ। ਸਭ ਤੋਂ ਘਟੀਆ ਬੰਦਾ ਜਿੰਨਾ ਅੱਜ ਤੱਕ ਪੰਜਾਬ ਸਟੇਟ ਦਾ ਨੁਕਸਾਨ ਕਰਾਇਆ, ਬਾਦਲ ਪਰਿਵਾਰ ਤੋਂ ਵੱਧ ਕਿਸੇ ਨੇ ਕਰਵਾਇਆ। ਬੇਅਦਬੀਆਂ ਦਾ ਦੌਰ ਇਹ ਤੋਂ ਸ਼ੁਰੂ ਹੋਇਆ ਜੀ। 78 ਦਾ ਸਾਕਾ ਇਹਨੇ ਇਹ ਤੋਂ ਵੇਖੋ ਨਿਰੰਕਾਰੀ ਨੂੰ ਕੱਢ ਕੇ ਲਿਆ ਆਪ ਦੀ ਸਪੋਰਟ ਨਾਲ, ਉਹਨੂੰ ਫਿਰ ਚ ਪੰਜਾਬ ਦੇ ਵਿੱਚ ਕੇਸ ਨਹੀਂ ਚੱਲਣਾ, ਦੂਸਰੀ ਸਟੇਟ 'ਚ ਕੇਸ ਭੇਜਤਾ ਉਹਦਾ। ਕਿੰਨਾ ਕੁਛ ਇਹਦੇ ਪਿਆ ਜੀ। ਜਿਹੜੀ ਜਦੋਂ ਪਹਿਲਾਂ ਜੈਤੋ ਦੇ ਮੋਰਚੇ ਦਾ ਚੱਲਦਾ ਸੀ, ਉਦੋਂ ਉਹਨਾਂ ਦੇ ਪੁਰਖਿਆਂ ਨੇ ਖੂਹਾਂ 'ਚ ਜ਼ਹਿਰਾਂ ਪਾਤੀਆਂ, ਪਾਣੀਆਂ ਜ਼ਹਿਰਾਂ ਪਾਈਆਂ। ਕੀ ਨਹੀਂ ਕੀਤਾ ਇਹਨਾਂ ਨੇ। ਫਿਰ ਸਾਡੀ ਕੌਮ ਪਤਾ ਨਹੀਂ ਕਿਸ ਗੱਲ ਤੋਂ ਇਹਨਾਂ ਮਗਰ ਤੁਰੀ ਫਿਰ ਫਖਰੇ ਕੌਮ ਐਲਾਨ ਕਰਤਾ। ਕਿਸ ਆਧਾਰ ਤੇ ਐਲਾਨ ਕੀਤਾ ਫਖਰੇ ਕੌਮ? ਇਹ ਤਾਂ ਗਦਾਰ ਦਾ ਸਰਟੀਫਿਕੇਟ ਦੇਣਾ ਚਾਹੀਦਾ, ਹੱਕ ਗਦਾਰ ਦਾ ਬਣਦਾ। ਇਹਨੂੰ ਪੰਥ 'ਚ ਪਹਿਲੀ ਗਲਤ ਸਾਡੇ ਕਾਲ ਤੱਕ ਦੇ ਜਥੇਦਾਰ ਨੂੰ ਇਹਨੂੰ ਛੇਕਣਾ ਚਾਹੀਦਾ ਹੈ। ਪੰਥ 'ਚ ਬਹੁ ਬੇਟੀ ਰਿਸ਼ਤੇਦਾਰੀ ਸਾਰੀ ਖਤਮ ਕਰਨੀ ਚਾਹੀਦੀ ਹੈ ਇਹਨੂੰ। ਕਿ ਜਿਸ ਸੰਸਥਾ ਦਾ ਮੋਢੀ ਪ੍ਰਧਾਨ ਤੁਸੀਂ ਕਹਿੰਦੇ ਹੋ ਵੀ ਉਹਦੀ ਚਿੱਠੀਆਂ ਪਈਆਂ ਨੇ ਉੱਥੇ
ਦਿੱਲੀ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖੀਆਂ ਵੀ ਦਰਬਾਰ ਸਾਹਿਬ ਸਿਮਰਨ ਜੀ ਮਾਨ ਸਾਹਿਬ ਕੋਲ ਸਾਰਾ ਕੁਝ ਮੌਜੂਦ ਹੈ ਜੀ, ਹੈਗਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਬਤ ਜਿਸ ਉਸ ਵਕਤ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਆ ਸ਼ਬਦਾਵਲੀ ਜੋ ਅਸੀਂ ਚੈਨਲ ਤੇ ਨਹੀਂ ਵਰਤ ਸਕਦੇ, ਪਰ ਇਹਨਾਂ ਨੇ ਭਾਈ ਸੁਰੈਣ ਸਿੰਘ ਨੇ ਦੱਸਿਆ ਵੀ ਇੱਥੋਂ ਤੱਕ ਕਿਹਾ ਸੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਬਾਬਤ ਆ ਸ਼ਬਦਾਵਲੀ ਵਰਤੀ ਸੀ। ਕਿ ਫਿਰ ਤੁਹਾਨੂੰ ਲੱਗਦਾ ਵੀ ਜਿਹੜੇ ਜਥੇਦਾਰ ਨੇ ਉਹ ਜਿਹੜੇ ਜਿੱਦਾਂ ਕਹਿੰਦੇ ਲਿਫਾਫਿਆਂ ਚੋਂ ਨਿਕਲੇ ਹੋਏ ਜਥੇਦਾਰ ਨੇ, ਬਿਲਕੁਲ ਕਿ ਉਸੇ ਸੰਸਥਾ ਦੇ ਜਥੇਦਾਰ ਹੈ, ਕਿ ਉਸੇ ਇਹ ਵੀ ਕੁਛ ਕਿ ਜਿਵੇਂ ਦਿੱਤਾ ਜੀ ਬਹੁਤ ਪੜ੍ਹਿਆ ਲਿਖਿਆ ਜਥੇਦਾਰ ਹੈ, ਮੈਂ ਕਹਿੰਦਾ ਅਨਪੜ੍ਹਾਂ ਨਾਲੋਂ ਮਾੜਾ ਜੀ। ਜਿਹੜਾ ਸਾਡੀ ਸਹੀ ਜਿਹੜੀ ਜਥੇਬੰਦੀਆਂ ਸਹੀ ਸਾਡੀ ਕੌਮ ਦੇ ਜਿਹੜੇ ਹੱਕ ਮੰਗਦੇ ਆ, ਤੁਸੀਂ ਵੇਖ ਲਓ 328 ਗੁਰੂ ਗ੍ਰੰਥ ਸਾਹਿਬ ਦੇ, ਸਾਡੇ ਗ੍ਰੰਥ ਸਾਹਿਬ ਵੀ ਇਹਨਾਂ ਨੇ ਪਤਾ ਨਹੀਂ ਕਿੱਥੇ ਗਾਇਬ ਕਰਤੇ ਵੇਚ ਤੇ ਕੀ। ਆ 1 ਸਾਲ ਦੇ ਦੌਰਾਨ ਤੁਸੀਂ ਮਹਿਸੂਸ ਕਰਦੇ ਹੋ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੋਈ ਪੰਥਕ ਫੈਸਲਾ ਕੀਤਾ ਹੋਵੇ? ਕੋਈ ਫੈਸਲਾ ਨਹੀਂ ਕੀਤਾ, ਮੈਂ ਜੱਜ ਦਾ ਕੋਈ ਫੈਸਲਾ ਨਹੀਂ ਕੀਤਾ। ਫਿਰ ਅੱਗੋਂ ਕੀ ਉਮੀਦ ਕਰਦੇ ਹੋ? ਕੋਈ ਉਮੀਦ ਨਹੀਂ ਹੈ, ਤੁਹਾਡੀ ਉਮੀਦ ਹੈ ਹੀ ਨਹੀਂ ਜੀ। ਇਹ ਤਾਂ ਕੋਈ ਮਹਾਰਾਜ ਕਿਰਪਾ ਕਰੇ ਸਾਡੀ ਕੌਮ ਤੇ ਕੋਈ ਯੋਧਾ ਪੈਦਾ ਹੋਵੇ ਸੰਤ ਜਰਨੈਲ ਸਿੰਘ ਭਿੰਡਰਾਂ ਵਰਗਾ। ਹੁਣ ਕਈ ਕਹਿ ਦਿੰਦੇ ਇੱਕ ਪਿਛੜੀ ਗਾਉਂਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਇੱਕ ਵਾਰੀ ਫੇਰ ਆ ਜਾ, ਮੈਂ ਹੋਰ ਸੰਤ ਜਰਨੈਲ ਸਿੰਘ ਦਾ ਠੇਕਾ ਲਿਆ ਵੀ ਉਹੀ ਆਈ ਜਾਵੇ। ਆਪਾਂ ਕੀ ਕਰਦੇ ਹਾਂ? ਗੱਲ ਤਾਂ ਵੀ ਇਕੱਠੇ ਹੋਈਏ। ਆਪਾਂ ਕੀ ਕਰਦੇ ਹਾਂ? ਆਪਾਂ ਇਕੱਠੇ ਹੋਈਏ, ਇਕੱਠੇ ਹੋ ਕੇ ਇੱਕ ਮੰਚ ਬਣਾਈਏ ਆਪਦਾ, ਚੰਗੇ ਚੰਗੇ ਬੰਦਿਆਂ ਦਾ, ਇਮਾਨਦਾਰ ਬੰਦਿਆਂ ਦਾ, ਵੀ ਸਾਡੇ ਧਰਮ ਦੇ ਉੱਤੇ ਆਹ ਕੁਛ ਹੋਈ ਜਾਂਦਾ, ਇਹਨੂੰ ਅਸੀਂ ਆਪਦੇ ਧਰਮ ਨੂੰ ਕਿਵੇਂ ਬਚਾਉਣਾ, ਠੇਸ ਤੋਂ ਕਿਵੇਂ ਬਚਾਉਣਾ। ਜਿਵੇਂ ਵੇਖੋ ਬਾਹਰਲੇ ਦੇਸ਼ ਦੇ ਹੈਗੇ ਆ ਭਾਈ ਰਵੀ ਸਿੰਘ, ਉਹਨੇ ਸਾਡੀ ਕੌਮ ਦਾ ਕਿੰਨਾ ਸਿਰ ਉੱਚਾ ਕੀਤਾ। ਖਾਲਸਾ ਏਡ ਵਾਲੇ ਭਾਈ ਰਵੀ ਸਿੰਘ, ਸਰਦਾਰ ਰਵੀ ਸਿੰਘ, ਉਹਨੇ ਸਾਡੀ ਕੌਮ ਦਾ ਸਿਰ ਕਿੰਨਾ ਉੱਚਾ। ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ। ਇਸ ਤੱਕਾਂ ਦੇ ਬੰਦੇ ਚੰਗੇ ਅੱਗੇ ਲਿਆ ਕੇ, ਜਿਵੇਂ ਤੁਹਾਨੂੰ ਮੈਂ ਦੱਸਿਆ ਜੀ ਡਾਕਟਰ ਦਰਸ਼ਨ ਸਿੰਘ ਹੈ ਜੀ, ਜਿਵੇਂ ਬੀਬੀ ਉਹ ਪਟਿਆਲੇ ਵਾਲੀ ਡਾਕਟਰ, ਇਹ ਜੀ ਚੰਗੇ ਸੂਝਵਾਨ ਲੋਕ, ਪੜ੍ਹੇ ਲਿਖੇ, ਐਜੂਕੇਟਡ, ਸਾਨੂੰ ਪੰਜਾਬ ਦੇ ਵਿੱਚ ਅੱਗੇ ਲਿਆਉਣ ਦੀ ਜ਼ਰੂਰਤ ਹੈ। ਉਹਨਾਂ ਦੇ ਮੂਹਰੇ ਜੇ ਨਹੀਂ ਵੀ ਆਉਂਦੇ, ਸ਼ੱਕ ਦੀ ਉਹਨਾਂ ਨੂੰ ਬੇਨਤੀ ਕਰੀਏ, ਜਾ ਕੇ ਹੱਥ ਜੋੜ ਕੇ ਕਰੀਏ ਵੀ ਤੁਸੀਂ ਆਓ ਜੀ, ਤੁਹਾਡੇ ਮੂਹਰੇ ਰੱਬ ਦਾ ਵਾਸਤਾ, ਕੌਮ ਦਾ ਵਾਸਤਾ, ਵੀ ਤੁਸੀਂ ਅੱਗੇ ਲੱਗ ਕੇ ਸਾਡੇ ਦੇਸ਼ ਅਤੇ ਪੰਜਾਬ ਨੂੰ ਅਤੇ ਸਾਡੇ ਧਰਮ ਅਤੇ ਕੌਮ ਦੀ ਇੱਜ਼ਤ ਨੂੰ ਬਹਾਲ ਕਰੋ। ਮੈਂ ਤੁਹਾਡੀ ਗੱਲ 'ਚ ਫਿਰ ਇੱਥੇ ਆਊਂਗਾ ਵਾਪਸ। ਮੈਂ ਜਿੱਥੋਂ ਗੱਲ ਸ਼ੁਰੂ ਕੀਤੀ, ਮੈਂ ਚਾਹੁੰਦਾ ਵੀ ਆਪਾਂ ਉਹ ਜਿਹੜਾ ਇੱਕ ਵਿਸ਼ਾ ਹੈ ਉਹਨੂੰ ਪਹਿਲਾਂ ਪੂਰਾ ਕਰੀਏ। ਉਸ ਤੋਂ ਬਾਅਦ ਜਦੋਂ ਸਜ਼ਾ ਤੁਹਾਨੂੰ ਹੋਈ, ਪਰਿਵਾਰ ਦੀ ਜਿਹੜੀ ਫਿਰ ਦਸ਼ਾ ਸੀ, ਜਿਹੜੀ ਪਰਿਵਾਰ ਦੀ ਹਾਲਤ ਸੀ, ਨੌਕਰੀ ਗਈ, ਹਾਂਜੀ, ਜੇਲ੍ਹ ਕੱਟੀ, ਹਾਂਜੀ, ਸਜ਼ਾ ਹੋਈ, ਹਾਂਜੀ, ਬੱਚੇ ਤੁਹਾਡੇ ਨਿੱਕੇ ਨਿੱਕੇ ਹੋਣ? ਨਹੀਂ, ਉਦੋਂ ਮੇਰੀ ਮੈਰਿਜ ਨਹੀਂ ਸੀ ਹੋਈ, ਬਾਅਦ 'ਚ ਹੋਈ ਹੈ। ਪਰਿਵਾਰ ਦੀ ਜਿਹੜੀ ਦਸ਼ਾ ਸੀ ਉਹ ਕਿੱਦਾਂ ਦੀ ਸੀ? ਕਿ ਉਸ ਦੌਰਾਨ ਵੀ ਤੁਹਾਡੀ ਕਿਸੇ ਨੇ ਬਾਤ ਪੁੱਛੀ? ਅੱਜ ਤੱਕ ਤਾਂ ਉਹ ਹੁਣ ਤੱਕ ਤਾਂ ਨਹੀਂ ਪੁੱਛੀ। ਮੈਂ ਉਹ ਜਿਹੜਾ ਦੌਰ ਲੰਘ ਚੁੱਕਿਆ, ਮੈਂ ਉੱਥੇ ਲਿਜਾਣਾ ਚਾਹੁੰਦਾ ਗੱਲ, ਕਿਉਂਕਿ ਜੇਲ੍ਹਾਂ ਵਿੱਚ ਸੀ। ਪੱਖੋਂ ਮੇਰੇ ਪਰਿਵਾਰ ਦਾ ਬਹੁਤ ਸਹਿਯੋਗ ਰਿਹਾ ਮੈਨੂੰ ਜੀ, ਬਹੁਤ ਵਧੀਆ। ਮੈਂ ਪਰਿਵਾਰ ਦੀ ਤਾਂ ਇੱਕ ਪਾਸੇ ਦੀ ਗੱਲ ਰਹਿ ਗਈ ਨਾ, ਮੈਂ ਗੱਲ ਕਰਦਾ ਵੀ ਧਾਰਮਿਕ ਜਥੇਬੰਦੀਆਂ, ਜਿਸ ਤੁਸੀਂ ਪੰਥਕ, ਜਿਹਨੂੰ ਆਪਣੇ ਆਪ ਨੂੰ ਪੰਥਕ ਜਮਾਤ ਕਹਾਉਂਦੀ ਹੈ, SGPC, ਜਾਂ ਇਹਨਾਂ ਦੇ ਕੋਈ ਮੈਂਬਰ ਜਾਂ ਪ੍ਰਧਾਨ ਜਾਂ ਕੋਈ ਹੋਰ ਇਹਨਾਂ ਦੇ ਜਿਹੜੇ ਸੀ ਕੋਈ ਨੁਮਾਇੰਦੇ ਜਾਂ ਕਿਸੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਤੁਹਾਡੇ ਤੱਕ ਪਹੁੰਚੇ, ਜੇਲ੍ਹਾਂ ਦੇ ਵਿੱਚ ਗਏ, ਤੁਹਾਨੂੰ ਮਿਲੇ? ਨਹੀਂ, ਬਿਲਕੁਲ ਨਹੀਂ ਜੀ, ਪਹੁੰਚੇ ਇੱਕ ਵੀ ਨਹੀਂ ਗਿਆ, ਕੋਈ ਵੀ ਨਹੀਂ ਗਿਆ ਜੀ। ਸਿਮਰਜੀਤ ਮਾਨ ਜ਼ਰੂਰ ਸਾਡੇ ਕੋਲ ਪਹੁੰਚਦਾ ਰਿਹਾ, ਉਹਨੇ ਸਾਡੀਆਂ ਮੁਲਾਕਾਤਾਂ ਵੀ ਕੀਤੀਆਂ, ਮੁਲਾਕਾਤਾਂ ਰਿਹਾ, ਉਹ ਪਹੁੰਚਿਆ ਸਾਡੇ ਕੋਲ। ਕੇਵਲ ਇੱਕੋ ਸ਼ਖਸ ਸਿਮਰਨਜੀਤ ਸਿੰਘ ਮਾਨ, ਹੋਰ ਸਾਡੇ ਕੋਲ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਹੀਂ। ਇੰਨਾ ਜ਼ਰੂਰ ਸੀ, ਸ਼੍ਰੋਮਣੀ ਜਿਹੜੇ ਅਸੀਂ ਫੌਜੀ ਜੇਲ੍ਹਾਂ ਦੇ ਵਿੱਚ ਸਜ਼ਾ ਕੱਟਦੇ ਸੀ, ਸ਼੍ਰੋਮਣੀ ਕਮੇਟੀ ਸਾਨੂੰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਜਿਹੜੇ ਧਰਮੀ ਫੌਜੀ ਸੀ ਜਾਂ ਸਿਆਸੀ ਕੈਦੀ ਵੀ ਸੀ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਗੁਰਦੁਆਰੇ ਵੱਲੋਂ ਰਾਸ਼ਨ ਜ਼ਰੂਰ ਭੇਜਦੇ ਸੀ। ਇਹ ਚੀਜ਼ ਹੀ ਭੇਜਦੇ ਸੀਗੇ, ਸਿਰਫ ਰਾਸ਼ਨ ਤੱਕ ਹੀ ਸੀਮਤ ਸੀਗੇ। ਉਦੋਂ ਕਿ ਕਿਸੇ ਨੇ ਕੋਈ ਲੀੜੇ ਕੱਪੜੇ, ਕੋਈ ਉਹਨਾਂ ਦੇ ਪਰਿਵਾਰਾਂ ਦੀ ਦੇਖਭਾਲ ਨਹੀਂ, ਕੁਛ ਨਹੀਂ। ਪਰਿਵਾਰਾਂ ਦਾ ਪਿੱਛੋਂ ਕੀ ਹਾਲ ਹੈ? ਪਰਿਵਾਰਾਂ ਨੂੰ ਵੀ ਰਾਸ਼ਨ ਦੀ ਲੋੜ ਹੈ, ਕੋਈ ਸਾਰ ਨਹੀਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਨਾ ਕੋਈ ਸਾਰ ਨਹੀਂ ਲਈ। ਬਿਲਕੁਲ, ਦਵਾਈ ਬੂਟੀ ਦੀ ਵੀ ਜ਼ਰੂਰਤ ਹੁੰਦੀ ਹੈ, ਬਹੁਤ ਜ਼ਰੂਰਤਾਂ ਹੁੰਦੀਆਂ ਨੇ ਪਰਿਵਾਰਾਂ ਦੀਆਂ। ਸਾਡੇ ਨਾਲ ਦੇ ਧਰਮੀ ਫੌਜੀ ਕੈਂਸਰਾਂ ਨਾਲ ਮਰ ਗਏ ਜੀ, ਕਿਸੇ ਨੇ ਇਲਾਜ ਨਹੀਂ ਕਰਵਾਇਆ ਉਹਨਾਂ ਦਾ, ਆਸ ਤੋਂ ਪੱਖੋਂ ਕਮਜ਼ੋਰ ਸੀ, ਮਰ ਗਏ ਵਿਚਾਰੀ। ਆਪਣੇ ਮੋਗੇ ਦਾ ਸੀਗਾ ਪਾਨ ਸਿੰਘ ਜੀ, ਸਨੈਲ ਸਿੱਖ ਸੀ ਮੁੰਡਾ, ਮੇਰੇ ਨਾਮ ਮੇਰਾ ਕੇਸਵਾਲ ਸੀ, ਉਹ ਜੀ, ਉਹ ਕੈਂਸਰ ਹੋ ਗਿਆ, ਪੈਸੇ ਨਹੀਂ ਮਰ ਗਿਆ ਜੀ, ਇਲਾਜ ਹੀ ਨਹੀਂ ਹੋਇਆ ਜੀ। 4 ਬੇਟੀਆਂ ਸੀ ਉਹਦੀਆਂ, ਇੱਕ ਬੇਟੀ। ਹੋ ਐਡਾ ਦੁਖਾਂਤ, ਐਡੀ ਤਰਾਸਦੀ, ਜਿਨ੍ਹਾਂ ਨੇ ਪੰਥ ਲਈ, ਕੌਮ ਲਈ ਨੌਕਰੀ ਤੱਕ ਠੁਕਰਾ ਦਿੱਤੀ,
ਵੀ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਭ ਕੁਝ ਹੈ, ਜਦੋਂ ਸਾਡੇ ਗੁਰਧਾਮਾਂ ਤੇ ਹਮਲਾ ਕਰ ਦਿੱਤਾ ਤਾਂ ਸਾਡਾ ਜਿਉਣਾ ਹਰਾਮ ਹੈ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਪਰ ਬਾਅਦ ਵਿੱਚ ਆ ਜਿਹੜੇ ਧਰਮ ਦੇ ਅਖੌਤੀ ਠੇਕੇਦਾਰ ਨੇ, ਪੰਥ ਦੇ ਜਿਹੜੇ ਆਪਣੇ ਆਪ ਨੂੰ ਠੇਕੇਦਾਰ ਕਹਾਉਂਦੇ ਨੇ, ਨੁਮਾਇੰਦਾ ਜਥੇਬੰਦੀ ਹੈ ਜਿਹੜੀ SGPC ਸੰਸਥਾ ਜਿਹੜੀ ਹੈ, ਇਹਨਾਂ ਦੇ ਆਗੂਆਂ ਨੇ ਕੀ ਕੀਤਾ ਉਹ ਤੇ ਸੁਣੇ ਚੁੱਕੇ ਹੋ ਤੁਸੀਂ। ਇਹਨਾਂ ਦੇ ਕਿਰਦਾਰ ਇਹ ਟੀਚਰਾਂ ਕਰਦੇ ਸਮਾਗਮ, ਟੀਚਰਾਂ ਕਰਦੇ ਹੈ, ਕੋਈ ਮਾਨ ਸਤਿਕਾਰ ਨਹੀਂ ਦਿੰਦੇ ਇਹ ਇੰਨਾ ਵਧੀਆ, ਜਿਹੜਾ ਕਿ ਜਿਵੇਂ ਕੁਰਬਾਨੀ, ਜਿਵੇਂ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ, ਸਿੰਘਾਂ ਪਰਿਵਾਰਾਂ ਨੇ ਕੀਤੀਆਂ। ਤੁਸੀਂ ਉੱਥੇ ਸ਼੍ਰੋਮਣੀ ਕਮੇਟੀ ਦੇ ਵਿੱਚ ਮਾਥਾ ਟੇਕ ਹਰਿਮੰਦਰ ਸਾਹਿਬ ਵੀ ਜਾਓ ਜੀ ਦਰਸ਼ਨ ਕਰਨ, ਤੁਹਾਨੂੰ ਕਮਰਾ ਨਹੀਂ ਦਿੰਦੇ, ਬੇਇੱਜ਼ਤੀ ਕਰਦੇ। ਉੱਥੇ ਪੈ ਜਾਓ ਜਾ ਕੇ, ਕਿਉਂ ਬੋਲਦੇ ਇਹੋ ਜਿਹਾ? ਜਦੋਂ ਕਿ ਇਹਨਾਂ ਦਾ ਹੱਕ ਬਣਦਾ ਉਹਨਾਂ ਤੇ ਸਪੈਸ਼ਲ ਰੂਮ ਦਿਆ ਕਰਨ, ਉਹਨਾਂ ਦਾ ਮਾਣ ਸਤਿਕਾਰ ਕਰਨ, ਬਈ ਤੁਸੀਂ ਆਏ ਆ ਯੋਧੇ ਹੋ, ਆਓ ਭਾਈ ਉਹ ਕਮਰਾ ਲਓ, ਤੁਸੀਂ ਇੱਥੇ ਰਹੋ। ਇਹ ਕੋਈ ਨਹੀਂ ਹੈ, ਉੱਥੇ ਤਾਂ ਖੜੇ ਰਹੋ ਬਸ, ਜਾਂ ਉੱਥੇ ਬਰਾਂਡਿਆਂ 'ਚ ਪੈ ਜਾਓ, ਜਾਂ ਜਿਹੜੀ ਪੁਰਾਣੀ ਥਾਂ ਉੱਥੇ ਪੈ ਪੂਜੋ ਬਸ। ਜਿਹੜੇ ਇਹਨਾਂ ਦੇ ਸ਼੍ਰੋਮਣੀ SGPC ਜਿਹੜੇ ਮੈਂਬਰ ਨੇ ਸੈਂਕੜੇ, ਉਹਨਾਂ ਲਈ ਕਮਰੇ ਬੁੱਕ ਨੇ। ਕਮਰੇ ਵਾਸਤੇ ਬੁੱਕ ਜੀ ਪਹਿਲਾਂ ਹੀ ਬੁੱਕ ਹੋ ਜਾਂਦੇ ਜੀ। ਸੁਖਬੀਰ ਸਿੰਘ ਬਾਦਲ ਜਾਂਦਾ ਸਪੈਸ਼ਲ ਕਮਰੇ ਹੁੰਦੇ ਉਹਦੇ ਵਾਸਤੇ, ਜਦੋਂ ਜਾਂਦਾ ਇਹ ਵਾਰੀ ਸਰੂਪਾ ਮਿਲਦਾ। ਪਹਿਲੀ ਗੱਲ ਤਾਂ ਸਰੋਪਾ ਕਹਿੰਦੇ ਸਰੋ ਪਾਓ ਹੈ, ਸਰੋ ਪਾਓ ਵੀ ਇੱਕ ਸਿੱਖ ਦੇ ਸਿਰ ਨੂੰ ਸਰੋਪਾ, ਸਰਤਾਰ ਨੂੰ, ਸਿੱਖੀ ਨੂੰ ਸਰੋ ਪਾਓ ਦਿੱਤਾ ਜਾਂਦਾ ਹੈ, ਤੇ ਇਹ ਚੱਕ ਕੇ ਹਰ ਇੱਕ ਬੰਦੇ ਨੂੰ ਸਰੋ ਪਾਓ ਦੇਈ ਜਾਂਦੇ। ਸਾਡੇ ਸਰੋ ਪਾਓ ਦੀ ਕੋਈ ਇਹਨਾਂ ਨੇ ਵੈਲਿਊ ਹੀ ਨਹੀਂ ਛੱਡੀ, ਉਹਦਾ ਮਾਣ ਸਤਿਕਾਰ ਹੀ ਘਟਾਤਾ ਇਹਨਾਂ ਲੋਕਾਂ ਨੇ ਚੱਕ ਕੇ। ਅੱਜ ਹੁਣ ਇਹ ਤੁਸੀਂ ਵੇਖ ਲਓ, ਹੁਣ ਇਲੈਕਸ਼ਨ ਆਉਣੇ ਆ ਜੀ, ਇਹ ਇੰਨੇ ਬੰਦੇ ਸਾਡੇ 'ਚ ਆ ਗਏ, ਉਹਦੇ ਭਾਵੇਂ ਜਰਦਾ ਮੂੰਹ 'ਚ, ਭਾਵੇਂ ਬੀੜੀਆਂ ਪੀ ਗਿਆ ਚਾਹੇ ਦਾਰੂ ਪੀ ਗਿਆ, ਉਹਦੇ ਗਲ 'ਚ ਸਰੂਪਾ ਪਾ ਦੇਣਾ ਇਹਨਾਂ ਨੇ। ਮਾਨਤਾ ਹੀ ਨਹੀਂ ਸਾਡੇ ਸਰੂਪੇ ਹੀ ਛੱਡੀ ਨੇ ਲੋਕਾਂ ਨੇ। ਬਿਲਕੁਲ ਬਿਲਕੁਲ, ਜਾਣੀ ਇੱਕ ਮਰਿਆਦਾ ਦਾ ਕਾਣ, ਇੱਕ ਸਿੱਖੀ ਦਾ ਜ਼ਿਆਦਾ ਕਹਾਣ ਕਰਤਾ ਜੀ ਸਾਡਾ ਇੰਨੀ ਮਰਿਆਦਾ, ਕੋਈ ਵੀ ਮਰਿਆਦਾ ਨਹੀਂ ਛੱਡੀ ਇਹਨਾਂ ਨੇ। ਤੁਸੀਂ ਰਹਿ ਰਾਸਤੇ ਵਿੱਚ ਵੇਖੋ, ਸ਼੍ਰੋਮਣੀ ਕਮੇਟੀ ਦਾ ਵੇਖੋ, ਸਾਲ ਦੇ ਗੁਟਕੇ ਸਾਹਿਬ ਲੈ ਕੇ ਵੇਖੋ, ਇਹਨਾਂ ਨੇ ਸਾਡੇ ਦੋਹਰੇ ਕੱਟ ਦੇ ਵਿੱਚ ਰਹਿ ਰਾਸਤੇ ਵੀ ਦੋਹਰੇ ਕੱਟ ਤੇ ਇੱਕ ਦੂਤੇ ਹੋਰ ਕੀ ਹੋਣਾ। ਸਾਡੀ ਗੁਰਬਾਣੀ ਦੇ ਵਿੱਚੋਂ ਜਿਹੜੀ ਨਿਤ ਨੇਮ ਦੀ ਉਹਦੇ ਦੋਹਰੇ ਕੱਟ ਛਾਟ ਕਰਕੇ ਦਿੱਤਾ ਬਸ। ਮਤਲਬ ਆਪਾਂ ਇੰਝ ਕਹਿ ਲਈ ਵੀ ਹਰ ਪੱਖੋਂ ਹੀ ਤੁਸੀਂ ਕਹਿਣਾ ਚਾਹੁੰਦੇ ਵੀ ਹਰ ਪੱਖੋਂ ਹੀ ਕੌਮ ਦਾ, ਸਿੱਖੀ ਦਾ, ਸਾਡੇ ਸਿੱਖੀ ਸਿਧਾਂਤਾਂ ਦਾ, ਮਤਲਬ ਜਿਹੜੀ ਆਪਣੇ ਆਪ ਨੂੰ ਨੁਮਾਇੰਦਾ ਜਥੇਬੰਦੀ ਬਣਦੀ ਹੈ ਨਾ ਪੰਥ ਦੀ, ਵੀ ਇਹਨੇ ਕਹਾਣੀ ਕੀਤਾ ਹੁਣ ਤੱਕ, ਇਹੀ ਕਹਿਣਾ ਚਾਹੁੰਦੇ ਹੋ? ਬਿਲਕੁਲ ਬਿਲਕੁਲ, ਕਹਾਣੀ ਕੀਤਾ। ਕੋਈ ਅੱਜ ਤੱਕ ਦੱਸੋ ਜੀ, ਜਿਹੜੀ ਸ਼੍ਰੋਮਣੀ ਕਮੇਟੀ ਜਿਉਂ ਇਹਦੇ ਸੰਸਥਾ ਦੇ ਵਿੱਚ ਆਈ ਹੈ, ਜਿਉਂ ਬਾਦਲ ਕੇ ਪਰਿਵਾਰ ਦਾ ਰਾਜ ਇਹਦੇ ਉੱਤੇ ਪ੍ਰਭਾਵ ਪੈ ਗਿਆ, ਉਦੋਂ ਤੋਂ ਲੈ ਕੇ ਅੱਜ ਤੱਕ ਦੱਸੋ ਵੀ ਸ਼੍ਰੋਮਣੀ ਕਮੇਟੀ ਨੇ ਕੋਈ ਆਲਾ ਕੰਮ, ਕੋਈ ਚੰਗੇ ਟੌਪ ਦੇ ਸਕੂਲ ਖੋਲ੍ਹੇ ਹੋਣ, ਸਾਡੇ ਜਿਹੜੇ ਮੀਡੀਅਮ ਸਿੱਖ ਹੈ, ਸਿੱਖ ਪਰਿਵਾਰ ਹੈ, ਉਹਨਾਂ ਦੇ ਕਿਸੇ ਬੱਚੇ ਨੇ ਐਜੂਕੇਟਡ ਕੀਤਾ? ਕੋਈ ਸਾਡਾ ਸਿੱਖ ਬੱਚਾ ਕੋਈ ਗ੍ਰੈਜੂਏਟਡ ਅਫਸਰ ਹੈਗਾ ਜੀ? ਸਾਰੇ UP ਬਿਹਾਰ 'ਚੋਂ ਲਿਆ ਕੇ ਸਾਡੇ ਸਿਰ 'ਤੇ ਬਾਏ ਹੈ। ਸਾਡੀ ਕੌਮ ਨੂੰ ਕੀ ਹੋਇਆ? ਅਸੀਂ ਕਿਉਂ ਨਹੀਂ ਪੜ੍ਹਾ, ਸਾਡੇ ਬੱਚੇ ਕਿਉਂ ਨਹੀਂ ਪੜ੍ਹ ਸਕਦੇ? ਇਹਨਾਂ ਦੇ ਆਪਦੀ ਕਿਉਂ ਪੜ੍ਹਦੇ? ਇਹਨਾਂ ਨੇ ਬਾਹਰ ਅਮਰੀਕਾ ਕੈਨੇਡਾ 'ਚ ਪੜ੍ਹਾਈ। ਸਾਡੇ ਆਮ ਸਿੱਖ ਕੌਮ ਹੈ ਜਿਹੜੀ ਉਹ ਰੋਲਦੀ ਫਿਰਦੀ, ਐਜੂਕੇਸ਼ਨ ਨਹੀਂ ਹੋਈ, ਕਿਉਂਕਿ ਪੰਜਾਬ ਦੇ ਵਿੱਚ ਥੋੜ੍ਹੇ ਹੀ ਬੰਦਿਆਂ ਲੋਕਾਂ ਕੋਲ ਜ਼ਮੀਨ ਹੈ, ਜਦ ਖੁੱਲ੍ਹੀ ਹੈ। ਆਮ 10 ਜਾਂ 15 ਕਿੱਲੇ ਜ਼ਮੀਨ ਹੈ ਆਮ ਲੋਕਾਂ ਕੋਲ ਇੰਨੀ ਹੈ, ਤਾਂ 10-15 ਕਿੱਲੇ ਅੱਜ ਦੀ ਜੋ ਮਹਿੰਗਾਈ ਦੇ ਹਿਸਾਬ ਨਾਲ ਬੱਚੇ ਨੂੰ ਕਿਵੇਂ ਐਜੂਕੇਸ਼ਨ ਦੇਊਗਾ ਜੀ? ਐਜੂਕੇਸ਼ਨ ਹੀ ਇੰਨੀ ਮਹਿੰਗੀ, ਕਿੱਥੋਂ ਪੜ੍ਹਾ ਲੂਗਾ ਕੋਈ? ਇਹਨਾਂ ਨੂੰ ਸਹੂਲਤ ਨਹੀਂ ਦੀ, ਐਜੂਕੇਸ਼ਨ ਫਰੀ ਕਰ ਦਿੰਦੇ। ਕਾਲਜ ਵੀ ਬੜੇ ਖੋਲ੍ਹੇ ਨੇ, ਸਕੂਲ ਵੀ ਬੜੇ ਖੋਲ੍ਹੇ ਨੇ, ਐਡਮਿਸ਼ਨਾਂ ਨਹੀਂ ਮਿਲਦੀਆਂ ਜੀ, ਸਿੱਖਾਂ ਦੇ ਬੱਚਿਆਂ ਨੂੰ ਤਾਂ ਐਡਮਿਸ਼ਨ ਨਹੀਂ ਮਿਲਦੀ ਛੇਤੀ ਕੀਤੀ, ਇਹਨਾਂ ਦੇ ਆਪਦੇ ਨੂੰ ਮਿਲੂਗੀ ਜੀ ਮਿਲੀ ਤਾਂ। ਸ਼੍ਰੋਮਣੀ ਕਮੇਟੀ 'ਚ ਜਾ ਕੇ ਵੇਖੋ, ਜਿੰਨੇ ਮੁਲਾਜ਼ਮ ਇਹਨਾਂ ਜਿਹੜੇ ਆਪਦੇ ਮੁਲਾਜ਼ਮ ਹੈ ਜਾਂ ਇਹਨਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ, ਉਹਨਾਂ ਰਿਸ਼ਤੇਦਾਰੇ ਵਾਲਾ ਵਗੈਰਾ ਜਾਲ ਸਾਰਾ ਉਹ ਤੇ ਜਾਲ ਪੁਣਿਆ ਵੇ। ਮਤਲਬ ਤੁਸੀਂ ਦੂਜੇ ਸ਼ਬਦਾਂ 'ਚ ਇਹ ਕਹਿਣਾ ਚਾਹੁੰਦੇ ਹੋ ਵੀ SGPC ਦੇ ਉੱਪਰ RSS ਦਾ ਪੂਰਾ ਕਬਜ਼ਾ ਹੈ? ਪੂਰਾ ਕਬਜ਼ਾ, ਫੁੱਲ ਕਬਜ਼ਾ ਜੀ ਇਸ ਤੇ, ਇਹੀ ਕਹਿਣਾ ਚਾਹੁੰਦੇ? ਹਾਂਜੀ, ਮੋਹਨ ਭਾਗਵਤ ਦੇ ਨਾਲ ਹੀ ਮਿਲ ਕੇ ਚੱਲਦੀ ਹੈ। ਅੱਛਾ, ਉਹਦੇ ਨਾਲ ਮੋਹਨ ਭਾਗਵਤ ਨਾਲ ਮਿਲ ਕੇ ਚੱਲਦੀ ਹੈ SGPC? ਬਿਲਕੁਲ ਹੀ ਹੈ ਜੀ, ਤਾਂ ਸਪਸ਼ਟੀ ਹੈ। ਜਦੋਂ ਆਪਦੀ ਕੌਮ ਨੂੰ ਅੱਖੋਂ ਪਰੋਖਾ ਕਰੀ ਜਾਂਦੇ ਹੈ ਕਿ ਉਹਨਾਂ ਲੋਕਾਂ ਦੀਆਂ ਗੱਲਾਂ ਨੂੰ ਉਹਦੇ ਵਿਰੋਧਤਾ ਹੀ ਨਹੀਂ ਕਰਦੇ। ਕਿੰਨੀਆਂ ਥਾਵਾਂ 'ਤੇ ਸਾਡੀ ਬੇਅਦਬੀ ਹੋਈ, ਕਿੰਨੇ ਥਾਵਾਂ 'ਤੇ ਉਹਨਾਂ ਨੇ ਗਲਤ ਕੰਮ ਕੀਤੇ, ਕਿੰਨੇ ਥਾਵਾਂ 'ਤੇ ਉਹਨਾਂ ਨੇ ਸਾਡੇ ਕਿਤਾਬਾਂ ਦੇ ਵਿੱਚ ਕੀ ਕੁਛ ਲਿਖਿਆ ਉਹਨਾਂ ਨੇ ਗਲਤ। ਬਿਲਕੁਲ ਬਿਲਕੁਲ, ਉਹਨਾਂ 'ਤੇ ਕੋਈ ਇਹਨਾਂ ਨੇ ਇਤਿਹਾਸ ਵਿਗਾੜ ਕੇ ਰੱਖਿਆ। ਅੱਜ ਤੱਕ ਕੋਈ ਇਹਨਾਂ ਨੇ ਲਿਆ ਸਟੈਂਡ ਹੀ, ਜਾਂ ਉਹਨਾਂ 'ਤੇ ਕੋਈ ਕੇਸ ਕੀਤਾ, ਜਾਂ ਉਹਨਾਂ 'ਤੇ ਕੋਈ ਸਟੈਂਡ ਲਿਆ? ਕੋਈ ਸਟੈਂਡ ਨਾ ਲੈਣ ਦਾ ਕਾਰਨ ਆਪਸੀ ਗੰਢ ਧੁੱਪ ਤੇ ਰਾਜ ਕਰਨਾ ਤੇ ਐਸ਼ ਕਰਨੀ। ਐਸ਼ ਪ੍ਰਸਤ ਲੋਕ ਹੈ, ਧਰਮ ਜਿੱਥੇ ਜਾਂਦਾ ਤੇ ਜਾਵੇ, ਧਰਮ ਜਾਂਦਾ ਜਾਵੇ, ਧਰਮ ਦੀ ਕੋਈ ਪਰਵਾਹ, ਧਰਮ ਦੀ ਇਹਨਾਂ ਨੂੰ ਕੋਈ ਚਿੰਤਾ ਨਹੀਂ ਹੈ।
ਮਤਲਬ ਜੋ ਗੁਰੂ ਸਾਹਿਬ ਨੇ ਬਚਨ ਕੀਤੇ ਨੇ ਧਰਮ ਪੰਖ ਕਰ ਉੱਡ ਰਿਹਾ, ਹਾਂਜੀ ਉਹ ਇਹਨਾਂ ਲੋਕਾਂ ਤੇ ਢੁਕਦਾ। ਹਾਂਜੀ ਗੁਰੂ ਸਾਹਿਬ ਵੇਖੋ ਜੀ ਆਪਦੇ ਬੱਚਿਆਂ ਨੂੰ ਆਪਦੀ ਗੋਦ 'ਚ ਰੱਖ ਸਕਦੇ ਸੀ, ਉਹਨਾਂ ਕੋਈ ਸ਼ਕਤੀ ਸੀ ਨਹੀਂ, ਕੱਖ ਨਾ ਹੋਣ ਦਿੰਦੇ। ਉਹਨੇ ਸਾਰਾ ਸਰਬੰਸ ਸਵਾਰ, ਫਿਰ ਉਹਨੇ ਕਿਹਾ ਜਦੋਂ ਮਾਤਾ ਨੇ ਕਿਹਾ ਵੀ ਬੱਚੇ ਵਹਾਂ 4 ਹੋਏ ਤਾਂ ਕਿਆ ਹੋਏ, ਕਈ ਜੀਵਤ ਹਜ਼ਾਰ ਵੀ ਲੱਖਾਂ ਹੀ ਤੇਰੇ ਪੁੱਤ ਸਿੱਖਾਂ ਤੇ ਸਾਡੀ, ਪਰ ਇਹੋ ਜਿਹੇ ਤਾਂ ਨਹੀਂ ਜੀ, ਇਹੋ ਜਿਹੇ ਤਾਂ ਨਹੀਂ, ਇਹ ਉਹੋ ਜਿਹੇ ਹੈ ਹੀ ਨਹੀਂ। ਇਹਨਾਂ ਨੇ ਸਾਡਾ ਵਿਗਾੜ ਹੀ ਦਿੱਤਾ ਸਾਰਾ ਕੁਛ। ਗੁਰੂ ਕਲਗੀਧਰ ਪਾਤਸ਼ਾਹ ਨੇ ਇਹੋ ਜਿਹਾ ਵਾਸਤੇ ਨਹੀਂ ਕਿਹਾ ਹੈ। ਹਾਂ ਐਡਾ ਕੁਛ ਦੇ ਕੇ ਗਿਆ ਸੀ, ਜਿਹੜਾ ਸਾਨੂੰ ਇੰਨਾ ਮਹਾਨ ਗ੍ਰੰਥ ਦੇ ਕੇ, ਏਡੀ ਮਹਾਨ ਕੁਰਬਾਨੀ ਦੇ ਕੇ, ਏਡਾ ਵੱਡਾ ਇਤਿਹਾਸ ਦੇ ਕੇ ਬਣਾ ਕੇ ਸਾਨੂੰ ਸਾਡਾ ਜਚੀਲਾਪਨ ਲਿਆਉਣ ਵਾਸਤੇ ਸਾਡੀ ਕੌਮ ਦੇ ਵਿੱਚ, ਤੇ ਇਹ ਲੋਕ ਬੇਈਮਾਨ ਲੋਕ ਵੜ ਕੇ ਬਹਿ ਗਏ ਉਹ ਜਗ੍ਹਾ। ਉਹ ਜੀਵਤ ਕਈ ਹਜ਼ਾਰ, ਉਹਨਾਂ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਉਂਦੇ ਆ, ਉਹਨਾਂ ਵਿੱਚ ਹੋਰ ਕੌਮੀ ਪਰਵਾਨੇ ਆਉਂਦੇ ਨੇ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਚ ਆਉਂਦੇ ਆ, ਭਾਈ ਸੁਖਦੇਵ ਸਿੰਘ ਬੱਬਰ ਉਹਨਾਂ ਚ ਆਉਂਦੇ ਆ, ਹੋਰ ਯੋਧੇ ਆਉਂਦੇ ਨੇ ਉਹਨਾਂ ਚ। ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿਹੜਾ ਹੋਇਆ, ਤੇ ਇਹ ਜਿਹੜੇ ਮਤਲਬ ਅੱਜ ਵੀ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਗਏ, ਬਰਬਾਦ ਹੋ ਗਏ, ਘਰਾਂ ਦਾ ਬੇਹਾਲ ਆ ਜੀ। ਐਜੂਕੇਸ਼ਨ ਨਹੀਂ, ਉਹਨਾਂ ਦੇ ਪਰਿਵਾਰ ਐਜੂਕੇਸ਼ਨ ਨਹੀਂ ਰਹਿ ਗਏ, ਚੰਗੀ ਐਜੂਕੇਸ਼ਨ ਨਹੀਂ ਦੇ ਸਕੇ ਉਹਦੇ ਬੱਚਿਆਂ ਨੂੰ, ਕਿੱਥੋਂ ਦੇ ਦੇਣਗੇ ਐਜੂਕੇਸ਼ਨ। ਪਰ ਉਹ ਉਹਨਾਂ ਯੋਧਿਆਂ ਲਈ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਪਰਿਵਾਰ ਕੋਲੇ ਸੇਵੇ ਵਾਲੇ, ਉਹ ਉਹਨਾਂ ਦਾ ਬੱਚਾ ਅੱਜ ਕੁਛ ਟਾਈਮ ਉਹਨਾਂ ਨੇ ਇੱਕ ਸੰਸਥਾ ਸੀ, ਉਹਨਾਂ ਦੇ ਪੜ੍ਹਨ ਲਾ ਦਿਓ, ਤੇ ਉਹਨੇ ਲਾਤਾ, ਤੇ ਲੋਕ ਸਾਹਿਬ ਪੈਸੇ ਦੇ ਕੇ ਦੁਬਾਰਾ ਦਿੰਦੇ ਜੀ, ਬਾਹਰੋਂ ਤਾਂ ਪੈਸਾ ਹੁਣ ਵੜ ਗਿਆ। ਉਹਨਾਂ ਦੀਆਂ ਫੋਟੋ ਖਿੱਚ ਕੇ ਲੈ ਕੇ ਘਰ ਦੀਆਂ, ਉਹਨਾਂ ਦਾ ਕੋਈ ਫੋਨ ਨੰਬਰ ਨਹੀਂ ਦਿੱਤਾ, ਕੁਛ ਨਹੀਂ ਦਿੱਤਾ। ਉਹ ਹੁਣ ਹਾਰ ਕੇ ਸਰਕਾਰੀ ਸਕੂਲ ਚਲਾਤਾ ਜੀ ਉਹਨਾਂ ਨੇ ਵਿਚਾਰਿਆਂ ਨੇ। ਕੀ ਉਹ ਸ਼ਹੀਦ ਪਰਿਵਾਰ ਦੇ 2 ਬੱਚਿਆਂ ਨੂੰ ਅਸੀਂ ਸਾਡੀ ਕੌਮ ਪੜ੍ਹਾ ਨਹੀਂ ਸਕਦੇ? ਕੀ ਨਹੀਂ ਹੈਗਾ ਕੌਮ ਕੋਲ ਸਾਡੀ, ਉਹ ਅੱਜ ਸਰਕਾਰੀ ਸਕੂਲ 'ਚ ਪੜ੍ਹਦੇ। ਸ਼ਹੀਦ ਪਰਿਵਾਰਾਂ ਦੀ ਜਿਹੜੀ ਪਰਿਵਾਰਾਂ ਤੱਕ ਅਸੀਂ ਪਹੁੰਚਦੇ ਹਾਂ ਗੁਰਬਾਣੀ ਖੰਡਬਾਣੀ ਚੈਨਲ ਰਾਹੀਂ, ਤਾਂ ਉੱਥੇ ਜਾ ਕੇ ਭੁੱਬਾਂ ਨਿਕਲਦੀਆਂ, ਤਹਾਂ ਨਿਕਲਦੀਆਂ ਉਹਨਾਂ ਪਰਿਵਾਰਾਂ ਦੀ। ਜਦੋਂ ਦਾਸਤਾਨ ਸੁਣਦੇ ਆ ਨਾ, ਉਹ ਮਤਲਬ ਜਿਹੜੀ ਹੂਕ ਆ ਹੈ ਨਾ, ਉਹਨਾਂ ਨਾਲ ਜਿਹੜਾ ਦਰਦ ਹੈ, ਮੈਂ ਸ਼ਾਇਦ ਲਫ਼ਜ਼ਾਂ 'ਚ ਬਿਆਨ ਨਾ ਕਰ ਸਕਾਂ, ਲਫ਼ਜ਼ਾਂ 'ਚ ਬਿਆਨ ਨਹੀਂ ਹੁੰਦਾ। ਉਹ ਘਰਾਂ ਦੇ ਦਰਵਾਜ਼ੇ ਤੱਕ ਟੁੱਟੇ ਹੋਏ, ਦਰਵਾਜ਼ੇ ਛੱਤਾਂ ਹੀ ਨਹੀਂ, ਬਾਥਰੂਮ ਨੂੰ ਦਰਵਾਜ਼ੇ ਨਹੀਂ ਲੱਗੇ ਹੋਏ, ਬੱਚੀਆਂ ਉਹਨਾਂ ਦੀਆਂ ਕਿਸੇ ਖਾੜਕੂ ਦੀਆਂ ਭਤੀਜੀਆਂ, ਕਿਸੇ ਦੇ ਹੋਰ ਪਰਿਵਾਰ ਦੇ ਵਿੱਚੋਂ, ਉਹਨਾਂ ਦੇ ਕਈਆਂ ਦੇ ਵਿਆਹ ਹੋਣ ਵਾਲੇ ਵੀ ਬਾਕੀ ਹੈ। ਹਾਂ ਹੈਗੇ ਬਿਲਕੁਲ। ਬਾਪ ਦੀ ਇਹ ਹੂਕ ਸੀ, ਕੈਮਰੇ ਸਾਹਮਣੇ ਰੋਕ ਕੇ ਸ਼ਹੀਦ ਪਰਿਵਾਰ ਦੇ ਭਰਾ ਦੀ, ਕਹਿੰਦਾ ਜੀ ਸਾਡੇ ਕੋਲ ਸਾਡੀ ਬੱਚੀ ਨੂੰ ਜਿਹੜੀ ਬਰਾਤ ਆਊਗੀ ਉਹਨੂੰ ਖਿਲਾਉਣ ਪਿਲਾਉਣ ਵਾਸਤੇ ਵੀ ਸਮਰੱਥਾ ਨਹੀਂ। ਇਹ ਤਾਂ ਦੁਖਾਂਤ ਹੈ। ਪੜ੍ਹਾਈ ਦੀ ਗੱਲ ਤਾਂ ਇੱਕ ਪਾਸੇ ਰਹੀ, ਪਰ ਬਹੁਤ ਸੀ ਆ। ਮੈਂ ਆਪ ਬਹੁਤ ਤੁਹਾਡੇ ਸਾਹਮਣੇ ਜੀ, ਬਹੁਤ ਬੇਟੀ ਰੋਲ ਛੋੜ ਕੇ ਮੇਰੇ ਰਿਸ਼ਤੇਦਾਰ ਨੇ ਮਦਦ ਕੀਤੀ। ਇੱਕ ਮੈਂ ਤੁਹਾਨੂੰ ਦੱਸਿਆ ਸੀਗਾ ਵੀ IG ਇਕਬਾਲ ਸਿੰਘ ਹੈ ਗਿੱਲ ਲੁਧਿਆਣੇ ਦਾ, ਉਹਨੇ ਮੇਰੀ ਸਪੋਰਟ ਕੀਤੀ ਜੀ। ਮੈਂ ਬੱਚੀ ਨੂੰ ਰੋਲ ਖੋਲ ਕੇ ਪੜ੍ਹਾ ਲਿਆ ਦਿਹਾੜੀ ਦੱਪਾ ਕਰਕੇ। ਪੰਜਾਬ ਪੁਲਿਸ ਤੇ IG ਹਾਂ ਉੱਥੋਂ ਤੈਰ ਹੋਏ ਜੀ ਉਹ, ਕਿ ਉਹਨਾਂ ਨੇ ਮੇਰੀ ਮਦਦ ਕੀਤੀ ਬਹੁਤ। ਇਕਬਾਲ ਸਿੰਘ ਜੀ ਤੇ ਮੇਰੇ ਰਿਸ਼ਤੇਦਾਰ ਨੇ ਮਦਦ ਕੀਤੀ ਮੇਰੀ। ਤੇ ਆਹ ਹੁਣ ਮਕਾਨ ਵੀ ਉਹਦਾ ਹੈ, ਬਿਜਲੀ ਦਾ ਬਿੱਲ ਉਹ ਦਿੰਦਾ ਵਿੱਚ। ਤੁਹਾਡੇ ਕੋਲ ਆਪਣਾ ਮਕਾਨ ਵੀ ਹੈ? ਨਹੀਂ ਮਕਾਨ ਵੀ ਹੈ ਨਹੀਂ। ਤੇ ਅੱਜ ਮੈਨੂੰ ਇਹ ਮੇਰੀ ਬੇਟੀ ਕਹਿੰਦੀ ਮੈਂ ਬਾਹਰ ਜਾਣਾ ਹੈ, ਉਹ ਆਂਦੀ ਮੈਂ ਅਜੇ ਕਰਾਉਂਗੀ ਨਹੀਂ, ਤੇ ਹੁਣ ਪੈਸਾ ਕਿੱਥੋਂ ਲਿਆਵਾਂ? 18 ਲੱਖ ਰੁਪਈਆ ਚਾਹੀਦਾ ਬਾਹਰ ਭੇਜਣ ਨਾਲ। ਉਹ ਆਂਦੀ ਮੈਂ ਕਰਜ਼ਾ ਲਵਾਂ। ਮੈਨੂੰ ਇਹ ਚਿੰਤਾ ਬਣੀ ਹੈ ਵੀ ਕਰਜ਼ਾ ਤਾਂ ਮਿਲ ਜੂਗਾ, ਦਿੰਦੇ ਆ ਚੰਡੀਗੜ੍ਹੋਂ, ਪਰ ਉਹ ਲਾਊ ਕਿਵੇਂ? ਬਾਹਰ ਜਾ ਕੇ ਜੇ ਪੂਰਾ ਕੰਮ ਨਾ ਮਿਲਿਆ, ਪੂਰੀ ਕਮਾਈ ਨਾ ਹੋਈ, ਤਾਂ ਬੱਚੀ ਰੁਲ ਜੂਗੀ। ਪਹਿਲਾਂ ਹੀ ਰੁਲ ਕੇ ਤਾਂ ਪੜੀਏ ਤੇ ਹੋਰ ਰੁਲ ਜੂਗੀ। ਇਹ ਦਿਮਾਗ 'ਤੇ ਬੋਝ ਹੈ। ਮੈਂ ਇਕੱਲੇ ਬੈਠ ਕੇ ਕਮਰਿਆਂ 'ਚ ਪਰਿਵਾਰ ਤੋਂ ਬੱਚੇ ਤੋਂ ਪਾਸੇ ਹੋ ਕੇ ਰੋ ਲਈਦਾ ਵੀ ਅੱਜ ਸਾਡੇ ਬੱਚੇ ਵੀ ਅਸੀਂ ਉਹਨਾਂ ਨੂੰ ਕਿਸੇ ਪਾਸੇ ਲਾਉਣ ਜੋਗੇ ਨਹੀਂ ਹੈਗੇ। ਹਾਲਾਤ ਸਾਡੇ। ਤੇ ਜਿਹੜੇ ਭੈਣ ਭਰਾ ਜੀ ਹੁੰਦੇ ਆ ਸਕੇ ਉਹਦੇ, ਉਹ ਜਿੰਨਾ ਚਿਕਰ ਆਪਣਾ ਹੱਥ ਚੱਲਦਾ ਉਹਨਾਂ ਚਿਕਰ ਭਰਾ ਭੈਣ ਛੱਡਦੇ, ਜਦੋਂ ਤੰਗੀ ਆ ਜਾਂਦੀ ਹੈ ਸਭ ਪਾਸਾ ਕਰਨੀ ਕਰ ਜਾਂਦੇ ਆ। ਉਦੋਂ ਕੋਈ ਨਹੀਂ ਕਿਸੇ ਦੇ ਕੋਲੇ ਆਉਂਦਾ, ਕਿਉਂ ਵੀ ਇਹਨੂੰ ਕੋਈ ਮਦਦ ਦੇਣੀ ਪਊਗੀ। ਉਦੋਂ ਸਭ ਪਾਸੇ ਕਰਨੀ ਕਤਰਾ ਜਾਂਦੇ ਆ, ਕੋਈ ਨਹੀਂ। ਰਿਸ਼ਤੇਦਾਰ ਵੀ ਛੱਡ ਜਾਂਦੇ ਆ। ਇੱਥੋਂ ਤੱਕ ਰਹਿ ਗਈਆਂ ਘਰਾਂ। ਮੈਂ ਇੱਕ ਖਾੜਕੂ ਪਰਿਵਾਰ ਨੂੰ ਤੁਹਾਨੂੰ ਮਿਲਾਊਂਗਾ। ਉਹ ਜਦੋਂ ਸਿੰਘ ਉੱਧਰ ਜਾ ਵੜਿਆ, ਉਹਦੇ ਇੱਕ ਬੇਟੀ ਤੇ ਇੱਕ ਬੇਟਾ ਸੀ। ਉਹਦੇ ਘਰ ਇਹਨੂੰ ਨਹੀਂ ਭੇਜਿਆ ਜੀ ਉਹਦੇ ਸਹੁਰਿਆਂ ਨੇ। ਆਂਦੇ ਅਸੀਂ ਨਹੀਂ ਭੇਜਣਾ ਇਹ ਖਾੜਕੂਆਂ 'ਚ। ਪਤਾ ਨਹੀਂ ਕਿਵੇਂ ਪਲੇ ਵਿਚਾਰੇ ਹੌਲੀ ਹੌਲੀ। ਹੁਣ ਬੇਟਾ ਬਾਹਰ ਚਲਾ ਗਿਆ। ਦੇਖੋ ਕੀ ਹਾਲਾਤ ਰਹੇ ਹੋਣਗੇ ਉਹਨਾਂ ਦੇ। ਕਿਸੇ ਤੇ ਨਿਰਭਰ ਰਹਿ ਕੇ ਆਪਣੀ ਜ਼ਿੰਦਗੀ ਨੂੰ ਬਹਾਲ ਕਰਨਾ ਕਿੱਡਾ ਔਖਾ ਹੈ। ਇਹੋ ਜਿਹੇ ਹਾਲਾਤ ਹੈ ਸਾਡੇ ਕੌਮ।
ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸੀ ਵੀ ਮੈਨੂੰ ਸਿਮਰਜੀਤ ਸਿੰਘ ਮਾਨ ਨੇ 1991 ਚ ਇਲੈਕਸ਼ਨ ਹੋਈ ਜਿਹੜੇ ਕੈਂਸਲ ਹੋ ਗਈ ਸੀ ਜੀ, ਉਹਦੇ ਮੈਨੂੰ 2 ਟਿਕਟਾਂ ਦੇ ਦਿੱਤੀਆਂ ਸੀ। ਇੱਕ MLA ਪਹਿਲਾਂ ਦੇ ਦਿੱਤੀ, ਫਿਰ MP ਦੀ ਵੀ ਦੇ ਦਿੱਤੀ, ਕਿਉਂਕਿ ਰੋਡਿਆਂ ਨਾਲ ਇਹਨਾਂ ਦੀ ਕਸ਼ਮਕਸ਼ ਹੋ ਗਈ ਸੀ, ਰੋਡਿਆਂ 'ਚ ਬਾਗੀ ਹੋ ਗਏ ਸੀ। ਉਹਦੇ 'ਚ ਫਿਰ ਆਪਣੇ ਭਾਈ ਮੋਹਕਮ ਸਿੰਘ, ਉਹਦੀ ਸਿਸਟਰ ਵਿਆਹੀ ਸੀਗੀ ਸਾਦਕ ਦੇ ਨਾਲ ਹੀ ਹੈ ਪਿੰਡ ਪਿੰਡੀ ਬਲੋਚਾਂ। ਭਾਈ ਮੋਹਕਮ ਸਿੰਘ ਦਮਦਮੀ ਟਕਸਾਲ ਵਾਲਾ? ਹਾਂਜੀ ਹਾਂਜੀ, ਉਹਦੀ ਭੈਣ ਉੱਥੇ ਵਿਆਹੀ ਸੀ। ਉਹ ਹੈ ਮੋਰੇ ਵਾਲਾ ਉਹਨਾਂ ਦਾ ਪਿੰਡ ਭਾਈ ਮੋਹਕਮ ਸਿੰਘ ਦਾ, ਫਿਰੋਜ਼ਪੁਰ ਦੇ ਕੋਲੇ, ਤੇ ਵਿਆਹੀ ਇੱਥੇ ਸੀ। ਤੇ ਉਹ ਮੁੰਡਾ ਖਾੜਕੂਲਾ ਸੀ, ਉਹ ਸ਼ਹੀਦ ਹੋ ਗਿਆ। ਉਸ ਤੋਂ ਬਾਅਦ ਉਹਦਾ ਪਿਓ ਤੇ ਭਰਾ ਨੂੰ ਪੁਲਿਸ ਵਾਲੇ ਖਾੜਕੂ ਭੇਜ ਜਾਣ ਕੇ ਘਰੇ ਮਾਰ ਗਈ। ਉਹਨਾਂ ਦੀਆਂ ਲਾਸ਼ਾਂ ਇੰਦਰਜੀਤ ਸੇਖੋ ਦਾ ਜਿਹੜਾ ਵਕੀਲ ਦਾ ਬੇਟਾ ਸਿਮਰਜੀਤ ਸੇਖੋ ਤੇ ਮੈਂ ਦੋਨਾਂ ਨੇ ਜਾ ਕੇ ਉਹਨਾਂ ਦੀਆਂ ਲਾਸ਼ਾਂ ਲਿਆਂਦੀਆਂ ਜੀ, ਪੋਸਟਮਾਰਟਮ ਕਰਾਇਆ, ਫਿਰ ਸੰਸਕਾਰ ਕੀਤਾ, ਫਿਰ ਉਹਨਾਂ ਦਾ ਭੋਗ ਪਾਇਆ ਜੀ। ਉਹਦੇ 'ਚ ਮੇਰੀਆਂ ਵੀਡੀਓ ਬਣਾ ਲਈਆਂ ਪੁਲਿਸ ਨੇ। ਪੁਲਿਸ ਨੇ? ਹਾਂਜੀ। ਕੋਈ ਫਿਰ ਮੈਨੂੰ ਬਹੁਤ ਤੰਗ ਕੀਤਾ, ਕਦੇ ਥਾਣੇ ਬੁਲਾ ਲਿਆ, ਕਦੇ SSP ਕੋਲੇ ਬੁਲਾ ਲਿਆ। ਮੈਂ ਖਾੜਕੂਆਂ ਦੇ ਭੋਗ ਬਹੁਤ ਪਾਏ ਹੈ। ਖਾੜਕੂ ਸਿੰਘ? ਹਾਂਜੀ। ਕਿਹੜੇ ਕਿਹੜੇ ਆਂਦੇ? ਕੁਛ ਅਮਰੀਕ ਸਿੰਘ ਤੇ ਉਹ ਪਰਿਵਾਰ 3 ਪਰਿਵਾਰਾਂ ਦੇ ਹੈ, ਤੇ ਇੱਕ ਗੁਰਮੀਤ ਸਿੰਘ ਮਚਾਕੀ, ਇਹ 3 ਪਰਿਵਾਰ। ਪਿੰਡੀ ਬਲੋਚਾਂ ਉਹਦੇ ਪੁੱਤ ਸੀ, ਹਰਜਿੰਦਰ ਸਿੰਘ ਜਿੰਦਰ ਦੇ ਪਿਤਾ ਦਾ ਤੇ ਭਰਾ ਦਾ। ਬਹੁਤ ਵੱਡਾ ਇਕੱਠ ਸੀ। ਇਸ਼ਤਿਹਾਰ ਛਪਾ ਕੇ ਮੈਂ ਆਪਦੇ ਨੂੰ ਜਾਰੀ ਕਰਕੇ ਲਿਖਿਆ ਸੀ ਆਪਣੇ ਵੱਲੋਂ। ਹਾਂਜੀ। ਤੇ ਜਦੋਂ ਕਿ ਗੁਰਮੀਤ ਸਿੰਘ ਜਿਹੜਾ ਮਚਾਕੀ ਸੀ, ਇਹਦਾ ਆਂਦੇ ਸੀ ਭੋਗ ਖੰਡ ਪਾਠ ਕਰਾਉਣ ਨਹੀਂ ਦੇਣਾ, ਭੋਗ ਮੈਂ ਪਾ ਕੇ ਛੱਡਿਆ ਜੀ। ਉੱਥੇ ਧਿਆਨ ਸਿੰਘ ਮੰਡ ਵੀ ਆਇਆ ਸੀ, ਉੱਥੇ ਹੋਰ ਤਾਂ ਨਹੀਂ ਕੋਈ ਲੀਡਰ ਆਇਆ, ਧਿਆਨ ਸਿੰਘ ਮੰਡ ਆਇਆ ਸੀ ਇਕੱਲਾ ਹੀ। ਪਰ ਹੋਰ ਸਹਿਯੋਗ ਕਿਸੇ ਨੇ ਨਹੀਂ ਦਿੱਤਾ? ਕਿਸੇ ਨੇ। ਅੱਜ 37-38 ਸਾਲ ਹੋ ਗਏ ਤੁਸੀਂ ਬਗਾਵਤ ਕੀਤੀ ਫੌਜ 'ਚੋਂ, ਵੱਡੇ ਘੱਲੂਘਾਰ ਨੂੰ, ਸਾਕਾ ਨੀਲਾ ਤਾਰਾ ਨੂੰ, ਦਰਬਾਰ ਸਾਹਿਬ ਦੇ ਉੱਪਰ ਫੌਜੀ ਹਮਲਾ, ਸਾਡੀ ਨਸਲਕੁਸ਼ੀ, ਸਿੱਖੀ ਦਾ ਘਾਣ, ਸਾਡੀ ਹੀ ਭਾਰਤੀ ਫੌਜ ਵੱਲੋਂ, ਸਾਡੀ ਹੀ ਭਾਰਤੀ ਹਕੂਮਤ ਵੱਲੋਂ। ਇਹਨਾਂ 37 ਸਾਲਾਂ ਦੇ ਵਿੱਚ ਅੱਜ ਇਹ ਧਰਮੀ ਫੌਜੀ ਭਾਈ ਸੁਰੈਣ ਸਿੰਘ ਜੀ, ਉਹ 37 ਸਾਲਾਂ ਦਾ ਸਾਰਾ ਜਿਹੜਾ ਹਿਸਾਬ ਕਿਤਾਬ ਹੈ ਕੱਢ ਕੇ ਨਿਚੋੜ ਕੀ ਕੱਢਦੇ ਨੇ? ਨਿਚੋੜ ਤਾਂ ਇਹ ਕਰਦੇ ਆ ਵੀ ਵੇਖੋ ਸਾਡੀ ਕੌਮ ਦੀ ਤਰਾਸਦੀ ਹੈ ਵੀ ਜੇ ਸਾਡੀ ਜਿਹੜੇ ਯੋਧੇ ਆ ਸਾਡੀ ਕੌਮ ਨੂੰ, ਸਾਡੇ ਇਤਿਹਾਸ ਨੂੰ ਬਚਾਉਣ ਵਾਸਤੇ ਅੱਗੇ ਮੂਹਰੇ ਆਉਂਦੇ ਆ, ਤੇ ਉਹਨਾਂ ਨੂੰ ਦਬਲਿਆ ਕੁਚਲਿਆ ਜਾਂਦਾ, ਉਹਨੂੰ ਸਿਰ ਨਹੀਂ ਚੱਕਣ ਦਿੰਦੇ। ਉਹਨਾਂ ਦੇ ਕੇਸ ਪਾ ਦਿੱਤੇ ਜਾਂਦੇ ਨੇ, ਪਾ ਦਿੱਤੇ ਜਾਂਦੇ, ਕਿਸੇ UAP ਦਾ ਪਾ ਜਾਂਦਾ, ਕਿਸੇ ਤੇ ਅਸਲਾ ਪਾ ਦਿੱਤਾ ਜਾਂਦਾ ਹੈ। ਹੁਣ UAP ਤੇ ਲਾ ਲਓ ਤੁਸੀਂ ਵੀ ਭਾਈ ਜਸਵੀਰ ਸਿੰਘ ਰੋਡੇ ਹੈ, ਜਦੋਂ ਉਹਦਾ ਬੇਟਾ ਫੜਿਆ ਤਾਂ ਮੀਟਿੰਗ ਸ਼ੁਰੂ ਹੋ ਗਈ ਜਲੰਧਰ 'ਚ ਨਾਲ ਦੀ ਨਾਲ ਵੀ ਉਹ ਫੜ ਲਿਆ, ਕਿਉਂ ਫੜਿਆ ਗਿਆ? ਜਿਨ੍ਹਾਂ ਤੇ UAP ਲੱਗੀ ਉਹਨਾਂ ਨੂੰ 20-20 ਸਾਲ ਕੈਦ ਹੋ ਗਈ ਬੱਚਿਆਂ ਨੂੰ, ਉਹਨਾਂ ਦੇ ਬਾਰੇ ਕਿਸੇ ਨੇ ਵਕੀਲ ਨਹੀਂ ਕੀਤੇ, ਉਹਨਾਂ ਦੇ ਬਾਰੇ ਕਿਸੇ ਨੇ ਧਰਨੇ ਕਿਉਂ ਨਹੀਂ ਲਾਏ? ਅੱਜ ਫਰਜ਼ ਕਰ ਲਓ ਮੇਰਾ ਬੇਟਾ ਫੜਿਆ ਗਿਆ, ਮੈਂ ਦੁਹਾਈ ਪਾਉਣਾ ਆਓ ਮੀਟਿੰਗ ਕਰੋ, ਕਿ ਉਹ ਕਿਸੇ ਦੇ ਬੱਚੇ ਨਹੀਂ, ਉਹ ਕੌਮ ਦੀ ਲੜਾਈ ਨਹੀਂ ਲੜ ਰਹੇ। ਜੇ ਉਹਨਾਂ ਨੇ ਕੋਈ ਇਤਿਹਾਸ ਪੜ੍ਹਨ ਦੇ ਵਾਸਤੇ ਕਿਤਾਬਾਂ ਰੱਖ ਲਈਆਂ ਤੇ ਕੀ ਉਹਨਾਂ ਨੇ ਕੋਈ ਹਾੜਕੂ ਪੂਣਾ ਮਾਰਿਆ, ਕਿਸੇ ਦੇ ਕਤਲ ਕੀਤੇ, ਜਾਂ ਕਿਸੇ ਧਾਰਮਿਕ ਸੰਤਾਂ ਨੂੰ ਹੋਰ ਕੌਮ ਦੀਆਂ ਨੂੰ ਕੋਈ ਠੇਸ ਪਹੁੰਚਾਈ ਹੋਵੇ ਤਾਂ ਦੱਸੋ। ਉਹਦਾ ਲਿਟਰੇਚਰ ਹੈ, ਇੱਕ ਲਿਟਰੇਚਰ ਹੈ, ਹਿਸਟਰੀ ਬਣ ਚੁੱਕੀ ਹੈ। ਲਿਟਰੇਚਰ ਛਾਪਣ ਵਾਲੇ ਫਿਰ ਉਹਨਾਂ ਨੂੰ ਪਹਿਲਾਂ ਅਰੈਸਟ ਉਹਨਾਂ ਨੂੰ ਕਰੋ। ਜਿਹਨੇ ਇੱਕ ਪੜ੍ਹਨ ਵਾਲਾ ਹੈ, ਅਖਬਾਰ ਪੜ੍ਹਦੇ, ਖਬਰਾਂ ਤਾਂ ਫਿਰ ਅਖਬਾਰਾਂ 'ਚ ਵੀ ਆਉਂਦੀਆਂ। ਬਿਲਕੁਲ ਬਿਲਕੁਲ, ਫਿਰ ਉਹਨਾਂ 'ਤੇ ਵੀ UAP ਲਾਉਣਾ ਚਾਹੀਦਾ ਅਖਬਾਰਾਂ 'ਤੇ। ਬਿਲਕੁਲ, ਅਖਬਾਰਾਂ ਦੇ ਵਿੱਚ ਮੁਕਾਬਲੇ ਦੀਆਂ ਖਬਰਾਂ ਛਪੀਆਂ। ਅੱਜ ਇੰਨੇ ਸਿੰਘ ਸ਼ਹੀਦ ਹੋ ਗਏ, ਉਹ ਵੀ ਆਈਆਂ ਖਬਰਾਂ। ਇੱਥੇ ਐਨਕਾਊਂਟਰ ਹੋਇਆ, ਉਹ ਵੀ ਆਇਆ। ਆਰਟੀਕਲ ਲਿਖੇ ਜੀ ਸਰਕਾਰਾਂ ਦੀ ਉਲਟ, ਜਿਹੜੇ ਅਖਬਾਰਾਂ ਦੇ ਐਡੀਟਰ ਹੈ, ਤੇ ਫਿਰ ਉਹਨਾਂ 'ਤੇ UAP ਕਿਉਂ ਨਾ ਲਾਇਆ? ਫਿਰ ਜੇ ਕੋਈ ਇੱਕ ਨਾਰਮਲ ਮਨੁੱਖ ਉਹ ਲਿਟਰੇਚਰ ਪੜ੍ਹਦਾ ਹੈ ਤੇ ਉਹਦੇ 'ਤੇ ਸ਼ੱਕ ਪੈ ਗਿਆ, ਉਹਦੇ ਘਰ ਦੀ ਤਲਾਸ਼ੀ ਲੈ ਲਈ ਤੇ ਖਾਲਿਸਤਾਨ ਦਾ ਲਿਟਰੇਚਰ ਫੜ ਕੇ ਉਹਦੇ UAP ਲਾ ਦੇ, ਉਹਨੂੰ 20 ਸਾਲ ਕੈਦ ਕਰ ਦੇ, ਉਹਦੀ ਜ਼ਿੰਦਗੀ ਬਰਬਾਦ ਕਰਤੀ ਬੱਚਿਆਂ ਦੀ। ਉਹਨੇ ਜਵਾਨੀ ਰੁੱਲ ਜੂਗੀ, ਬਸ ਕਿਹਨੇ ਪੁੱਛਣਾ ਜੀ? ਤੁਸੀਂ ਦੇਖ ਹੀ ਲਓ 1984 ਤੋਂ ਲੈ ਕੇ ਅੱਜ ਤੱਕ ਬੁੜੇ ਬੈਠੇ ਜੀ ਹੋਏ ਵਿਚਾਰੇ, ਮੁੰਡੀਆਂ ਤੇ ਆਉਣ ਵਾਲੇ, ਅੱਜ ਤੱਕ ਰਿਹਾ ਨਹੀਂ ਹੋਏ। 35 ਸਾਲ ਹੋ ਗਏ ਜੀ। ਸਾਡੇ ਧਰਮ ਦੇ ਠੇਕੇਦਾਰਾਂ ਨੇ ਆਪਦੀਆਂ ਸਿਆਸੀ ਕੁਰਸੀਆਂ ਦਾ ਆਨੰਦ ਮਾਣ ਲਈ ਤੇ ਉਹਨਾਂ ਨੂੰ ਕਿਸੇ ਨੇ ਰਿਹਾਈ ਨਹੀਂ ਕੀਤਾ। ਇਹ ਇੱਕ ਮੁੱਖ ਮੰਤਰੀ, ਇੱਕ ਧਾਰਾ ਹੈ ਜੀ, ਉਹ ਚਾਹੇ ਤੇ ਉਹਦੇ ਮੁਤਾਬਕ ਰਿਹਾ ਕਰਦੇ, ਵੀ ਕੋਈ ਚੈਲੰਜ ਹੀ ਨਹੀਂ ਕਰ ਸਕਦਾ। ਅੱਛਾ, ਧਾਰਾ ਹੈਗੀ ਹੈ ਜੀ ਆਪਣੇ ਜੇਲ੍ਹ ਮਲੂਮਲ ਦੇ ਵਿੱਚ। ਅੱਛਾ, ਬਕਾਇਦਾ ਤੌਰ 'ਤੇ
ਉਹ ਰਿਹਾ ਕਰ ਦੇਵੇ। ਕੋਈ ਹਾਈ ਕੋਰਟ ਕੋਈ ਉਹਨੂੰ ਚੈਲੰਜ ਨਹੀਂ ਕਰ ਸਕਦਾ ਮੁੱਖ ਮੰਤਰੀ। ਅੱਛਾ, ਇਹ ਭਾਵੇਂ 10 ਦਿਨ ਸਜ਼ਾ ਕੱਟੀ ਹੋਵੇ। ਅੱਛਾ, ਇਹ ਧਾਰਾ ਹੈ। ਹਾਂਜੀ, ਪਰ ਕੀ ਹੈ, ਇਹ ਬੇਈਮਾਨ ਲੋਕ, ਇਹ ਜਿਹੜੇ ਇਮਾਨਦਾਰ ਲੋਕ ਆ, ਜਿਹੜੇ ਧਾਰਮਿਕ ਲੋਕ ਆ, ਧਾਰਮਿਕ ਨੇ, ਇਹਨਾਂ ਨੂੰ ਬਾਹਰ ਆਉਣ ਦੇਣਾ ਹੀ ਨਹੀਂ ਚਾਹੁੰਦੇ। ਵੀ ਇਹ ਬਾਹਰ ਆਉਣਗੇ ਤਾਂ ਇਹ ਸਾਡੀਆਂ ਲੱਤਾਂ ਕਿਤੇ, ਇਹ ਸਾਡੇ ਪੋਲ ਦੱਸਣਗੇ, ਇਹ ਸਾਡੀਆਂ ਕਮੀਆਂ ਦੱਸਣਗੇ, ਤੇ ਸਾਨੂੰ ਲੋਕ ਵੋਟ ਨਹੀਂ ਪਾਉਣਗੇ। ਜਿਹੜੀ ਤੁਸੀਂ ਗੱਲ ਕੀਤੀ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਉਹਨਾਂ ਦੇ ਪੁੱਤਰ ਆਪਾਂ ਗੁਰਮੁਖ ਸਿੰਘ ਨੂੰ NIA ਨੇ ਰੇਡ ਮਾਰੀ ਔਰ ਉਹ NIA ਨੇ ਉਹਨੂੰ ਚੁੱਕ ਲਿਆ, ਤੇ ਤੁਸੀਂ ਕਹਿੰਦੇ ਵੀ ਦੂਜੇ ਦਿਨ ਉੱਥੇ ਮੀਟਿੰਗ ਸ਼ੁਰੂ ਹੋ ਗਈ। ਤੇ ਬਾਕੀਆਂ ਦੀ ਬਾਬਤ ਕੋਈ ਕਿਉਂ ਨਹੀਂ ਹੋਈ? ਮਤਲਬ ਇਹਦਾ ਕੀ ਕਾਰਨ ਕੀ ਹੈ? ਹਾਂ, ਮੈਂ ਇਹੀ ਪੁੱਛਣਾ ਚਾਹੁੰਦਾ ਸਾਡੀ ਕੌਮ ਨੂੰ ਵੀ ਇਹਦਾ ਕਾਰਨ ਕੀ, ਇਹਨਾਂ ਨੂੰ ਕਿਉਂ ਨਹੀਂ ਤੁਸੀਂ ਸਵਾਲ ਕਰਦੇ ਵੀ ਤੁਹਾਡੇ ਵੇਲੇ ਤਾਂ ਤੁਸੀਂ ਮੀਟਿੰਗ ਸ਼ੁਰੂ ਕਰਤੀ। ਇੱਕ ਮੀਡੀਅਮ ਬੰਦਾ ਹੈ, ਉਹ ਟੀਚਰ ਪੜ੍ਹਦਾ, ਉਹਦੇ ਡਿਊਟੀ ਲੱਗ ਗਈ, ਉਹਨਾਂ ਦੇਖਭਾਲ ਕਿਉਂ ਨਹੀਂ ਕੀਤੀ? ਉਹਨਾਂ ਦੇ ਵਾਸਤੇ ਮੋਰਚੇ ਕਿਉਂ ਨਹੀਂ ਲਾਏ ਗਏ? ਉਹਨਾਂ ਨੂੰ ਵਕੀਲ ਕਿਉਂ ਨਹੀਂ ਕਰਕੇ ਦਿੱਤੇ? ਉਹਨਾਂ ਰਿਆ ਨਹੀਂ ਕਰੇ। ਪਹਿਲੀ ਗੱਲ ਤਾਂ ਉਹਨਾਂ ਦੇ ਪਰਿਵਾਰਾਂ ਕੋਲ ਹੀ ਨਹੀਂ ਗਿਆ ਹੋਣਾ ਕੋਈ, ਵੇਖੋ ਕੋਈ 2-4 ਵਿਰਲੇ ਜਾਵੜੇ ਹੋਣ, ਪਹਿਲੀ ਗੱਲ ਤਾਂ ਗਏ ਹੀ ਨਹੀਂ ਹੋਣ। ਅਸੀਂ ਇਹ ਲੀਡਰ ਸਿਰਫ ਆਪਦੇ ਤੱਕ ਸੀਮਿਤ ਹੈ ਜੀ, ਸਾਡੀ ਕੌਮ ਤਾਂ ਸੀਮਿਤ ਨਹੀਂ ਹੈਗੀ। ਜਿੱਦੇ ਸਾਡੀ ਕੌਮ ਦੇ ਕੋਈ ਲੀਡਰ ਚੰਗੇ ਆ ਗਏ, ਉਹਨਾਂ ਦੀ ਕੌਮ ਪ੍ਰਤੀ ਦਰਦ ਆ ਗਿਆ, ਸਾਡੀ ਕੌਮ ਬਹਾਲ ਹੋ ਗਈ। ਹੁਣ ਕੌਮ ਸਾਡੀ ਡਿੱਗੀ ਪਈ ਹੈ। ਬਿਲਕੁਲ, ਕੌਮ ਨੂੰ ਉਠਾਉਣ ਵਾਸਤੇ ਸਾਨੂੰ ਬਹੁਤ ਵੱਡਾ ਹਮਲਾ ਮਾਰਦੀ ਹੈ। ਕਿਸ ਤਰ੍ਹਾਂ ਦਾ? ਵੀ ਚੰਗੀ, ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਵੀ ਇੱਕ ਤਾਂ ਪੰਜਾਬ ਦੀ ਧਰਤੀ ਦਾ ਇੱਕ ਦੁਨੀਆ ਦੇ ਵਿੱਚ ਵੱਖਰਾ ਹੀ ਨਕਸ਼ਾ ਹੋਣਾ ਚਾਹੀਦਾ, ਵੀ ਇੱਥੇ ਕੋਈ ਧਰਮਾਂ ਪ੍ਰਦਰਸ਼ਨ ਨਾ ਹੋਵੇ, ਧਰਨਾ ਪ੍ਰਦਰਸ਼ਨ ਨਾ ਹੋਵੇ। ਹਾਂ, ਇਹੋ ਜਿਹੀ ਧਰਤੀ ਕਿਉਂ ਵੀ ਉਹਨਾਂ ਨੂੰ ਸਹੂਲਤਾਂ, ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਨਾਲ ਸਰਕਾਰਾਂ ਦੇ ਵਿੱਚ ਲਿਆ ਜਾਵੇ ਵੀ ਆਹ ਵੇਖੋ ਵੀ ਤੁਸੀਂ ਨਾਲ, ਤੁਸੀਂ ਮੁਲਾਜ਼ਮ ਜਥੇਬੰਦੀ ਹੈ, ਤੁਸੀਂ ਕਿਸਾਨ ਯੂਨੀਅਨ ਦੇ ਹੋ, ਤੁਸੀਂ ਕਿਸੇ ਪਾਰਟੀ ਨੌਕਰੀਆਂ ਕਰਦੇ ਹੋ, ਤੁਹਾਡੀਆਂ ਜਥੇਬੰਦੀਆਂ ਬਣੀਆਂ, ਉਹਨਾਂ ਦੇ 2-2, 4-4 ਬੰਦੇ ਜਥੇਬੰਦੀ 'ਚ ਲੈ ਕੇ ਬਕਾਇਦਾ ਤੌਰ 'ਤੇ ਵਿਧਾਨ ਸਭਾ ਦੇ ਵਿੱਚ ਇਹਨਾਂ ਦੀ ਕੁਰਸੀਆਂ ਲਵਾਈਆਂ ਜਾਣ, ਅਤੇ ਉੱਥੇ ਉਹਨਾਂ ਨਾਲ ਵਿਚਾਰ ਕਰਕੇ ਜਦੋਂ ਉਹਨਾਂ ਦੇ ਸਾਰੀਆਂ ਨੂੰ ਦੁੱਖ ਤਕਲੀਫ ਉਹਨਾਂ ਦੇ ਜਿਹੜੇ ਬਣਦੇ ਹੱਕ ਹੈ ਜੇ ਉਹ ਸਹੀ ਢੰਗ ਨਾਲ ਮਿਲਣੇ ਸ਼ੁਰੂ ਹੋ ਗਏ, ਅਤੇ ਆਪੇ ਧਰਨੇ ਪ੍ਰਦਰਸ਼ਨ ਖਤਮ ਹੋ ਜਾਣਗੇ। ਧਰਨਾ ਮੁਕਤ ਪੰਜਾਬ ਹੋ ਜੂਗਾ। ਜਿਹੜਾ ਅਸੀਂ ਧਰਨਿਆਂ 'ਤੇ ਸੜਕਾਂ ਰੁਕਦੇ ਹਾਂ, ਆਵਾਜਾਈ ਲੋਕ ਹੁੰਦੇ ਆ, ਐਕਸੀਡੈਂਟ ਹੁੰਦੇ ਆ, ਕਿੰਨਾ ਕੁਛ ਹੁੰਦਾ ਉਹਦੇ 'ਚ, ਅਤੇ ਉਹ ਲੋਕਾਂ ਦਾ ਨੁਕਸਾਨ ਨਾ ਹੋਵੇ, ਪਰ ਪੈਸੇ ਦਾ ਨੁਕਸਾਨ ਨਾ ਹੋਵੇ। ਪਰ ਕਿਸਾਨ ਅੰਦੋਲਨ ਵੀ ਚੱਲਿਆ, ਧਰਨੇ ਲੱਗੇ ਨੇ, ਪਰ ਉਹ 'ਚ ਜਿੱਤ ਵੀ ਤਾਂ ਹੋਈ ਹੈ। ਹਾਂ, ਜਿੱਤ ਹਜੇ ਨਹੀਂ ਮੰਨੀ ਜਾ ਸਕਦੀ ਨਾ, ਜਿੰਨਾ ਚਿਕਰ ਪੂਰੇ ਤੌਰ 'ਤੇ ਕਾਇਦਾ ਤੌਰ 'ਤੇ ਪਾਰਲੀਮੈਂਟ ਦੇ ਵਿੱਚ ਉਹ ਲਿਆ ਕੇ ਬਿੱਲਾਂ ਪ੍ਰੋਸੈਸ ਲਿਆ ਕੇ ਉਸ ਤੋਂ ਬਾਅਦ ਰਾਸ਼ਟਰਪਤੀ ਸਾਈਨ ਹੋ, ਉਹਨਾਂ ਚਿਕਰ ਇਹਦਾ ਤਦਵਾਰ ਕਰਨਾ ਹੀ, ਮੈਂ ਤਾਂ ਨਾ ਵੀ ਬਹੁਤ ਵੱਡੀ ਗਲਤੀ ਹੋਊਗੀ ਜੇ ਅਸੀਂ ਯਕੀਨ ਕਰਾਂਗੇ ਉਹਨਾਂ 'ਤੇ। ਇੱਕ ਰਾਜਨੀਤਿਕ ਵੇਖੋ ਕਿੰਨੇ ਵਾਰੀ ਸਾਡੇ 1947 ਤੋਂ ਲੈ ਕੇ ਅੱਜ ਤੱਕ ਕਿੰਨੇ ਵਾਰੀ ਇਸ ਹਿੰਦੁਸਤਾਨ ਦੇ ਦਿੱਲੀ ਦੇ ਤਾਕਤ ਨੇ ਸਾਡੇ ਨਾਲ ਵਾਅਦੇ ਕੀਤੇ, ਕਿਸੇ ਤੇ ਪੂਰੇ ਉਤਰੇ? ਕਿਸੇ ਤੇ ਨਹੀਂ। ਕੋਈ ਸਾਬਤ ਕਰਦੇ ਵੀ ਅੱਜ ਤੱਕ ਕੋਈ ਇਹ ਸੱਤਾ ਦੇ ਪੂਰੇ ਉਤਰੇ। ਆਪਣਾ ਜਿਹੜਾ ਸਵਾਮੀਨਾਥਨ ਕਮਿਸ਼ਨ ਹੈ, ਜਿਹੜਾ ਆਪਣੇ ਦਾ ਫਸਲਾਂ ਦੇ ਰੇਟ ਕਰਨ ਦਾ, ਕਿੰਨੇ ਉਹਨਾਂ ਰਿਪੋਰਟ ਕਰਤੀ, ਉਹ ਲਾਗੂ ਕੀਤਾ ਇਹਨਾਂ ਨੇ। ਕਮਿਸ਼ਨ ਨੇ ਵੀ ਬਿਠਾ ਲਏ, ਉਹਨਾਂ ਨੇ ਰਿਪੋਰਟ ਵੀ ਦਿੱਤੀ, ਲਾਗੂ ਫਿਰ ਨਹੀਂ ਕੀਤੀ। ਇਹਨੇ ਲਾਗੂ ਕਰਨਾ ਹੀ ਨਹੀਂ, ਇਹਨਾਂ ਨੇ ਤਾਂ ਵੱਡੇ ਘਰਾਣਿਆਂ ਨੂੰ ਦੇਣਾ ਸਾਰਾ ਕੁਛ, ਅਡਾਨੀ ਬਾਨੀ ਵਰਗਿਆਂ ਨੂੰ ਸਾਰਾ ਕੁਛ ਦੇਣਾ। ਹੁਣ ਤੁਸੀਂ ਉਹ ਆਰਾਮ ਦੇ ਵੇਖ ਲਓ ਜੀ, ਅਰਬਾਂ ਖਰਬਾਂ ਪਤੀ ਬਣੇ, ਉਹਦੀ ਕੋਈ ਨੁਗਾਰੀ ਹੈ? ਬਿਲਕੁਲ। ਕੀ ਆ ਉਹ ਅੱਧੇ ਉਹਦੇ ਪ੍ਰੋਟੈਕਟ ਹੈ ਜਿਹੜੇ ਗਲਤ ਹੈ? ਬਿਲਕੁਲ, ਕੋਈ ਨੁਗਾਰੀ ਨਹੀਂ। ਬਿਲਕੁਲ, ਹਰੇਕ ਜ਼ਿਲ੍ਹੇ ਦੇ ਵਿੱਚ 100 ਦੁਕਾਨ ਹੋਵੇ। ਪੰਜਾਬ ਦੀ ਪਹਿਲੀ ਗੱਲ ਤਾਂ ਸਾਡੀ ਪੰਜਾਬ ਸਟੇਟ ਗੌਰਮੈਂਟ ਦੀ ਕਮੀ ਹੈ, ਉਹਦੀਆਂ ਬੈਨ ਲਾਉਣ ਉਹਦੇ ਦੁਕਾਨਾਂ 'ਤੇ। ਬਹੁਤ ਵੱਡੀ ਗੱਲ ਕਹੀ। ਬਿਲਕੁਲ, ਪੰਜਾਬ ਸਟੇਟ ਗੌਰਮੈਂਟ ਨੂੰ ਬੈਨ ਲਾਉਣੀ ਚਾਹੀਦਾ ਉਹਦੀ। ਫਿਰ ਤੁਸੀਂ ਦੇਖੋ ਜਦੋਂ ਇਹਨੇ ਕੱਪ ਕਰਾਇਆ, ਵਰਲਡ ਕੱਪ ਕਰਾਇਆ ਬਾਦਲ, ਅਤੇ ਉਹਨੂੰ ਚੱਕ ਕੇ ਉਹ ਕਾਣੇ ਜੀ ਨੂੰ ਉੱਥੇ ਸੱਦ ਲਿਆ ਸਟੇਜ 'ਤੇ, ਕਰੋੜਾਂ ਰੁਪਈਆ ਦੇ ਦਿੱਤਾ ਉਹਦੇ ਸਦਨ ਦਾ। ਉਹ ਕਰੋੜਾਂ ਰੁਪਈਆ ਵੀ ਕੀ ਦੇ ਗਿਆ ਪੰਜਾਬ ਨੂੰ? ਉਹ ਜਿਹੜਾ ਇੱਕ ਫਿਲਮੀ ਐਕਟਰ ਜਿਹਾ, ਉਹ ਕੀ ਨਾਂ ਜੀ, ਅਕਸ਼ੇ ਕੁਮਾਰ, ਉਹਨੂੰ ਕਰੋੜਾਂ ਰੁਪਈਆ ਇੱਥੇ ਸੱਦ ਕੇ ਦੇ ਦਿੱਤਾ। ਉਹ ਕੀ ਸਾਡੀ ਕੌਮ ਦਾ, ਸਾਡੀ ਸਟੇਟ ਦਾ ਕੀ ਸਵਾਰ ਕੇ ਗਿਆ? ਫਰਜ਼ ਕਰ ਲਓ ਜੇ ਖਿਡਾਰੀ, ਉਹਨੂੰ ਖਿਡਾਰੀਆਂ ਨੂੰ ਕੀ ਦੇ ਗਿਆ? ਪਰ ਜਿਹੜਾ ਸੌਦਾ ਸਾਧ ਦੀ ਮਾਫੀ ਦੀ ਜਿਹੜੀ ਗੱਲ ਚੱਲਦੀ, ਉਹਦੇ ਵਿੱਚ ਵੀ ਤੇ ਅਕਸ਼ੇ ਕੁਮਾਰ ਤੇ ਕਿਤੇ ਨਾ ਕਿਤੇ ਉਹਦੇ 'ਚ ਰੋਲ ਹੈ ਜੀ, ਉਹਦਾ ਪੂਰਾ ਘੁੰਮਦੀ ਹੈ। ਇਹ ਜਾਂਦੇ ਸਾਰੇ ਹੀ, ਤੁਸੀਂ ਉਹ ਲਾ ਜਾਓ ਨੂਰ ਮਹਿਲ ਵਾਲੇ ਦੇ, ਮੇਰੇ ਕੋਲ ਅਖਬਾਰ ਪਈ ਕਟਿੰਗ, ਪ੍ਰਕਾਸ਼ ਸਿੰਘ ਬਾਦਲ ਵਾਲੇ ਘਰਾਂ ਵਾਲੀ ਉਹਦੇ ਪੈਰ ਫੜੀ ਬੈਠੀ ਹੈ। ਉਹ ਵੀ ਛਪੀ ਸੀ ਫੋਟੋ। ਹਾਂਜੀ, ਇਹ ਜਿੰਨੇ ਡੇਰੇ ਜਿਹੜੇ ਸਿੱਖ ਕੌਮ ਦੇ ਵਿਰੋਧ ਵਾਲੇ ਹੈ, ਸਾਰੇ ਡੇਰੇ ਪ੍ਰਕਾਸ਼ ਸਿੰਘ ਬਾਦਲ ਕਾ ਪ੍ਰਵਾਲਿਆ ਹੈ। ਜਿੰਨੇ ਕੌਮ ਦੇ ਵਿਰੋਧ ਵਾਲੇ ਸਾਰੇ ਬਾਦਲ ਕਾ ਪ੍ਰਵਾਲਿਆ। ਕੌਣੀ ਵਾਲਾ ਸੱਪਾਂ ਵਾਲਾ ਵੱਜਦਾ ਸੀ ਜਿਹੜਾ ਜੀ, ਉਹ ਵੀ ਬਾਦਲ ਕਹਿੰਦੇ ਖੜਾ ਕੀਤਾ ਜੀ। ਨੂਰ ਮਹਿਲ ਜੀ ਉਹਨਾਂ ਨੇ ਖੜਾ ਕੀਤਾ ਜੀ। ਦੱਸਿਆ ਇਹਨੂੰ ਸਪੋਰਟ ਵੀ ਇਹਨਾਂ ਨੇ ਕੀਤੀ, ਕਿਉਂਕਿ ਇੱਥੋਂ ਵੋਟ ਬੈਂਕ ਲੈਣਾ ਸੀ।
ਫਿਰ ਆਪਾਂ ਕੌਮੀ ਹਿੱਤਾਂ ਦੀ ਗੱਲ ਜਾਂ ਕੌਮ ਦਾ ਭਲਾ ਇਹਨਾਂ ਲੋਕਾਂ ਤੋਂ ਕਿੱਥੇ ਲੋਚ ਇਹਨਾਂ ਦੇ ਕੋਲ ਕਿੱਥੋਂ ਲੋਚਦੇ, ਤੁਸੀਂ ਆਪ ਹੀ ਲਾ ਲਓ ਸਾਹਿਬ। ਇਹੀ ਕਹਿਣਾ ਚਾਹੁੰਦੇ ਹੋ? ਹਾਂ ਬਿਲਕੁਲ। ਇਹਨਾਂ ਲੋਕਾਂ ਤੋਂ ਉਮੀਦ ਕੀਤੀ ਨਹੀਂ ਜਾ ਸਕਦੀ। ਜੇ ਭੁੱਲੇ ਚੁੱਕਿਆ ਹੁਣ ਇਲੈਕਸ਼ਨ ਆ ਰਹੇ ਆ 2022 ਦੇ ਵਿੱਚ, ਤੁਸੀਂ ਦੇਖਿਆ ਸਾਡੀ ਏਡੀ ਕੌਮ ਕਬਲੀ ਹੈ। ਹੁਣ ਵੀ ਤੁਸੀਂ ਵੇਖਦੇ ਐਵੇਂ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ, ਕਿਵੇਂ ਜਾਂਦੇ ਇਹਨਾਂ ਦੇ ਮਗਰ ਝੰਡੇ ਚੱਕ। ਜਿਸ ਨਿਸ਼ਾਨ ਸਾਹਿਬ ਦੀ ਸਾਡੇ ਦੀ ਇਹਨਾਂ ਲੋਕਾਂ ਨੇ ਨਰਾਦਰੀ ਕਰਾਤੀ 84 ਤੋਂ ਲੈ ਕੇ ਹੁਣ ਤੱਕ ਕੀ ਕੁਛ ਹੈ 1978 ਤੋਂ ਲੈ ਕੇ ਕਿ ਅੱਜ ਅਸੀਂ ਉਸ ਫਿਰ ਉਹਨਾਂ ਦੇ ਮਗਰ ਝੰਡੇ ਚੱਕੀ ਫਿਰਦੇ। ਬਦਕਿਸਮਤੀ ਸਾਡੀ ਕੌਮ ਦੀ ਪਤਾ ਨਹੀਂ ਕੀ ਚੱਕੀ, ਸ਼ਰਾਬ ਮਿਲ ਗਿਆ ਸਾਨੂੰ। ਬਿਲਕੁਲ ਬਿਲਕੁਲ, ਅਸੀਂ ਫਿਰ ਉਸੇ ਹੀ ਖੂਹ ਚ ਟੋਏ ਡਿੱਗਦੇ, ਉੱਥੇ ਫਿਰ ਖੂਹ ਦੇ ਵਿੱਚ ਡਿੱਗਦੇ ਗੰਦੇ ਖੂਹ। 37 ਸਾਲ ਹੋ ਗਏ ਧਰਮੀ ਫੌਜੀ ਭਾਈ ਸੁਰੈਣ ਸਿੰਘ। ਮੈਂ ਫਿਰ ਉੱਥੇ ਹੀ ਵਾਪਸ ਆਵਾਂ ਧਰਮੀ ਫੌਜੀ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ। ਉਹਦੇ ਵਿੱਚ ਬਲਬਲੇ ਆਏ, ਬਹੁਤ ਕੁਛ ਆਇਆ ਇਸ ਇੰਟਰਵਿਊ ਦੇ ਵਿੱਚ। ਅਗਲੀ ਤੋਂ ਅਗਲੀ ਤੈਅ ਜਿਹੜੀ ਪਰਤ ਤੇ ਪਰਤ ਖੁੱਲ੍ਹੀ, ਚਾਹੇ ਉਹ ਰਾਜਨੀਤੀ ਨਾਲ ਸੰਬੰਧਿਤ ਸੀ, ਚਾਹੇ ਉਹ SGPC ਨਾਲ ਸੰਬੰਧਿਤ ਸੀ, ਖੁੱਲ੍ਹਣੀ ਵੀ ਚਾਹੀਦੀ ਸੀ। ਮੈਂ ਫਿਰ ਵਾਪਸ ਉੱਥੇ ਆਉਣਾ। 37 ਸਾਲ ਦਰਬਾਰ ਸਾਹਿਬ ਤੇ ਹਮਲਾ, ਘੱਲੂਘਾਰਾ, ਨਸਲਕੁਸ਼ੀ, ਸਾਡੀ ਕੌਮ ਦਾ ਘਾਣ, ਸਿੱਖੀ ਦਾ ਘਾਣ, ਸਾਡੇ ਗੁਰਧਾਮਾਂ ਦੀਆਂ ਬੇਅਦਬੀਆਂ, ਅਕਾਲ ਤਖਤ ਸਾਹਿਬ ਢਹਿ ਢੇਰੀ, ਸਾਰਾ ਕੁਝ ਹੋਇਆ। ਅੱਜ ਇਹ ਧਰਮੀ ਫੌਜੀ ਸੁਰੈਣ ਸਿੰਘ, ਮੈਂ ਫਿਰ ਤੋਂ ਉਸ ਗੱਲ ਵੱਲ ਨੂੰ ਆ ਰਿਹਾ ਕਿ ਫਖਰ ਹੈ ਕਿ ਅਸੀਂ ਜੋ ਕੀਤਾ ਕੌਮ ਲਈ, ਪੰਥ ਲਈ ਕੀਤਾ, ਉਹਦੇ ਤੇ ਮਾਣ ਹੈ। ਬਿਲਕੁਲ, ਸਾਨੂੰ ਪੂਰਾ ਮਾਣ ਆ ਜੀ। ਕਿਤੇ ਭਾਈ ਸੁਰੈਣ ਸਿੰਘ ਡਾਮਾਡੋਲ ਤਾਂ ਨਹੀਂ ਹੋਏ? ਬਿਲਕੁਲ ਨਹੀਂ ਜੀ। ਅੱਜ ਵੀ ਸਾਡੇ ਜੇ ਕੋਈ ਕੌਮ ਤੇ ਮੁਸੀਬਤ ਆਊਗੀ, ਸਾਨੂੰ ਲੋੜ ਪਈ ਤਾਂ ਅਸੀਂ ਹਰ ਹਾਲਤ ਕੁਰਬਾਨੀ ਦੇਣ ਨੂੰ ਤਿਆਰ ਹਾਂ। ਅੱਜ ਵੀ ਤਿਆਰ ਹਾਂ। ਸਾਡੇ ਬੱਚੇ ਚਾਹੇ ਪੜ੍ਹਨ ਚਾਹੇ ਨਾ ਪੜ੍ਹਨ, ਉਹਨਾਂ ਨੂੰ ਅਕਾਲ ਪੁਰਖ ਪਾਲੂਗਾ ਆਪੇ। ਸਾਨੂੰ ਕੋਈ ਚਿੰਤਾ ਨਹੀਂ, ਅਕਾਲ ਪੁਰਖ ਮਿਹਰਬਾਨ ਕਰੂਗਾ। ਉਹਦੀ ਜੇ ਉਹਨੇ ਦਿੱਤੇ ਹੈ ਤਾਂ ਉਹਨਾਂ ਨੂੰ ਚੋਈ ਦਿੱਤੀ ਹੈ ਤਾਂ ਉਹਨੂੰ ਦਾਣੇ ਵੀ ਦੇਊਗਾ ਜੀ। ਕੋਈ ਇਹ ਜੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਸਾਨੂੰ। ਮਹਾਰਾਜ ਕਰੂਗਾ ਸਾਰਾ ਕੁਝ, ਇਹ ਜੀ ਗੱਲ ਨਹੀਂ। ਬਾਕੀ ਸਾਡੇ ਜਿਹੜੇ ਕੌਮ ਦੇ ਇਮਾਨਦਾਰ ਲੋਕ ਬੈਠੇ ਹੈ, ਅਸੀਂ ਉਹਨਾਂ ਦੇ ਸਾਰੇ ਚੱਲਾਂਗੇ, ਆਪਣੇ ਬੱਚੇ ਨੂੰ ਛੱਡ ਦਿਆਂਗੇ, ਕੋਈ ਗੱਲ ਨਹੀਂ। ਹੈਗੀ ਇਮਾਨਦਾਰ ਵੀ ਕੌਮ ਬੈਠੀ ਸਾਡੀ, ਬਿਲਕੁਲ ਕੋਈ ਸ਼ੱਕ ਨਹੀਂ। ਜਿਹੜੀ ਇੰਨੀ ਸੇਵਾ ਕਰੀ ਜਾਂਦੀ ਕੌਮ ਦੀ। ਹੁਣ ਖਾੜਕੂਪੁਰ ਵਾਲਿਆਂ ਦੀ ਕਿੰਨਿਆਂ ਦੇ ਬਾਹਰਲੇ ਮੁਲਕਾਂ ਵਿੱਚ ਕਿੰਨਾ ਉਹਨੂੰ ਸੰਭਾਲ ਕਰ ਰਹੇ ਹੈ। ਬਿਲਕੁਲ ਸਹੀ, ਉਹਨਾਂ ਨੂੰ ਜਿਵੇਂ ਜਿਵੇਂ ਪਤਾ ਲੱਗੀ ਜਾਂਦਾ ਉਹ ਕਰੀ ਜਾਂਦੇ ਆ। ਪਰ ਉਹਨਾਂ ਦੇ ਨਾਵਾਂ ਤੇ, ਖਾੜਕੂਪੁਰ ਵਾਲੇ ਨਾਂ ਤੇ, ਧਰਮੀ ਫੌਜੀ ਦੇ ਨਾਂ ਤੇ ਪੈਸਾ ਇਕੱਠਾ ਕਰਕੇ ਹੀ ਬਹੁਤ ਖਾ ਗਏ ਲੋਕ। ਬਹੁਤ ਲੁਟੇਰੇ, ਬਹੁਤ ਕਹਿ ਲਈਏ। ਹਾਂ ਜੀ, ਲੁਟੇਰੇ ਬਹੁਤ ਜ਼ਿਆਦਾ। ਲੁਟੇਰੇ ਜਿਨ੍ਹਾਂ ਨੇ ਆਪਣੀਆਂ ਦੁਕਾਨਦਾਰੀਆਂ ਖੋਲ੍ਹੀਆਂ, ਖਾਧਾ ਲਿਆ ਕੇ ਉਹਨਾਂ ਦੇ ਨਾਂ ਤੇ ਪੈਸਾ। ਉੱਥੇ ਵਾਸਤਾ ਜਾ ਕੇ ਕੌਮ ਦਾ ਪਾਉਂਦੇ ਆ, ਪੈਸਾ ਕਿਹੜਾ ਕਰ ਜਾਂਦੇ। ਹੋ ਸਕਦਾ ਅਕਾਲ ਤਖਤ ਦਾ ਜਥੇਦਾਰ ਬਣਾਤੀ ਸੀ ਨਾ ਜੀ, ਉਹ 1.5 ਕਰੋੜ ਰੁਪਈਆ ਲੈ ਕੇ ਆਏ। 1.5 ਕਰੋੜ? ਹਾਂ, ਮੰਨਿਆ ਸਾਡੇ ਕੋਲੇ ਅਕਾਲ ਤਖਤ ਦੇ ਉੱਤੇ ਆਪ ਹੀ। ਕਿੱਥੋਂ ਲੈ ਕੇ ਆਏ? ਬਾਹਰਲੇ ਦੇਸ਼ 'ਚ ਵੀ ਇਹ ਧਰਮੀ ਫੌਜੀਆਂ ਨਾਂ ਤੇ ਦਿੱਤਾ ਹੈ। ਮੰਨ ਕੇ ਨਾ ਮੈਂ ਦੇਊਂਗਾ, ਫਿਰ ਨਹੀਂ ਦਿੱਤਾ ਜੀ। ਜੋਗਿੰਦਰ ਸਿੰਘ ਬੇਦਾਂਤੀ? ਹਾਂਜੀ, ਅਕਾਲ ਤਖਤ ਸਾਹਿਬ ਦੇ ਜਥੇਦਾਰ। ਜਿਹੜਾ ਇੱਕ ਅਕਾਲ ਤਖਤ ਦੀ ਸੁਪਰੀਮ ਹੈ ਸਾਡੀ, ਜਿਹੜੀ ਉਹੀ ਬੇਈਮਾਨ ਬੈਠੀ ਹੈ, ਤਾਂ ਦੂਜੇ ਤੋਂ ਕੀ ਉਮੀਦ ਕਰੋਗੇ ਤੁਸੀਂ? ਹੋ ਇਹ ਤੁਸੀਂ ਆਪਣੇ ਕੰਨਾਂ ਨਾਲ ਸੁਣੇ ਸੀ ਜੋਗਿੰਦਰ ਸਿੰਘ? ਅਸੀਂ ਕੋਲੇ ਬੈਠ ਕੇ ਮੀਟਿੰਗ ਕੀਤੀ, ਅੱਖਾਂ ਨਾਲ ਵੇਖਿਆ। ਹਾਂਜੀ, ਮੀਟਿੰਗ ਕੀਤੀ ਉਹਦੇ ਨਾਲ ਅਕਾਲ ਤਖਤ ਦੇ ਉੱਤੇ ਹੀ। ਇਹਨੇ ਜਿਹੜਾ ਬੇਟਾ ਜਿਹਾ ਲਿਆ, ਇਹਦੇ ਆਪਦੇ ਤਾਂ ਲਾਦੇ ਨਹੀਂ ਸੀ। ਉਹ ਸਾਨੂੰ ਵਿੱਚ ਬੋਲਣ ਲੱਗਿਆ ਸੀ, ਖਬਰਦਾਰ ਜੇ ਤੂੰ ਬੋਲਿਆ ਸਾਡੀ ਅਕਾਲ ਤਖਤ ਦੇ ਜਥੇਦਾਰ ਨਾਲ ਗੱਲ। ਸਾਡਾ ਅਮਰੀਕ ਸਿੰਘ ਚੇਅਰਮੈਨ ਜਿਹੜਾ ਧਰਮੀ ਫੌਜੀ ਜਥੇਬੰਦੀ ਦਾ, ਉਹ ਅਸੀਂ ਸਾਰੇ ਇਕੱਠੇ ਮਿਲੇ ਅਕਾਲ ਤਖਤ ਦੇ ਉੱਤੇ। ਉੱਥੇ ਮੰਨਿਆ, ਆਂਦਾ ਹਾਂ ਮੈਂ ਲਿਆਇਆ, ਮੈਂ ਤੁਹਾਨੂੰ ਦੇਊਂਗਾ, ਨਹੀਂ ਦਿੱਤਾ। ਇੱਕ 5 ਪੈਸੇ ਵੀ ਕਰੋੜ ਰੁਪਏ ਦੇ ਵਿੱਚ ਵਿਦਾਰਥੀ ਨੇ ਦਿੱਤੇ ਹੋਵੇ ਤਾਂ ਅਸੀਂ ਸਾਰੀ ਉਮਰ ਉਹਦਾ ਨਾ ਨੰਗੇ ਪੈਰੀ ਕੰਮ ਕਰਾਂਗੇ। 1.5 ਕਰੋੜ? 1.5 ਕਰੋੜ। ਇਸ ਤੋਂ ਪਰੇ ਸ਼ਾਇਦ ਕੁਝ ਰਹਿ ਨਹੀਂ ਜਾਂਦਾ। ਸੁਣਿਆ ਤੁਸੀਂ, ਅੱਜ ਵੀ 37 ਸਾਲ ਹੋ ਚੁੱਕੇ ਨੇ ਇਸ ਧਰਮੀ ਫੌਜੀ ਭਾਈ ਸੁਰੈਣ ਸਿੰਘ ਜੀ ਨੂੰ, ਸਰਦਾਰ ਸੁਰੈਣ ਸਿੰਘ ਜੀ ਨੂੰ ਅੱਜ ਵੀ ਉਹ ਜਜ਼ਬਾ, ਉਹ ਜਜ਼ਬਾਤ, ਉਹ ਸਿਰੜ, ਉਹ ਸਿਦਕ ਕਾਇਮ ਹੈ ਕਿ ਜੇ ਜ਼ਰੂਰਤ ਪਵੇਗੀ ਸਾਡੀ ਕੌਮ ਨੂੰ, ਪੰਥ ਨੂੰ, ਅੱਜ ਵੀ ਮਰ ਮਿਟਣ ਨੂੰ ਅਸੀਂ ਤਿਆਰ ਹਾਂ। ਪਰ ਸਾਡੇ ਹੀ ਧਾਰਮਿਕ ਲੀਡਰ, ਅਖੌਤੀ ਪੰਥ ਦੇ ਠੇਕੇਦਾਰ, ਸਾਡੇ ਤਖਤਾਂ ਦੇ ਜਥੇਦਾਰ, ਸੁਣ ਲਿਆ ਉਹਨਾਂ ਬਾਰੇ? ਸੁਣ ਲਿਆ ਤੁਸੀਂ ਕੀ ਕੁਛ ਕਹਿ ਗਏ ਨੇ? ਉਹ ਗਵਾਹ ਨੇ। ਅਸੀਂ
ਸਾਡਾ ਗੁਰਬਾਣੀ ਅਖੰਡ ਬਾਣੀ ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ, ਪਰ ਜੋ ਸਾਡੇ ਨਾਲ ਇਸ ਵਕਤ ਧਰਮੀ ਫੌਜੀ ਬੈਠੇ ਨੇ, ਇਹਨਾਂ ਦੀ ਇੱਕ ਗੱਲ ਜਿਹੜੀ ਹੈ ਉਹ ਸੁਣਨ ਵਾਲੀ ਹੈ, ਆਪਣੇ ਮੂੰਹੋਂ ਕਹਿ ਰਹੇ ਨੇ, ਉਹ ਸਾਰੇ ਐਵੀਡੈਂਸ ਉਹ ਦੇ ਰਹੇ ਨੇ, ਸਬੂਤ ਦੇ ਰਹੇ ਨੇ। ਮਰਜੀ ਸਾਡੇ ਕੋਲ ਕੋਈ ਆਣ ਕੇ ਪੁੱਛ ਸਕਦਾ। ਸਾਡਾ ਅਮਰੀਕ ਸਿੰਘ ਜੈਸੇ ਦਾ ਪ੍ਰਧਾਨ ਸਾਹਿਬ ਬੈਠਾ ਜੀ, ਅਸੀਂ ਮੌਜੂਦ ਬੈਠੇ ਹਾਂ, ਕੋਈ ਜਦੋਂ ਮਰਜੀ ਪੁੱਛੇ ਦੱਸਾਂਗੇ ਸਾਰਾ ਕੁਝ, ਕਿੰਨੀ ਤਰੀਕ ਨੂੰ ਕਦੋਂ ਕਾਲ ਤੱਕ ਤੇ ਮਿਲਿਓ, ਉਹਦਾ ਸਾਰਾ ਲਿਖਿਆ ਹੋਇਆ ਅਮਰੀਕ ਸਿੰਘ ਕੋਲ। ਉਹਨੇ ਕਿਤਾਬ ਵੀ ਲਿਖੀ ਹੈ ਇੱਕ, ਇਹਨਾਂ ਸਾਰੇ ਲੀਡਰਾਂ ਦੇ ਵਿੱਚ ਮਾਂ ਨੂੰ ਸਭ ਦੇ ਬਾਰੇ ਲਿਖਿਆ ਉਹਨੇ, ਵੀ ਇਹਨਾਂ ਨੇ ਕੀ ਕਰਤੂਤਾ ਕੀ ਕਰਦੇ ਸਾਡੇ ਨਾਲ, ਟੋਟਲ ਲਿਖਿਆ ਉਹਨੇ। ਆ ਹਾਲ ਹੈ ਸਿੱਖ ਕੌਮ ਦੇ ਅਖੌਤੀ ਲੀਡਰ, ਅਖੌਤੀ ਧਰਮ ਦੇ ਠੇਕੇਦਾਰ, ਸਾਡੇ ਤਖਤਾਂ ਦੇ ਜਥੇਦਾਰਾਂ ਦਾ ਇਹੋ ਜਿਹਾ ਹਾਲ, ਇਹੋ ਜਿਹਾ ਕਿਰਦਾਰ, ਧਰਮੀ ਫੌਜੀਆਂ ਦੇ ਨਾਮ ਤੇ ਪੈਸਾ ਆਵੇ ਤੇ ਉਹਦੇ 'ਚ 1 ਰੁਪਈਆ ਵੀ 1.5 ਕਰੋੜ 'ਚੋਂ ਕਿਸੇ ਧਰਮੀ ਫੌਜੀ ਨੂੰ ਨਾ ਪ੍ਰਾਪਤ ਹੋਵੇ, ਇਸ ਤੋਂ ਵੱਡੀ ਸਬੂਤ ਦੀ ਗੱਲ ਕੋਈ ਬਾਕੀ ਨਹੀਂ ਰਹਿ ਜਾਂਦੀ। ਔਰ ਇਦੋਂ ਵੱਡਾ ਦੁਖਾਂਤ, ਇਦੋਂ ਵੱਡੀ ਤਰਾਸਦੀ, ਜਦੋਂ ਇਹੋ ਜਿਹੇ ਸਾਡੇ ਕਿਰਦਾਰ ਨੇ, ਇਹੋ ਜਿਹੀ ਸਾਡੀ ਘਟੀਆ ਸੋਚ ਮੈਂ ਕਹੂੰਗਾ ਪੰਥਕ ਲੀਡਰਾਂ ਦੀ, ਪੰਥਕ ਲੀਡਰ ਖਵਾਉਣ ਵਾਲੇ ਅਖੌਤੀ ਧਰਮ ਦੇ ਠੇਕੇਦਾਰਾਂ ਦੀ, ਜਦੋਂ ਐਡੀ ਘਟੀਆ ਔਰ ਐਡੀ ਗਿਰੀ ਹੋਈ ਸੋਚ ਉਹਨਾਂ ਦੀ ਹੈ, ਫਿਰ ਜਿਹੜੀਆਂ ਗੱਲਾਂ ਅਸੀਂ ਸ਼ੁਰੂ ਕੀਤੀਆਂ ਸੀ ਦਰਬਾਰ ਸਾਹਿਬ 'ਤੇ ਹਮਲਾ, ਉਹ ਸਾਰਾ ਕੁਝ ਸਪਸ਼ਟ ਹੋ ਜਾਂਦਾ ਇੱਥੋਂ ਵੀ ਇਹੋ ਜਿਹੇ ਹੀ ਘਟੀਆ ਸੋਚ ਵਾਲੇ ਉਹ ਵੀ ਲੋਕ ਸਨ ਜਿਨ੍ਹਾਂ ਨੇ ਚਿੱਠੀਆਂ ਲਿਖੀਆਂ ਉਸ ਵਕਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ, ਜਿਹਦਾ ਸੋਧਾ ਲਾਇਆ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਹੋਰਾਂ ਨੇ। ਤੇ ਕੀ ਕਹੋਗੇ ਤੁਸੀਂ? ਇਹ ਤਾਂ ਬਹੁਤ ਪਹਿਲਾਂ ਤੋਂ ਪਲੈਨਿੰਗ ਸੀ ਇੰਦਰਾ ਗਾਂਧੀ। ਪਹਿਲਾਂ ਇਹਨਾਂ ਨੇ ਇੱਕ ਚਾਈਨਾ ਮਾਡਲ ਬਣਾ ਕੇ, ਜਿਵੇਂ ਹਰਿਮੰਦਰ ਸਾਹਿਬ ਦੇ ਨਕਸ਼ਿਆਂ ਨੂੰ ਬਣਾ ਕੇ ਟ੍ਰੇਨਿੰਗ ਦਿੱਤੇ ਰਹੇ ਫੌਜ ਨੂੰ, ਦਰਬਾਰ ਸਾਹਿਬ ਤੇ ਜਿਹੜਾ ਹਮਲਾ ਕਰਨ ਦੀ। ਪਰ ਉਦੋਂ ਫੌਜ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਵੀ ਇਹ ਸਾਡੀ ਸਿੱਖ ਕੌਮ ਦੇ ਹਰਿਮੰਦਰ ਸਾਹਿਬ ਦੇ ਉੱਤੇ ਹੀ ਇਹ ਕੁਛ ਕਰਨ ਪੈਂਦੇ। ਇਹ ਤਾਂ ਬਾਅਦ 'ਚ ਪਤਾ ਲੱਗਿਆ ਵੀ ਇਹ ਤਾਂ ਕੰਮ ਹੀ ਬਹੁਤ ਟੇਢਾ ਕਰੀ ਜਾਂਦੇ। ਨਹੀਂ, ਉਹ ਜਿਹੜਾ ਨਕਸ਼ਾ ਬਣਾਇਆ ਸੀ ਫਿਰ ਉਹ ਹਰਿਮੰਦਰ ਸਾਹਿਬ ਦਾ ਨਹੀਂ ਸੀ ਬਣਾਇਆ, ਉਸ ਤੱਕਾਂ ਦੀ ਗੋਲਡਨ ਟੈਂਪਲ ਵਾਂਗੂ ਬਣਾ ਕੇ ਵੀ ਇਸ ਤੱਕਾਂ ਦੀ ਬਿਲਡਿੰਗ ਹੋਵੇ ਤਾਂ ਕਿਵੇਂ ਉਹਦੇ ਐਂ ਦੱਸਿਆ ਵੀ ਬਿਲਡਿੰਗ ਹੋਊ, ਹਾਂ ਕਿਵੇਂ ਅਟੈਕ ਕਰਨਾ, ਉਹਦੇ 'ਚ ਕਿਵੇਂ ਵੜਨਾ। ਅੱਛਾ, ਇਹ ਪਹਿਲਾਂ ਫੌਜ ਹਾਂ ਰਾਜਸਥਾਨ ਦੇ ਵਿੱਚ ਦਿੱਤੀ ਬਕਾਇਦਾ ਤੌਰ ਤੇ। ਕਿਹੜੀ ਜਗ੍ਹਾ? ਰਾਜਸਥਾਨ ਦੇ ਵਿੱਚ। ਰਾਜਸਥਾਨ 'ਚ? ਹਾਂਜੀ। ਕਿੰਨਾ ਸਮਾਂ ਚੱਲਦੀ ਰਹੀ ਹੈ ਟ੍ਰੇਨਿੰਗ ਸਾਰੀ? ਇਹ ਤਕਰੀਬਨ ਸਾਲ ਚੱਲਦੀ ਰਹੀ, ਸਾਲ 1.5 ਸਾਲ। ਇਹ ਘੱਟੋ ਘੱਟ ਇਹ ਤਾਂ ਪਲਾਨ ਬਹੁਤ ਦੇਰ ਤੋਂ ਚੱਲ ਰਹੀ ਸੀ। ਕਿੰਨੇ ਕੁ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ ਗਏ ਨਾ ਜੀ, ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਉਹਦੀ ਨੀਤੀ ਉਹਦੇ ਤੋਂ ਹੀ ਵਿਗੜ ਗਈ ਸੀ। ਜਿੱਦੇ ਗੱਦੀ ਸੰਭਾਲੀ ਹੈ ਸੰਤ ਜਰਨੈਲ ਸਿੰਘ ਨੂੰ ਪੱਗ ਦਿੱਤੀ ਟਕਸਾਲ ਦੀ, ਉਸ ਦਿਨ ਤੋਂ ਉਹ ਤੁਸੀਂ ਸੁਣੀ ਹੋਊਗੀ ਕਹਾਣੀ। ਜਦੋਂ ਸਾਰੇ ਉੱਥੇ ਟਕਸਾਲ ਦੀ ਜਿੱਦੇ ਪੱਗ ਦੇਣੀ ਸੰਤ ਜਰਨੈਲ ਸਿੰਘ ਭਿੰਡਰਾਂ ਨੂੰ, ਸਾਰੇ ਲੀਡਰ ਸਾਹਿਬਾਨ ਬੋਲੇ। ਪ੍ਰਕਾਸ਼ ਸਿੰਘ ਬਾਦਲ ਬੋਲਿਆ ਸੰਤ ਜਰਨੈਲ ਸਿੰਘ ਭਿੰਡਰਾਂ ਤੋਂ ਪਹਿਲਾਂ, ਕਹਿੰਦਾ ਵੀ ਟਕਸਾਲ ਨੂੰ ਕੀ ਚਾਹੀਦਾ, ਟਕਸਾਲ ਦੇ ਨਾਲ ਕੋਈ ਯੂਨੀਵਰਸਿਟੀ ਬਣਾਉਣੀ ਹੈ ਜਾਂ ਕੁਛ ਬਣਾਉਣਾ ਹੈ, ਸਾਨੂੰ ਦੱਸੋ, ਅਸੀਂ ਤੁਰਤ ਨਹੀਂ ਦੇ ਦਿੰਦੇ। ਇਹ ਬੋਲ ਕੇ ਉਹ ਬਹਿ ਗਿਆ। ਸੰਤ ਜਰਨੈਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ, ਸਾਰੇ ਲੀਡਰਾਂ ਦਾ ਧੰਨਵਾਦ ਕੀਤਾ, ਸਿੱਖ ਸੰਗਤ ਦਾ ਧੰਨਵਾਦ ਕੀਤਾ। ਸੰਤ ਕਰਤਾਰ ਸਿੰਘ ਦੀ ਇੱਕ ਸਾਡੇ ਮਹਾਨ ਸੰਤ ਹੋਏ ਹੈ, ਉਹਨਾਂ ਦੀ ਸ਼ੁਭਤਾ ਕੀਤੀ। ਤੇ ਉਸ ਤੋਂ ਬਾਅਦ ਉਹਨੇ ਕਿਹਾ ਵੀ ਪ੍ਰਕਾਸ਼ ਸਿੰਘ ਬਾਦਲ ਜੀ, ਟਕਸਾਲ ਤਾਂ ਦਿੰਦੀ ਹੈ, ਤੂੰ ਦੱਸ ਤੈਨੂੰ ਕੀ ਚਾਹੀਦਾ, ਤੁਰਤ ਦੇਵਾਂਗੇ। ਜਦੋਂ ਇਹ ਗੱਲ ਆ ਗਈ, ਇਹਨੇ ਫਿਰ ਆਣ ਕੇ ਸੋਚਿਆ ਵੀ ਇਹ ਬੰਦਾ ਜੇ ਟਕਸਾਲ ਤੇ ਬੈਠਾ ਹੀ ਹੈ ਮੁਖੀ ਬਣ ਕੇ, ਇਹ ਤਾਂ ਅੱਜ ਹੀ ਮੈਨੂੰ ਟੇਢਾ ਹੋ ਗਿਆ ਅੱਗੋਂ, ਇਹ ਬੰਦਾ ਮੈਨੂੰ ਲਊਗਾ, ਇਹ ਮੇਰੀ ਰਾਜਨੀਤੀ ਫੇਲ ਕਰੂਗਾ, ਮੈਨੂੰ ਖਤਮ ਕਰੂ। ਔਰ ਇਹ ਕੈਸੇ ਉਸ ਦਿਨ ਤੋਂ ਹੀ ਸੰਤ ਜਰਨੈਲ ਸਿੰਘ ਨਾਲ ਸਿਆਸੀ ਤੌਰ ਤੇ ਨੇ ਆਪਦੀ ਜੰਗ ਵਿੱਢ ਲਈ। ਔਰ ਇਹ ਕਿਹਾ ਸੀ ਵੀ ਟਕਸਾਲ ਤੁਹਾਡੇ ਵਰਗੇ ਲੀਡਰਾਂ ਤੋਂ ਨਹੀਂ ਮੰਗੂਗੀ, ਜੇ ਹੱਕ ਲੈਣਾ ਉਹ ਸਾਨੂੰ ਆਉਂਦਾ ਲੈਣਾ। ਬਾਕੀ ਜੇ ਤੈਨੂੰ ਚਾਹੀਦਾ ਤੂੰ ਦੱਸ ਕੀ ਚਾਹੀਦਾ, ਹੁਣੇ ਦੇ ਦੇਵਾਂਗੇ। ਮਤਲਬ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਇਹ ਜਿਹੜੇ ਬੋਲ ਨੇ, ਜਦੋਂ ਉਹਨਾਂ ਨੂੰ ਇਹ ਉਹਨੂੰ ਚੰਗੇ ਨਹੀਂ ਲੱਗੇ, ਉਸ ਬੰਦੇ ਨੂੰ, ਜਿਹੜਾ ਪਾਪੀ ਬੰਦਾ ਉਹਨੂੰ ਚੰਗੇ ਨਹੀਂ ਲੱਗਦੇ, ਫਿਰ ਉੱਥੋਂ ਮਤਲਬ ਰੜਕਣ ਲੱਗੇ, ਉੱਥੋਂ ਰੜਕਣ ਲੱਗੇ ਉਹਦੀਆਂ ਅੱਖਾਂ 'ਚ ਉਹਦੀ ਸੋਚ ਵੀ ਇਸ ਬੰਦੇ ਨੂੰ ਪਾਸੇ ਕਿਹੜੇ ਢੰਗ ਨਾਲ ਕੀਤਾ ਜਾਵੇ, ਮੁਰਵਾਇਆ ਜਾਵੇ, ਕਿਸ ਢੰਗ ਨਾਲ ਕੀਤਾ ਜਾਵੇ। 1978 ਸਾਕਾ ਵੀ ਤਾਂ ਹੀ ਹੋਇਆ ਜੀ, ਜਾਣ ਬੁੱਝ ਕੇ ਨਿਰੰਕਾਰੀਆਂ ਦਾ ਪ੍ਰੋਗਰਾਮ ਰੁਕਵਾਇਆ ਗਿਆ।
ਨਹੀਂ ਸਰਕਾਰ ਸੀ ਉੱਥੇ ਉਹਨਾਂ ਕੁਐਸਚਨ ਕਰਾ ਸਕਦੇ, ਉਹਨਾਂ ਨੇ ਨਹੀਂ ਕਰਨ ਦੇਣਾ ਤੇ ਉਹਦੇ ਸ਼ਹੀਦੀ ਸਾਡਾ ਗੁਰਪੁਰਬ ਉਸ ਦਿਨ ਤੁਸੀਂ ਗਲਤ ਕੰਮ ਕਰਵਾਈ ਜਾਂਦੇ। ਫਿਰ ਉੱਥੇ ਜਿਹੜੇ ਸਿੰਘ ਗਏ ਕੋਈ ਉਹਨਾਂ ਕੋਈ ਹਥਿਆਰ ਨਹੀਂ, ਬਿਲਕੁਲ ਜਾਪ ਕਰਦੇ ਗਏ ਗੁਰਬਾਣੀ ਦਾ, ਬਿਲਕੁਲ ਉਹਨਾਂ ਉੱਤੇ ਗੋਲੀ ਚਲਾ ਦੇਣੀ। ਬਿਲਕੁਲ ਬਿਲਕੁਲ 13 ਸਿੰਘ ਕਿੱਡਾ ਵੱਡਾ ਜੁਰਮ ਹੈ। ਸਾਡੇ ਸਿੰਘ ਸ਼ਹੀਦ ਹੋਏ, 13 ਸਿੰਘ ਇਹ ਸ਼ਹੀਦ ਚੁੱਪ ਕਰਕੇ ਉਹਨੂੰ ਰਾਮਦਾਰੀ ਨਾਲ ਕੱਢ ਕੇ ਲੈ ਗਿਆ ਉੱਥੋਂ। ਕਰਨਾ ਸਾਡੀ ਸਟੇਟ 'ਚ ਕੇਸ ਨਹੀਂ ਚੱਲਣ ਦਿੱਤਾ, ਦੂਸਰੀ ਸਟੇਟ 'ਚ ਕੇਸ। ਔਰ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਵੀ ਹਰਿਆਣੇ ਤੱਕ ਉਹਨੂੰ ਬਾਰਡਰ ਜਿਹੜਾ ਟਪਾਇਆ ਗਿਆ ਕਰਨਾਲ ਤੱਕ, ਇਹ ਸਾਰਾ ਬਾਦਲ ਨੇ ਆਪ ਖੁਦ ਟਪਾਇਆ। ਪ੍ਰਕਾਸ਼ ਸਿੰਘ ਬਾਦਲ ਨੇ, ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਉਹ ਮੁੱਖ ਮੰਤਰੀ ਸੀ ਕੁਛ ਵੀ ਆਪਦੇ ਲੀਡਰ ਨੂੰ ਕਹਿ ਅਫਸਰ ਨੂੰ ਕਹਿ ਸਕਦਾ ਲਿਆਓ ਉਹਨੂੰ ਸਖਤ ਕੱਢ ਕੇ ਕਿਵੇਂ ਲਿਆਉਣ, ਕਿਉਂਕਿ ਉਹ ਉਹਦਾ ਨੌਕਰ ਹੈ, ਪਾਵਰ ਹੈ ਮੁੱਖ ਮੰਤਰੀ ਦੀ। ਹਾਂ, ਪੁਲਿਸ ਉਹਦੇ ਅਧੀਨ ਹੈ ਸਾਰੀ। ਪਾਵਰ ਦਾ ਇਹਨੇ ਨਜਾਇਜ਼ ਇਸਤੇਮਾਲ ਕੀਤਾ ਜਿੰਨਾ ਵੀ ਕੀਤਾ। ਪੰਜਾਬ ਸਟੇਟ ਵਾਸਤੇ ਕੌਮ ਵਾਸਤੇ ਉਹਨੇ ਵਧੀਆ ਭਲੇ ਵਾਲੀ ਹੀ ਪਾਵਰ ਨਹੀਂ ਵਰਤੀ। ਕੁਝ ਕੋਣ ਵਿੱਚੋਂ ਕਿਸਾਨ ਕਹਿ ਦਿੰਦੇ ਜੀ ਬਾਦਲ ਸਾਹਿਬ ਨੇ ਬਹੁਤ ਕੁਛ ਦਿੱਤਾ, ਮੈਂ ਉਹ ਆਸਾਨ ਕਰਦਾ ਆਪਣੀ। ਇਹ ਇੱਕ ਅਸੀਂ ਉਹਨੂੰ ਵੋਟਾਂ ਪਾਈਆਂ, ਉਹਨੂੰ ਇੱਕ ਚੁਣਿਆ ਨੁਮਾਇੰਦਾ ਚੁਣਿਆ ਸਟੇਟ ਦਾ, ਤਾਂ ਜੇ ਉਹਨੇ ਸਟੇਟ ਨੇ ਸਾਨੂੰ ਜੇ ਕੋਈ ਥੋੜ੍ਹੀਆਂ ਬਹੁਤੀਆਂ ਕੋਈ ਚੀਜ਼ ਦਿੱਤੀ ਹੈ ਤਾਂ ਇੱਕ ਉਹ ਸਰਕਾਰ ਦੇ ਹੱਕ ਬਣਦੇ ਹੈ, ਆਪਣੀ ਸਟੇਟ ਨੂੰ ਸਹੂਲਤ ਦੇਣ ਦੇ। ਉਹ ਆਸਾਨ ਥੋੜ੍ਹੀ ਕਰਦਾ ਸਾਡੇ 'ਤੇ, ਜੋ ਸਟੇਟ ਸਾਡੀ ਵੋਟਾਂ ਤੋਂ ਲੈ ਕੇ ਤੇ ਆਪ ਕੀ ਕੁਛ ਕਰਦਾ ਹੈ, ਆਪ ਕੀ ਕੁਛ ਬਣਾਇਆ। ਅਮਰੀਕਾ ਜੀ ਇਹਦਾ ਤਾਂ ਬਾਦਲ ਦੇ ਰਾਜਸਥਾਨ ਦੇ ਵਿੱਚ ਸਪੈਸ਼ਲ ਬਾਦਲ ਚੱਕ ਹਾਂਜੀ ਕੀ ਕੁਛ ਨਹੀਂ ਬਣਾਇਆ। ਆ ਜਿਹੜਾ ਚੰਡੀਗੜ੍ਹ ਵੱਡਾ ਫਾਰਮ ਹੈ ਉਹ ਕਿਉਂ ਵਿੱਚ ਕਿੱਥੋਂ ਆਇਆ, ਸਾਰੇ ਬਣਾਏ ਇਹਨਾਂ ਨੇ। ਹਰਿਆਣੇ ਜਿਵੇਂ ਹਰਿਆਣੇ ਨੂੰ ਪਾਣੀ ਕਿਉਂ ਦਿੰਦਾ ਸੀ, ਉਹਨਾਂ ਦਾ ਮੈਂ ਜਾਣ ਨਹੀਂ ਦੇਣਾ ਫਲਾਣੇ ਦੇਣਾ, ਹਰਿਆਣੇ ਪਾਣੀ ਦੇਣ 'ਚ ਪੂਰਾ ਸੰਯੋਗ ਸੀ ਇਹਦਾ, ਕਿਉਂਕਿ ਇਹ ਦੇਵੀ ਲਾਲ ਦਾ ਯਾਰ ਸੀ। ਫਿਰ ਦੇਵੀ ਲਾਲ ਦੀ ਸਮਾਧ ਬਣਾਈ ਇਹਨੇ, ਕਿਉਂ ਦੇਵੀ ਲਾਲ ਪੰਜਾਬ ਸਟੇਟ ਦਾ ਕੀ ਸੀ, ਉਹਦੀ ਸਮਾਧ ਬਣਾਉਣ ਦੀ ਕੀ ਜ਼ਰੂਰਤ ਸੀ ਕਿ ਪੰਜਾਬ ਦੇ ਯੋਧੇ ਦੀ ਇਹਨੇ ਕਿਉਂ ਨਹੀਂ ਬਣਾਈ ਅੱਜ ਤੱਕ। ਇੱਕ ਸਾਡੇ ਜਿਹੜੇ ਸਿੱਖੀ ਦੇ ਉਲਟ ਚੱਲਣ ਨੇ ਉਹਨਾਂ ਦੀਆਂ ਸਮਾਧਾਂ ਬਣਾਤੀਆਂ। ਜਿਹੜੇ ਸਿੱਖ ਕੌਮ ਦੇ ਵਾਸਤੇ ਬਹਾਦਰੀ, ਸਿੱਖ ਕੌਮ ਦੇ ਵਾਸਤੇ ਸਿਰਲੱਥ ਯੋਧੇ ਲੜੇ ਹੈ, ਉਹਨਾਂ ਦੀ ਕਿੰਨਿਆਂ ਦੀ ਯਾਦ ਬਣਾਈ ਇਹਨਾਂ ਨੂੰ ਪੁੱਛੋ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦਾ ਕੀ ਬਣਾਇਆ, ਕੀ ਬਣਾਇਆ ਦੱਸੋ। ਜਿਨ੍ਹਾਂ ਨੇ ਕੌਮ ਦੀ ਜਿਹੜੀ ਡਿੱਗੀ ਹੋਈ ਆਪਾਂ ਕਹਿ ਲਈਏ ਪੱਗ ਕਹਿ ਲਈਏ, ਕੌਮ ਦੇ ਉੱਪਰ ਸਿਰ ਦੇ ਉੱਪਰ ਰੱਖਦੇ ਔਰ ਫਾਂਸੀ ਦੇ ਤਖਤੇ ਤੇ ਚੜ੍ਹ ਗਏ। ਉਹ ਇੱਕ ਬਹੁਤ ਤੁਹਾਨੂੰ ਦੂਸਰੀ ਕਹਿੰਦਾ ਵੀ ਜਿਹੜਾ ਸੀਗਾ ਰਵੇਰੋ ਨਹੀਂ, ਉਹ ਕੀ ਸੀਗਾ ਰਾਜਪਾਲ ਸੀ, ਉਹਨੇ ਆਖਿਆ ਸੀ ਵੀ ਤੁਹਾਡੀ ਅਸੀਂ DNA ਵੀ ਚੇਂਜ ਕਰਦੇ ਹਾਂ। ਰਵੇਰੋ ਰਾਜਪਾਲ ਸੀ ਕਿ ਉਹ ਮੁੱਖ ਸੀ, ਮੇਰਾ ਰਾਜਪਾਲ ਹੀ ਸੀ ਰਵੇਰੋ। ਇੱਕ DGP ਰਵੇਰੋ ਵੀ ਹੋਇਆ ਨਾ, ਜਿਹਦੇ ਰਵੇਰੋ DGP ਵੀ ਹੋਇਆ ਜੀ। ਉਹਨੇ ਤੁਹਾਡਾ DNA ਬਦਲ ਚੇਂਜ ਕਰਦੇ। ਪੰਜਾਬ ਪੁਲਿਸ ਦਾ ਜਿਹੜਾ ਸੀ ਮੁਖੀਆ ਹੋਇਆ DGP ਰਵੇਰੋ ਸੀ ਉਹ। ਉਹਨੇ ਇਹ ਤੁਹਾਡਾ DA ਅਸੀਂ DA ਬਦਲ ਤੇ ਚੇਂਜ ਕਰਦੇ ਆ। ਤੇ ਤੁਹਾਨੂੰ ਤੁਸੀਂ ਵੇਖੋ ਜੀ 84-85 ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਜਾਂ 2 ਜਾਂ 3 ਬੇਬੀ ਟਿਊਬ ਸੈਂਟਰ ਸੀਗੇ। 2 ਜਾਂ 3 ਬੇਬੀ ਟਿਊਬ ਸੈਂਟਰ। ਜਿਹਦੀ ਲੇਡੀ ਨੂੰ ਬੱਚਾ ਨਹੀਂ ਹੁੰਦਾ ਤੇ ਉਹਦੇ ਬੀਜ ਲੈ ਕੇ ਰੱਖ ਕੇ ਉਹਨਾਂ ਨੇ ਟਿਊਬਾਂ ਦੇ ਵਿੱਚ ਤੇ ਬੱਚਾ ਪੈਦਾ ਕਰਦੇ ਆ। ਤੇ ਅੱਜ 700 ਤੋਂ ਵੀ ਉੱਤੇ ਹੈ। 700 ਤੋਂ ਵੀ ਉੱਤੇ ਬੇਬੀ ਟਿਊਬ ਸੈਂਟਰ ਹੈ ਪੰਜਾਬ 'ਚ। ਤੇ ਸਾਡੇ 35 ਤੋਂ 40% ਸਾਡਾ DNA ਅੱਜ ਚੈੱਕ ਕੀਤਾ ਜਾਵੇ ਤਾਂ ਚੇਂਜ ਕਰਤਾ ਇਹਨਾਂ ਨੇ। ਜਿੰਨਾ ਬੇਬੀ ਟਿਊਬ ਦੇ ਵਿੱਚ ਬੀਜ ਜਾਂਦੇ ਆ, ਸ਼ੁਕਰਾਣੂ ਆਉਂਦੇ ਆ, ਉਹ ਸਾਰੀਆਂ ਦੂਸਰੀਆਂ ਸਟੇਟਾਂ ਦੇ ਆ। ਪੰਜਾਬ ਸਟੇਟ ਦਾ ਕੋਈ ਡਾਕਟਰ ਸਾਬਤ ਕਰੇ। ਸਾਡਾ ਜਿਹੜਾ ਪੰਜਾਬੀ ਦਾ ਸਿੱਖੀ ਕਲਚਰ ਦਾ ਸਾਡਾ ਪੰਜਾਬੀ ਖੂਨ ਸੀ ਕੋਈ ਚੇਂਜ ਕਰਤਾ। ਸਾਨੂੰ DNA ਪਾਸੇ ਮਾਰੀ ਜਾਂਦੇ, ਪਰ ਇਹ ਵੱਖ ਤੋਂ ਮਾਰਦੇ, ਦੂਜੇ ਪਾਸੇ ਹੀ ਮਾਰਨਾ ਚਾਹੀਦਾ। ਜਿਹੜਾ ਇਹ ਸਿੱਖ ਦਾ ਖੂਨ ਆ ਜਾਂ ਪੰਜਾਬੀਆਂ ਦਾ ਖੂਨ ਆ, ਇਹ ਇਦਾਂ ਚੇਂਜ ਹੋਣ ਵਾਲਾ ਨਹੀਂ ਹੈ। ਨਹੀਂ ਚੇਂਜ ਤਾਂ ਨਹੀਂ, ਪਰ ਉਹਦੇ 'ਚ ਅੰਸ਼ ਤਾਂ ਆਉਂਦੇ ਨੇ। ਇੱਕ ਗਿੱਦੜ ਕੌਮਾਂ ਦੇ ਸਿੱਖ ਦੀ ਸੋਚ ਨੂੰ ਤਾਂ ਚਰਖੜੀਆਂ ਵੀ ਚੇਂਜ ਨਾ ਕਰ ਸਕੀਆਂ, ਪਰ ਬੰਦ ਕਟਵਾਏ ਸਿੱਖਾਂ ਨੇ। ਉਹ ਤਾਂ ਸਾਰੇ ਇਸ ਤਰ੍ਹਾਂ ਸੀ ਨਾ, ਉਹ ਤਾਂ ਫਿਰ ਇੱਕ ਸਿੱਖੀ ਦਾ ਸਪਿਰਿਟ ਸੀ, ਸਿੱਖੀ ਦਾ ਹੀ ਖੂਨ ਸੀ ਨਾ ਜੀ। ਤੇ ਇਹ ਤਾਂ ਬਲੱਡ ਰਿਲੇਸ਼ਨ ਤਾਂ ਚੇਂਜ ਹੋਇਆ ਨਾ ਵਿੱਚੋਂ। ਇੱਕ ਔਰਤ ਦਾ ਬਲੱਡ ਮਿਲ ਗਿਆ ਸਾਡੀ ਦਾ, ਪੰਜਾਬੀ ਦਾ, ਪਰ ਦੂਸਰੇ ਪਾਸੇ ਜਿਹੜਾ ਜੈਂਟਸ ਦਾ ਬਲੱਡ ਸੀ ਉਹ ਚੇਂਜ ਹੋ ਗਿਆ। ਇਹ ਬਹੁਤ ਵੱਡੀ ਗੱਲ ਹੈ, ਇਹ ਤਾਂ ਬਹੁਤ ਜ਼ਿਆਦਾ ਗੰਭੀਰਤਾ ਨਾਲ ਸੋਚਣ ਦੀ ਗੱਲ ਹੈ। ਮਤਲਬ ਬਹੁਤ ਘਾਤਕ ਕਹਿ ਲਈ ਆਪਾਂ, ਬਹੁਤ ਘਾਤਕ ਹੈ ਸਾਡੇ ਵਾਸਤੇ। ਅਸੀਂ ਜਿਹਨੂੰ ਲੋੜ ਆ ਬੱਚੇ ਦੀ ਉਹ ਤਾਂ ਕਰਦਾ ਹੈ, ਪਰ ਸਾਡੇ ਵਾਸਤੇ ਘਾਤਕ ਹੈ, ਬਹੁਤ ਵੱਡਾ ਘਾਤਕ ਹੈ। ਇਹਦੇ ਬਾਰੇ
ਕਿਸੇ ਨੇ ਆਵਾਜ਼ ਨਹੀਂ ਉਠਾਈ? ਕਿਸੇ ਨੇ ਆਵਾਜ਼ ਨਹੀਂ ਉਠਾਈ। ਅੱਜ ਤੁਹਾਤੋਂ ਇਹਨੇ ਇੱਕ ਲੇਡੀ ਜੀ ਨੇ ਹੋਰ ਨੇ ਵੀ ਉਠਾਈ ਹੈ, ਉਹਦੀ ਵੀਡੀਓ ਵੀ ਆਈ ਹੈ, ਕੱਲ੍ਹ ਵੀ ਸੁਣੀ ਹੈ ਮੈਂ ਉਹਦੀ ਵੀਡੀਓ। ਕਿਸੇ ਹੋਰ ਨੇ ਇਹਨਾਂ ਤੋਂ ਤਾਂ ਉਮੀਦ ਵੀ ਕੀ ਕੀਤੀ? ਇਹਨਾਂ ਤੋਂ ਕਿਸੇ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ। ਕਿਸੇ ਇਹ ਤਾਂ ਸਾਡੀ ਕੌਮ ਆਪ ਹੀ ਅਵੇਅਰ ਹੋਵੇ ਵੀ ਜੇ ਨਹੀਂ ਬੱਚਾ ਹੋਇਆ ਤਾਂ ਚਲੋ ਕਿਸੇ ਆਪਦੀ ਖਾਨਦਾਨੀ ਚੋਂ ਲੈ ਲਓ, ਆਪਦਾ ਬਲੱਡ ਤਾਂ ਲੈ ਲਓ ਸਿੱਖੀ ਦਾ, ਪੰਜਾਬੀਆਂ, ਤੇ ਇਹ ਦੂਜਾ ਤਾਂ ਨਾ ਲਓ। ਬਹੁਤ ਵੱਡੀ ਗੱਲ ਕਹੀ ਤੁਸੀਂ, ਔਰ ਬੜੀ ਕੁਰਬਾਨੀ ਤੁਹਾਡਾ, ਬੜਾ ਜਜ਼ਬਾ ਤੁਹਾਡੇ ਅੰਦਰ, ਬਹੁਤ ਕੁਛ ਕੀਤਾ, ਬਹੁਤ ਕੁਛ ਕਰਨਾ ਵੀ ਚਾਹੁੰਦੇ ਹੋ, ਸਾਰਾ ਕੁਛ ਸਹਾਰਿਆ। ਭਾਈ ਸੁਰੈਣ ਸਿੰਘ ਜੀ ਹੋਰਾਂ ਨੇ, ਧਰਮੀ ਫੌਜੀ ਸਰਦਾਰ ਸੁਰੈਣ ਸਿੰਘ ਜੀ ਹੋਰਾਂ ਨੇ, ਇੱਕ ਹੈ ਮਨ ਦੇ ਅੰਦਰ ਇੱਕ ਗਿਲਾ ਵੀ ਨਹੀਂ ਆਪਾਂ ਕਹਿ ਸਕਦੇ, ਪਰ ਇੱਕ ਸੋਚ ਹੈ ਬਈ ਇਹਨਾਂ ਦੀ ਵੀ ਹੈ, ਬਾਕੀਆਂ ਦੀ ਵੀ ਹੋਏਗੀ, ਜਿਹੜੇ ਤੁਸੀਂ ਦੇਖ ਰਹੇ ਹੋ ਕਿ ਪੰਥ ਨੇ, ਕੌਮ ਨੇ ਇਹਨਾਂ ਧਰਮੀ ਫੌਜੀਆਂ ਪ੍ਰਤੀ, ਇਹਨਾਂ ਦੇ ਪ੍ਰਤੀ ਆਪਣਾ ਕਿੰਨਾ ਕੁ ਫਰਜ਼ ਨਿਭਾਇਆ ਹੈ, ਕਿੰਨਾ ਕੁ ਨਿਭਾ ਰਹੇ ਹਾਂ ਅਸੀਂ। ਇਹ ਇੱਕ ਬਹੁਤ ਵੱਡਾ ਸਵਾਲ ਛੱਡ ਗਈ ਹੈ ਇਸ ਧਰਮੀ ਫੌਜੀ ਭਾਈ ਸੁਰੈਣ ਸਿੰਘ ਜੀ ਦੀ ਇਹ ਮੁਲਾਕਾਤ, ਇਹ ਇੰਟਰਵਿਊ। ਉਮੀਦ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਥੋੜੀ ਜਿਹੀ ਗੱਲ ਵੀ ਕਰਨਾ ਸੀ ਵੀ ਜਿਹੜਾ ਸਾਨੂੰ ਧਰਮੀ ਫੌਜੀ ਖਿਤਾਬ ਦਿੱਤਾ ਨਹੀਂ, ਇਹ ਸੰਤ ਜਰਨੈਲ ਸਿੰਘ ਨੇ, ਇਹ ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਜੀ ਨੇ ਦਿੱਤਾ। ਬਿਲਕੁਲ ਬਿਲਕੁਲ, ਬਾਬਾ ਉਹਨਾਂ ਨੇ ਦਿੱਤਾ ਸਾਨੂੰ। ਕਾਲ ਤਖਤ ਨੇ ਅੱਜ ਤੱਕ ਧਰਮੀ ਫੌਜੀ ਖਿਤਾਬ ਵੀ ਨਹੀਂ ਦਿੱਤਾ। ਬਿਲਕੁਲ ਨਹੀਂ ਦਿੱਤਾ। ਉਹਨਾਂ ਦਾ ਹੱਕ, ਕਾਲ ਤਖਤ ਤੇ ਜਿਹੜਾ ਦਾ ਹੱਕ ਬਣਦਾ ਸੀ, ਉੱਥੇ ਸੱਦ ਕੇ ਬਕਾਇਦਾ ਤੌਰ ਤੇ ਇੱਕ ਮੈਮੋਰੰਡਮ ਲੈਟਰ ਬਣਾ ਕੇ, ਇਸ਼ਤਿਹਾਰ ਬਣਾ, ਜਿਵੇਂ ਆਪਾਂ ਦਿੰਦੇ ਹਾਂ ਕਿਸੇ ਨੂੰ ਸਰਟੀਫਿਕੇਟ ਦਿੰਦੇ ਹਾਂ, ਉਹ ਬਣਾ ਕੇ ਸਾਨੂੰ ਧਰਮੀ ਫੌਜੀ ਉਹ ਦੇਣਾ ਚਾਹੀਦਾ ਸੀ। ਗਾਂ ਸਾਡੇ ਬੱਚਿਆਂ ਨੂੰ, ਸਾਡੀ ਖਾਨਦਾਨੀ ਨੂੰ ਪਤਾ ਲੱਗਦਾ ਵੀ ਸਾਡੇ ਪੁਰਖਿਆਂ ਨੇ ਆਹ ਕੁਛ ਕੀਤਾ। ਪਰ ਉਹ ਤਦੇ ਤੁਹਾਨੂੰ ਮਿਲਦਾ ਨਾ ਜੀ ਉਹ ਖਿਤਾਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਂ ਤਖਤ ਤੋਂ, ਜੇ ਕੋਈ ਸਰਦਾਰ ਅਕਾਲੀ ਫੂਲਾ ਸਿੰਘ ਜੀ ਵਰਗਾ, ਕੋਈ ਸੋਚ ਵਰਗਾ ਕੋਈ ਜਥੇਦਾਰ ਸਰੂਪਾ ਵੀ ਨਹੀਂ ਦਿੱਤਾ ਜੀ। ਅੱਜ ਤੱਕ ਅਕਾਲ ਤਖਤ ਦੇ ਜਥੇਦਾਰ ਨੇ ਇੱਕ ਸਰੂਪਾ ਵੀ ਨਹੀਂ ਦਿੱਤਾ ਧਰਮੀ ਫੌਜੀਆਂ ਨੂੰ। ਉੱਥੇ ਅਕਾਲ ਤਖਤ ਤੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਸਰੂਪਾ ਵੀ ਨਹੀਂ 2.25 ਮੀਟਰ ਦਾ ਦਿੱਤਾ। ਐਡੀ ਤਰਾਸਦੀ ਹੈ ਸਾਡੀ। ਬਿਲਕੁਲ ਬਿਲਕੁਲ, ਬਹੁਤ ਵੱਡਾ ਦਰਦ, ਬੜਾ ਦੁਖਾਂਤ। ਇੱਕ ਮੈਂ ਤੁਹਾਨੂੰ ਵਿੱਚੋਂ ਗੱਲ ਕਹਿੰਦਾ, ਕੁਝ ਕੁ ਸਾਡੇ ਧਰਮੀ ਫੌਜੀ ਨੇ ਜਿਹੜੇ ਜੀ, ਉਹ ਕਹਿੰਦੇ ਵੀ ਅਸੀਂ ਇਹ ਵੀਡੀਓ ਪਾਉਣਾ, ਵੀਡੀਓ ਨਾ ਪਾਉਣ, ਵੀ ਸਾਡੀ ਇਹਦੀ ਬੇਇੱਜ਼ਤੀ ਹੁੰਦੀ ਹੈ। ਵੀ ਜਿਹੜੇ ਜਿਨ੍ਹਾਂ ਦਾ ਭਾਈ ਸਰਦਾ ਉਹ ਨਾ ਪਾਉਣਾ ਉਹਦੀ, ਜੇ ਉਹਨਾਂ ਨੂੰ ਮਹਿਸੂਸ ਹੁੰਦਾ ਹੈ। ਪਰ ਜਿਹੜਾ ਮੇਰੇ ਵਰਗਾ ਅੱਜ ਕਿਸੇ ਬਾਣੀਆਂ ਦੇ ਮੂਹਰੇ ਹੱਥ ਅੱਡਣ ਨਾ ਹੋ, ਜੇ ਉਹਦੀ ਕੌਮ ਮੂਹਰੇ ਜੇ ਕੋਈ ਬੇਨਤੀ ਕਰਦਾ ਹੈ ਤੇ ਉਹਦੇ 'ਚ ਕਾਹਦੀ ਬੇਇੱਜ਼ਤੀ ਹੈ? ਕੋਈ ਮਾੜੀ ਗੱਲ ਨਹੀਂ। ਕੁਛ ਹੋਰ ਆਪਣਾ ਦਰਦ ਦੁੱਖ ਦੱਸਣਾ ਤਾਂ ਕਿਸੇ ਨੂੰ ਕੋਈ ਮਾੜੀ ਗੱਲ, ਕੌਮ ਨੂੰ ਦੱਸਣਾ ਇਹ ਕੋਈ ਮਾੜੀ ਗੱਲ ਨਹੀਂ। ਅਸੀਂ ਸਮਝ, ਜਿਨ੍ਹਾਂ ਦਾ ਸਰਦਾ ਹੈ, ਜਿਨ੍ਹਾਂ ਦੇ ਕੋਲੇ ਪੂੰਜੀ ਹੈਗੀ ਉਹ ਨਾ ਕਰਨ। ਕੁਝ ਕੁ ਬੰਦੇ ਹੈਗੇ ਆ ਜਿਹੜੇ ਸਾਡੇ ਇਹ ਲਫ਼ਜ਼ ਬੋਲਦੇ ਆ, ਪਰ ਉਹ ਨਾ ਕਰਨ। ਹਾਂ ਚਲੋ, ਜਿਵੇਂ ਤੁਸੀਂ ਕਿਹਾ ਵੀ ਉਹਨਾਂ ਦਾ ਜੇ ਸਰਦਾ ਹੈ, ਪਰ ਉਹਨਾਂ ਨੂੰ ਵੀ ਆਵਾਜ਼ ਜਿਹੜੀ ਆ ਬੁਲੰਦ ਕਰਨੀ ਚਾਹੀਦੀ ਹੈ ਤੁਹਾਡੀ ਆਵਾਜ਼ ਦੇ ਨਾਲ। ਪਰ ਉਹ ਇੱਕ ਵੱਡਾ ਕਾਫਲਾ ਬਣਦਾ ਕੀ ਕੁਛ ਕੌਮ ਦੇ ਨਾਲ ਹੋ ਰਿਹਾ ਹੈ। ਸਮਾਂ ਸਾਨੂੰ ਸਾਰੇ ਰਲ ਕੇ, ਜੇ ਕਿਸੇ ਕੋਲ ਪੈਸਾ ਹੈਗਾ ਤਾਂ ਕੌਮ ਦੀ ਸੇਵਾ ਕਰਨ ਵਾਸਤੇ, ਉਹਨਾਂ ਦਾ ਪ੍ਰਚਾਰ ਕਰਨ ਵਾਸਤੇ ਉੱਠਣਾ ਚਾਹੀਦਾ। ਬਿਲਕੁਲ ਉੱਠਣਾ ਚਾਹੀਦਾ, ਬਿਲਕੁਲ। ਵੀ ਜੇ ਅਸੀਂ ਕੌਮ ਨੂੰ ਜਾਗਰਤ ਕਰੀਏ, ਬਿਲਕੁਲ ਬਿਲਕੁਲ, ਟਾਈਮ ਕੱਢੀਏ ਥੋੜਾ ਵਿੱਚੋਂ। ਬਿਲਕੁਲ, ਜਿੱਥੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਤੁਸੀਂ ਸਾਰੇ ਧਰਮੀ ਫੌਜੀਆਂ ਨੇ, ਉੱਥੇ ਇਹ ਵੀ ਇੱਕ ਮੇਰੇ ਮਨ ਦੀ ਪਿੱਛੇ, ਮੇਰੇ ਮਨ ਦਾ ਇੱਦਾਂ ਬਲਬਲਾ ਵੀ ਮੈਂ 24 ਘੰਟੇ ਕੌਮ ਦੇ ਪ੍ਰਚਾਰ ਵਾਸਤੇ ਦੇਵਾਂ, ਪਰ ਮੈਂ ਕਰਾਂ ਕਿ ਮੈਂ ਮਜਬੂਰ ਹਾਂ, ਮੇਰੇ ਕੋਲ ਹੈ ਹੀ ਨਹੀਂ ਕੁਛ। ਜਾਵਾਂ ਕਾਹਦੇ ਨਾਲ? ਪਬਲਿਕ ਜਾਣ ਵਾਸਤੇ ਖਰਚਾ ਵੀ ਚਾਹੀਦਾ, ਬਿਲਕੁਲ, ਤੇਲ ਪਾਣੀ ਵੀ ਚਾਹੀਦਾ, ਬਿਲਕੁਲ, ਦੌਲਤ ਗੁਜ਼ਰਾਨ ਹੈ। ਭਾਈ ਸੁਰੈਣ ਸਿੰਘ ਜੀ, ਤੁਹਾਡਾ ਕੋਈ ਜਿਹੜਾ ਕੰਟੈਕਟ ਨੰਬਰ ਹੈ ਤੁਸੀਂ ਸੰਗਤ ਨਾਲ ਸਾਂਝਾ ਕਰੋ ਉਹ ਤੁਹਾਡਾ, ਤਾਂ ਕਿ ਸੰਗਤ ਵਿੱਚੋਂ ਕਿਸੇ ਨੇ ਸੰਪਰਕ ਕਰਨਾ ਹੋਇਆ ਤਾਂ ਤੁਹਾਡੇ ਨਾਲ ਸਿੱਧਾ ਸੰਪਰਕ ਉਹ ਕਰ ਸਕਣ। 99682 27655 99682 27655 ਇਹ ਨੰਬਰ ਹੈ ਭਾਈ ਸੁਰੈਣ ਸਿੰਘ ਜੀ ਹੋਰਾਂ ਦਾ। ਸੋ ਕਿਸੇ ਨੇ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਜੋ ਇਸ ਵਕਤ ਸਾਨੂੰ ਦੇਖ ਰਹੀਆਂ ਨੇ ਔਰ ਸੁਣ ਰਹੀਆਂ ਨੇ ਭਾਈ ਸੁਰੈਣ ਸਿੰਘ ਜੀ ਹੋਰਾਂ ਨੂੰ, ਕਿਸੇ ਨੇ ਵੀ ਇਹਨਾਂ ਦੀ ਕਿਸੇ ਪੱਖੋਂ ਵੀ ਕੋਈ ਮਦਦ ਕਰਨੀ ਹੋਵੇ, ਤਨ ਮਨ ਧਨ ਦੇ ਨਾਲ ਕੋਈ ਆਰਥਿਕ ਮਦਦ ਕਰਨੀ ਹੋਵੇ ਕਿਸੇ ਪ੍ਰਕਾਰ ਦੀ ਹੋਰ, ਜਦੋਂ ਕਿ ਇਹਨਾਂ ਨੇ ਇਹ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਮੇਰੇ ਕੋਲ ਤਾਂ ਅਜੇ ਤੱਕ ਆਪਣਾ ਮਕਾਨ ਤੱਕ ਵੀ ਨਹੀਂ ਬਣਿਆ ਔਰ ਬੱਚੀ ਜਿਹੜੀ ਹੈ ਉਹਦੀ ਪੜ੍ਹਾਈ ਜਾਰੀ ਹੈ, ਅੱਗੋਂ ਦਾ ਵਿਆਹ ਵੀ ਕਰਨਾ ਹੈ ਔਰ ਆਈਲੈਟਸ ਤੋਂ ਬਾਅਦ ਜਿਹੜਾ ਹੈ ਵਿਦੇਸ਼ ਵੀ ਉਹਨੂੰ ਭੇਜਣ ਦੀ ਗੱਲ ਚੱਲ ਰਹੀ ਹੈ।
ਬੇਟਾ ਇਹਨਾਂ ਦਾ ਜਿਹੜਾ ਹੈ ਉਹ ਛੋਟਾ ਹੈ। ਸੋ ਤੁਸੀਂ ਕਿਸੇ ਤਰ੍ਹਾਂ ਦੀ ਵੀ ਮਦਦ अगर इस परिवार की भाई सरैण सिंह जी होरां दी करनी चाहुंदे हो तो सीधा संपर्क इन्हां दे नाल करो जो इन्हां ने नंबर अपना दिता। और यही नंबर इन्हां दा इस पूरी इंटरव्यू दे विच उपर जां थल्ले असीं फ्लैश भी करांगे गुरबाणी अखंड बाणी चैनल वालों। सो भाई साहब जी बहुत बहुत धन्यवाद तुहाडा गुरबाणी अखंड बाणी नूं समां देण लई। वाहिगुरू जी का खालसा वाहिगुरू जी की फतेह।